ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਨੂੰ ਹਰ ਰੋਜ਼ ਤੁਸੀਂ ਵੱਖ-ਵੱਖ ਢੰਗ ਤਰੀਕੇ ਨਾਲ ਦੇਖਦੇ ਹੋ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਵੀ ਖਬਰਾਂ ਜਿਹੜੀਆਂ ਹੋਣ ਉਹ ਆਪ ਜੀ ਤੱਕ ਪਹੁੰਚ ਵੀ ਜਾਣ ਤੇ ਤੁਹਾਨੂੰ ਇਹ ਵੀ ਨਾ ਲੱਗੇ ਵੀ ਯਾਰ ਇਹ ਬੰਦੇ ਖਬਰਾਂ ਵਾਲੇ ਜਾਪਦੇ ਹਨ। ਵੈਸੇ ਹੀ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀਦੀ, ਬਾਕੀ ਵੀਰ ਉਹਨਾਂ ਨੂੰ ਪੁੱਛ ਲੈਂਦੇ ਕਿਉਂ ਪਰਮੀਰ ਜੀ? ਚੜ੍ਹਦੀ ਕਲਾ ਜੀ, ਗੱਲ ਤੁਹਾਡੀ ਠੀਕ ਹੈ। ਜਿੱਥੇ ਇੱਥੇ ਤੁਸੀਂ ਉੱਥੇ ਉੱਥੇ ਆਪਾਂ ਨਹੀਂ, ਮੈਂ ਤਾਂ ਗਿਆ ਵੀ ਬੰਦੇ ਖਬਰਾਂ ਵਾਲੇ ਨਾ ਜਾਪਣ, ਹੈ ਨਾ। ਕਿਸੇ ਵੇਲੇ ਵੀ ਖਬਰਾਂ ਵਾਲੇ ਭਾਈ ਝੂਠ ਬੋਲਦੇ ਆ, ਕਿਉਂਕਿ ਇਹ ਆਮ ਧਾਰਨਾ ਚੱਲਣ ਲੱਗ ਪਈ ਵੀ ਯਾਰ ਖਬਰਾਂ ਵੀ ਕਿਸੇ ਵੇਲੇ ਝੂਠ ਬੋਲ ਦਿੰਦੀਆਂ। ਨਹੀਂ ਤਾਂ ਖਬਰਾਂ ਵਾਲੇ ਭਾਈ ਝੂਠ ਤੁਹਾਨੂੰ ਨਹੀਂ ਲੱਗਦਾ ਬੋਲਦੇ ਆ? ਮੈਂ ਹੁਣ ਆਪਣੀ ਪ੍ਰੋਬਲਮ ਹੈ ਨਾ ਵੀ ਆਪਾਂ ਇੱਕ ਹੁੰਦਾ ਵੀ ਭਾਈਚਾਰਾ, ਜੇ ਭਾਈਚਾਰਾ ਹੀ ਬਦਨਾਮ ਹੋਏ ਨਾ ਤੇ ਉਹਦੇ ਚੋਂ ਭਾਵੇਂ ਤੁਸੀਂ ਦੋ ਬੰਦੇ ਆਖੀ ਜਾਓ ਵੀ ਇਹ ਠੀਕ ਲੱਗਦੇ ਆ, ਗੱਲ ਤੇ ਭਾਈਚਾਰੇ ਦੀ ਹੈ ਨਾ। ਨਹੀਂ, ਰੌਲਾ ਮੈਨੂੰ ਐਂ ਲੱਗਦਾ ਕਿ ਇੱਕ ਹੁੰਦਾ ਬੋਲਣ ਵਾਲਾ, ਇੱਕ ਹੁੰਦਾ ਸਪੀਕਰ। ਬੋਲਣ ਵਾਲਾ ਉਹ ਬੋਲਦਾ ਜੋ ਉਹਨੂੰ ਲੱਗਦਾ ਕਿ ਆਹ ਠੀਕ ਆ, ਸਪੀਕਰ ਅੱਗੇ ਲੋਕਾਂ ਨੂੰ ਉਹ ਸੁਣਾਉਂਦਾ ਜੋ ਉਹ 'ਚ ਬੋਲਿਆ ਜਾਂਦਾ। ਜੇ ਤਾਂ ਹੁਣ ਖਬਰਾਂ ਵਾਲੇ ਭਾਈਆਂ 'ਚ ਕੋਈ ਹੋਰ ਬੋਲੂਗਾ, ਹਾਂ, ਫਿਰ ਤਾਂ ਸਪੀਕਰਾਂ ਨੂੰ ਹੀ ਸੁਣੂਗਾ। ਹਾਂ, ਇਹ ਹੁਣ ਖਬਰਾਂ ਵਾਲੇ ਭਾਈ ਜੇ ਤਾਂ ਸਪੀਕਰ ਬਣ ਗਿਆ ਕਿਸੇ ਦੇ, ਫੇ ਮਾੜੇ ਆ, ਫੇ ਨਹੀਂ ਆਪਾਂ ਬਣਨਾ। ਤੇ ਜੇ ਉਹ ਖਬਰਾਂ ਵਾਲੇ ਭਾਈ ਖਬਰਾਂ ਵਾਲੇ ਰਹਿਣਗੇ ਸਹੀ, ਫਿਰ ਠੀਕ ਆ। ਚਲੋ ਕੋਸ਼ਿਸ਼ ਤੇ ਕਰੀਦੀ ਆ, ਬਾਕੀ ਤੁਸੀਂ ਟਿੱਪਣੀ ਜ਼ਰੂਰ ਕਰਦਾ ਕਰੋ ਜੀ। ਇਹਨਾਂ ਨਾਲ ਥੋੜ੍ਹਾ ਬਹੁਤ ਹੌਸਲਾ ਸਾਡਾ ਵਧਿਆ ਰਹਿੰਦਾ ਵੀ ਯਾਰ ਠੀਕ ਚੱਲਦਾ ਕੰਮ, ਕਿਉਂਕਿ ਇਹ ਨਾਲ ਆਉਂਦਾ ਨਾ ਵੀ ਚੈਕਿੰਗ ਕੁਆਲਿਟੀ 'ਚ ਇਹ ਕੰਮ ਹੁੰਦਾ ਰਹੇ, ਹੈ ਨਾ। ਇਹ ਪਹਿਲਾਂ ਤਾਂ ਚਲੋ ਨਹੀਂ ਸੀ ਮੇਰੇ ਹਿਸਾਬ 'ਚ ਆਉਂਦਾ, ਹੁਣ ਇੱਥੇ ਆ ਕੇ WhatsApp ਨਾਲ ਰਹਿਣ ਕਰਕੇ ਥੋੜ੍ਹਾ ਜਿਹਾ ਮੈਨੂੰ ਸਿਖਾਉਂਦੇ ਵੀ ਨਹੀਂ ਹਰੇਕ ਥਾਂ ਦੇ ਉੱਪਰ ਕੁਆਲਿਟੀ ਟੈਸਟ ਹੁੰਦਾ ਹੈ, ਕੁਆਲਿਟੀ ਟੈਸਟ ਹੁੰਦਾ ਹੈ ਨਾ। ਸੋ ਇਹ ਤੁਸੀਂ ਕੁਆਲਿਟੀ ਟੈਸਟ ਇਸ ਤਰ੍ਹਾਂ ਕਰਦੇ ਰਿਹਾ ਕਰੋ ਵੀ ਹਾਂ ਭਾਈ ਠੀਕ ਆ ਜੀ। ਅੱਛਾ, ਗੱਲ ਇੱਦਾਂ ਭਲਾ ਕਿੱਦਾਂ? ਗੱਲ ਬਹੁਤ ਕਮਾਲ ਦੀ ਆ। ਅੱਛਾ, ਗੁਰਮੀਤ ਰਾਮ ਰਹੀਮ ਕਹਿੰਦੇ ਸੌਦਾ ਸਾਧ, ਉਹ ਕਹਿੰਦਾ ਮੈਂ ਤਾਂ ਕੰਮ ਬੜੇ ਚੰਗੇ ਕੀਤੇ ਆ, ਮੈਂ ਖੂਨਦਾਨ ਕੈਂਪ ਲਾਏ, ਮੈਂ ਜਿਹੜਾ ਸਵੱਛ ਭਾਰਤ ਮੁਹਿੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ, ਅਸੀਂ ਲੋਕਾਂ ਦੇ ਭਲਾਈ ਵਾਲੇ ਕੰਮਾਂ ਦੇ ਵਿੱਚ ਅੱਗੇ ਵੱਧ ਕੇ ਯੋਗਦਾਨ ਦਿੱਤਾ। ਇਸ ਕਰਕੇ ਮੇਰੀ ਆ ਰਣਜੀਤ ਸਿੰਘ ਵਾਲੇ ਕੇਸ ਦੇ ਵਿੱਚ ਸਜ਼ਾ ਸੁਣਾਉਣ ਤੋਂ ਪਹਿਲਾਂ ਥੋੜ੍ਹੀ ਜਿਹੀ ਨਰਮੀ ਵਿਖਾਓ, ਪੁਰਖ ਸਖਤੀ ਬੜੀ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਪਹਿਲਾਂ ਤਾਂ ਮੇਰੇ ਵਰਗੇ ਦੇ ਕੰਨ ਲਾਲ ਕਰ ਦੋ, ਮੁੜ ਕੇ ਚਾਹ ਪੀ ਯਾਰ, ਬਹੁਤ ਚੰਗਾ ਬੰਦਾ ਤੂੰ। ਇਹਦੇ ਤੋਂ ਨਾ ਮੈਨੂੰ ਲੱਗਦਾ ਇਸ ਬਿਆਨ ਤੋਂ ਮੇਰੇ ਕੁਦਰਤੀ ਦਿਮਾਗ 'ਚ ਆਇਆ। ਮੈਂ ਕਿਹਾ ਵੀ ਦੇਖੋ, ਰਾਮ ਰਹੀਮ ਦੇ ਇਸ ਬਿਆਨ 'ਤੇ ਜਾਂ ਇਸ ਅਰਜ਼ ਬੇਨਤੀ 'ਤੇ ਹੋਰ ਕੋਈ ਗੁੱਸਾ ਕਰੇ ਨਾ ਕਰੇ, ਮੋਟੇ ਪੰਜਾਬ 'ਚ 10-15 ਬੰਦਿਆਂ ਨੂੰ ਤਾਂ ਗੁੱਸਾ ਕਰਨਾ ਚਾਹੀਦਾ। ਕਿਹੜਿਆਂ ਨੂੰ? ਉਹ ਬੰਦੇ ਕੁਝ ਕੁ ਧਾਰਮਿਕ ਸੰਸਥਾਵਾਂ ਦੇ ਵਿੱਚ ਨੇ ਤੇ ਕੁਝ ਕੁ ਸਮਾਜਿਕ ਸੰਸਥਾਵਾਂ ਦੇ ਵਿੱਚ ਨੇ, ਤੇ ਕੰਮ ਉਹਨਾਂ ਦਾ ਬੜੀ ਦੇਰ ਤੋਂ ਬੋਲਦਾ। ਉਹ ਆਪ ਨਹੀਂ ਮੂੰਹ ਬੋਲਦੇ ਵੀ ਅਸੀਂ ਆਹ ਕੀਤਾ, ਲੋਕ ਕਹਿੰਦੇ ਵੀ ਇਹਨਾਂ ਨੇ ਕੀਤਾ, ਸਮਾਜ ਦਾ ਕੰਮ ਕੀਤਾ। ਉਹਨਾਂ ਨੇ ਕਤਲ ਨਹੀਂ ਕੀਤਾ ਕੋਈ, ਫਿਰ ਉਹਨਾਂ ਨੂੰ ਤਾਂ ਮਾਫ ਚਾਹੀਦਾ ਨਾ। ਪਹਿਲਾਂ ਉਹਨਾਂ ਕਿਹਾ ਵੀ ਤੁਸੀਂ 10-15 ਕਤਲ ਕਰ ਲਓ, ਸਜ਼ਾ ਤੁਹਾਨੂੰ ਆਪਾਂ ਦੇਣੀ ਨਹੀਂ, ਕਿਉਂਕਿ ਉਧਰ ਕਿਹਾ ਹੀ ਉਹਨਾਂ ਨੇ ਵੀ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਨੂੰ ਫਿਰ ਕਤਲ ਫਰੀ ਆ। ਜਾਂ ਤੇ ਆਫਰ ਟਾਈਪ ਚੀਜ਼ ਲੱਗਦੀ ਹੈ। ਨਹੀਂ, ਬਹੁਤੀ ਆਫਰ ਟਾਈਪ ਮੈਨੂੰ ਤਾਂ ਸਮਝ ਨਹੀਂ ਆਉਂਦੀ। ਖੂਨਦਾਨ ਕੈਂਪ ਲਾ ਲਓ ਤੇ 2-4 ਬੰਦਿਆਂ ਦੇ ਖੂਨ ਵਹਾ ਦਿਓ, ਯਾਨੀ ਰਾਮ ਰਹੀਮ ਦਾ ਤਾਂ ਫਿਰ ਸੌਦਾ ਬੜਾ ਕਲੀਅਰ ਲੱਗਦਾ ਨਾ। ਤਦੇ ਦੇ ਕੰਮ ਸੌਦਾ ਰੱਖਿਆ ਨਾ ਉਹਨਾਂ ਨੇ। ਉਹਦੇ ਕੋਲ ਜਿਹੜਾ ਕੰਪਿਊਟਰ ਵਾਲਾ ਕੰਡਾ, ਉਹ ਤਾਂ ਮੈਨੂੰ ਲੱਗਦਾ ਫਿਰ ਇਸ ਹਿਸਾਬ ਨਾਲ ਬੜਾ ਵਧੀਆ ਸਾਵਾਂ ਤੋਲਦਾ। ਹੁਣ ਉਹਦੇ ਤੋਂ ਬਾਅਦ ਤੁਸੀਂ ਘਰ ਸਾਫ਼ ਕਰ ਦਿਓ, ਆਲੇ ਦੁਆਲੇ ਵਾਲਾ ਸਾਫ਼ ਕਰ ਦਿਓ, ਸਵੱਛ ਭਾਰਤ ਦੇ ਵਿੱਚ ਯੋਗਦਾਨ ਦੇ ਦਿਓ, ਉਹ ਸਾਧੂਆਂ ਨੂੰ ਪੁੰਸਕ ਬਣਾ ਦਿਓ, ਉਹ ਕੁੜੀਆਂ ਨੂੰ ਧੀਆਂ ਕਹਿ ਕੇ ਅਦਾਲਤ ਦੇ ਵਿੱਚ ਹੁਣ ਤਾਂ ਸਾਫ਼ ਹੋ ਚੁੱਕਾ ਕਿ ਭਾਈ ਉਹਨਾਂ ਕੁੜੀਆਂ ਦੇ ਨਾਲ ਧੱਕਾ ਕਰਦਾ ਰਿਹਾ। ਜਾਣੀ ਜੇ ਤਾਂ ਇਸ ਤਰੀਕੇ ਦੇ ਨਾਲ ਕੰਮ ਚੱਲਦਾ ਫਿਰ ਤਾਂ ਵਾਹਵਾ ਵਧੀਆ, ਜਾਣੀ ਉਹਦਾ ਕੰਮ ਬੜਾ ਅਸੂਤ ਹੈ। ਹੁਣ ਤਾਂ ਉੱਦਾਂ ਕਹਿੰਦੇ ਜਦੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਹੈ, ਉਦੋਂ ਸੁਖਨਾ ਸੀਗਾ ਵੀ ਉੱਦਾਂ ਰੰਗ ਰੁੰਗ ਲਾਇਆ ਸੀ ਬਾਬਾ। ਨਹੀਂ, ਉਹ ਪਿਛਲੇ ਦਿਨੀ ਇੱਥੋਂ ਤੱਕ ਤਾਂ ਉਹਨਾਂ ਨੇ ਸ਼ਿਕਾਇਤ ਕੀਤੀ, ਉਹ ਕਹਿੰਦੇ ਇੱਦਾਂ ਕਿੱਦਾਂ, ਉਹ ਗੱਲ ਥੋੜ੍ਹਾ ਬਣਦੀ ਹੈ ਜਦ ਤੱਕ ਪੂਰੀ ਗੱਲ ਨਾ ਹੋਵੇ, ਹੈ ਨਾ। ਕਿਉਂਕਿ ਹੁਣ ਦੇਖੋ ਫੈਸਿਲਿਟੀਆਂ ਤਾਂ ਮਿਲ ਹੀ ਰਹੀਆਂ ਨਾ। ਹੁਣ ਇਹ ਇੱਦਾਂ ਕਦੀ ਹੋਇਆ ਵੀ ਭਾਈ ਸਾਹਿਬ ਅਗਲੇ ਆਖਣ ਵੀ ਨਹੀਂ ਬਾਬਾ ਜੀ ਤੁਸੀਂ ਹੁਣ ਅਗਲੀ ਗੱਡੀ 'ਚ ਹੋ ਜਾਓ ਜੀ, ਪ੍ਰਬੰਧ ਠੀਕ ਆ ਤੁਹਾਡਾ, ਅਸੀਂ ਮਗਰ ਆਉਣੇ ਥੋੜਾ ਕੋਈ ਗੱਲ ਨਹੀਂ। ਮਾੜਾ ਬੰਦਾ ਹੋਦਾ ਪੈਰਾਂ ਸਿੱਟ ਲੈਂਦੇ ਅਗਲੇ, ਹੈ ਨਾ। ਹੁਣ ਜਦੋਂ ਉਹਨੂੰ ਗੱਡੀ ਵੀ ਦਿੱਤੀ ਜਾਣੀ ਆ ਤੇ ਫਿਰ ਉਸ ਹਿਸਾਬ ਨਾਲ ਆਪਾਂ, ਮੈਂ ਹੋਰ ਨਹੀਂ ਗੱਲਾਂ ਕਦੀ ਕਰਦਾ, ਪਤਾ ਹੀ ਹੈ ਸਾਰਿਆਂ ਨੂੰ। 3 ਦਿਨ ਤਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ। ਨਹੀਂ ਬਈ ਬਗਰੀ ਗੱਲ ਆ। ਮੁੰਡਾ ਤੁਹਾਡਾ ਦੇਖਿਆ ਹੀ ਠੇਕੇ ਮੋਰ ਦੀ ਲੰਘਦਾ ਸੀ, ਮੈਂ ਦੇਖਿਆ ਸੀ ਉੱਥੇ ਖੜ ਕੇ ਪਤਾ ਨਹੀਂ ਕੀ ਕਰੀ ਜਾਂਦਾ ਸੀ, ਉਧਰ ਨੂੰ ਕੋਲ ਦੀ ਦਮ ਲਾ ਦੇ ਧੂਆਂ ਨਿਕਲਦਾ ਹੁੰਦਾ। ਆਪਾਂ ਨਹੀਂ ਗੱਲ ਕਰਦੇ ਮੁੰਡਾ ਚੰਗਾ ਉਦਾਂ, ਤੁਹਾਡਾ ਕਦੇ ਨਹੇ ਪੱਤੇ ਦੇ ਲਾਗੇ ਦੀ ਤੁਹਾਡਾ ਹਿਸਾਬ ਮੈਂ ਦੇਖ ਲਿਆ ਇਹ ਆ। ਦੇਖੋ ਗੱਲ ਪਤਾ ਕੀ ਹੈ, ਇਹ ਵੀ ਮੋਟਾ ਜਿਹਾ ਕਿਸੇ ਵੇਲੇ ਇੱਦਾਂ ਉਹ ਦੱਸਣਾ ਸਮਝਾਉਣਾ ਹੀ ਹੁੰਦਾ, ਹੋਰ ਤੇਰੇ ਪਿੰਡ ਵਾਲਿਆਂ ਕੀ ਕਹਿਣਾ, ਗੱਲ ਥੋੜੀ ਪਾਉਣਾ ਅਗਲੇ, ਹੈ ਨਾ। ਉਹ ਤੇ ਕਹਿਣਾ ਹੀ ਹੁੰਦਾ ਵੀ ਵੀਰ ਤੁਸੀਂ ਰੱਖਿਓ ਖਿਆਲ। ਹੁਣ ਜੇ ਨਹੀਂ ਕਿਸੇ ਨੇ ਰੱਖਣਾ ਤਾਂ ਫਿਰ ਕੀ ਕਰ ਸਕਦੇ? ਨਹੀਂ, ਇੱਦਾਂ ਹੀ ਆ ਸੰਧਾਲੀਆ ਸਾਹਿਬ। ਬਾਕੀ ਸਜ਼ਾ ਨਹੀਂ ਹੋ ਸਕੀ, ਸਜ਼ਾ ਸੁਣਾਉਣੀ ਸੀ, ਦੋਸ਼ੀ ਕਰਾਰ ਦੇ ਦਿੱਤਾ ਆ। ਉਹ 18 ਤਰੀਕ ਤੇ ਗੱਲ ਚਲੇਗੀ, ਕਿਉਂਕਿ ਇੰਨੇ ਕੁ ਤਾਂ ਕਹਿਤਾ ਨਰਮੀ ਵਰਤੋਂ 4 ਬੰਦੇ ਹੋਰ ਸੀ ਜਿਹੜੇ ਅਦਾਲਤ ਦੇ ਵਿੱਚ ਖੜੇ ਸੀ। ਅਜੇ ਉਹਨਾਂ ਨੇ ਵੀ ਆਪਣਾ ਪੱਖ ਰੱਖਣਾ ਸੀ, ਉਹ ਕਹਿੰਦੇ ਜੀ ਅਸੀਂ ਤਿਆਰ ਨਹੀਂ। ਹੁਣ ਪੱਖ ਇਸ ਗੱਲ ਤੇ ਨਹੀਂ ਕਿ ਦੋਸ਼ੀ ਹੈ ਜਾਂ ਦੋਸ਼ ਮੁਕਤ ਹੈ, ਪੱਖ ਸਿਰਫ ਇਸ ਗੱਲ ਤੇ ਕਿ ਸਜ਼ਾ ਕਿੰਨੀ ਕੁ ਹੋਵੇ। ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਇਸ ਦੋਸ਼ ਦੇ ਤਹਿਤ ਇੰਨੀ ਜਾਂ ਇੰਨੀ ਸਜ਼ਾ ਦਿੱਤੀ ਜਾ ਸਕਦੀ।
ਹੁਣ ਇੰਨੀ ਕੁ ਦੇਣੀ ਜਾਂ ਸਜ਼ਾ ਸਿਰੇ ਵਾਲੀ ਦੇਣੀ ਹੈ, ਉਹਦੇ ਤੇ ਚਰਚਾ ਚੱਲਦੀ ਹੈ। 18 ਤਰੀਕ ਨੂੰ ਲੱਗਦਾ ਹੈ ਕਿ ਕੰਮ ਨਿਬੜ ਜਾਊਗਾ। ਨਹੀਂ, ਇਹ ਗੱਲ ਵਾਕਿਆ ਆਪਾਂ ਕਲੀਅਰ ਕਰ ਦਈਏ, ਕਿਉਂਕਿ ਨਾ ਉਦੋਂ ਬਾਅਦ ਇੱਕ ਪ੍ਰਚਾਰ ਵੱਖਰੀ ਤਰ੍ਹਾਂ ਦਾ ਕਰ ਦਿੱਤਾ ਗਿਆ ਸੀ। ਉਹ ਕਹਿੰਦੇ ਵੀ ਦੇਖੋ ਆ ਤਾਂ ਕਲੀਅਰ ਹੋ ਗਈ ਗੱਲ, ਹੁਣ ਨਹੀਂ ਸਜ਼ਾ ਹੋ ਸਕਦੀ ਇਸ ਕੇਸ ਦੇ ਵਿੱਚ। ਅਦਾਲਤ ਨੂੰ ਉੱਥੇ ਜਾ ਕੇ ਸਬੂਤ ਪ੍ਰੂਫ ਹੀ ਇੱਦਾਂ ਦੇ ਦਿੱਤੇ। ਸਬੂਤ ਪ੍ਰੂਫ ਤੇ ਉਦੋਂ ਤੱਕ ਦਿੱਤੇ ਜਾਣੇ ਜਦੋਂ ਤੱਕ ਉਹ ਦੋਸ਼ੀ ਨਹੀਂ ਸੀ ਮੰਨਿਆ ਜਾਣਾ। ਹੁਣ ਤੇ ਸਬੂਤ ਪ੍ਰੂਫ ਨਹੀਂ, ਹੁਣ ਤੇ ਸਿਰਫ ਇਸ ਚੀਜ਼ ਦੇ ਉੱਪਰ ਬਹਿਸ ਹੈ ਵੀ ਓਕੇ ਜੀ ਇਸ ਬੰਦੇ ਨੇ ਆਹ ਗੁਨਾਹ ਕੀਤਾ ਤੇ ਇਸ ਗੁਨਾਹ ਲਈ ਸਜ਼ਾ ਕਿੰਨੀ ਦਈਏ, ਬਾਹ ਕਿੰਨੀ ਮਰੋੜਨੀ ਆ। ਮਤਲਬ ਦੇਸੀ ਤਰੀਕੇ ਨਾਲ ਵੇਖ ਲਈਏ ਵੀ ਮਾਸਟਰ ਆ, ਮਾਸਟਰ ਦੇ ਸਾਹਮਣੇ ਹੁਣ ਜਵਾਕ ਆ ਤੇ ਹੁਣ ਮਾਸਟਰ ਦੇ ਸਾਹਮਣੇ ਅਪੀਲ ਦਲੀਲ ਉਹ ਜਵਾਕ ਕਰ ਰਿਹਾ ਜੀ, ਬੱਤੀ ਨਹੀਂ ਆਈ ਰਾਤੀ ਜੀ, ਫਿਊਜ਼ ਉੱਡ ਗਿਆ ਜੀ, ਫਿਰ ਮੈਂ ਕੰਮ ਨਹੀਂ ਕਰ ਸਕਿਆ ਜੀ, ਹੈ ਨਾ। ਹੁਣ ਮਾਸਟਰ ਇਹ ਸੋਚੂਗਾ ਵੀ ਇਹਨੂੰ ਹੁਣ ਮੁਰਗਾ ਬਣਾਉਣਾ, ਬਾਹਾਂ ਖੜੀਆਂ ਕਰਨੀਆਂ, 2 ਵੈਸੇ ਲਾਉਣੀਆਂ ਜਾਂ ਫਿਰ ਡੰਡਾ ਮੰਗਾ ਲੈਣਾ। ਇਹ ਉਦੋਂ 18 ਨੂੰ ਕਲੀਅਰ ਹੋਣਾ। ਮੁਰਗੇ ਵਾਲੀ ਗੱਲ ਨਹੀਂ ਕੀਤੀ। ਨਹੀਂ, ਮੈਂ ਤਾਂ ਪਹਿਲਾਂ ਸ਼ੁਰੂ ਕਿਹਾ ਵੀ ਮੁਰਗਾ ਬਣਾਉਣਾ, ਕੰਨ ਫੜਾਉਣਾ, ਬਾਹਾਂ ਖੜੀਆਂ ਕਰਾਉਣੀਆਂ। ਵੀ ਨਹੀਂ, ਜਦੋਂ ਡੰਡਾ ਆਇਆ ਤਾਂ ਡੰਡੇ ਦਾ ਵੀ ਹੁੰਦਾ ਵੀ ਮੁਰਗਾ ਬਣੇ ਦੇ ਡੰਡੇ। ਇਹ ਤੇ ਫਿਰ ਹੁਣ ਮਤਲਬ ਅਗਲੇ ਲੈਵਲ ਹੈ ਨਾ। ਚਲੋ ਸੰਧਾਲੀਆ ਸਾਹਿਬ, ਇੱਕ ਇੱਥੇ ਗੱਲ ਹੈਗੀ ਆ, ਹੁਣ 18 ਤਰੀਕ ਤੱਕ ਸਾਨੂੰ ਇੰਤਜ਼ਾਰ ਕਰਨਾ ਪਊਗਾ, ਪਰ ਭਾਰਤ ਭਰ ਦੇ ਵਿੱਚ ਜਿਹੜਾ ਵੀ ਬੰਦਾ ਚਿੱਟੇ ਕੱਪੜੇ ਪਾ ਕੇ ਉਹ ਲੋਕਾਂ ਦੇ ਸਾਹਮਣੇ ਚੰਗਾ ਬਣ ਕੇ ਅੰਦਰ ਖਾਤੇ ਕੋਈ ਇਦਾਂ ਦਾ ਕੰਮ ਕਰਦਾ ਹੈ, ਦੇਰ ਸਵੇਰ ਡਿੱਕੇ ਆ ਜਾਣਾ। ਕੋਈ ਨਾ ਕੋਈ ਉਹ ਸਾਰੇ ਸਮਝਣ ਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋ, ਪੱਲੇ ਤੁਹਾਡੇ ਕੁਝ ਨਹੀਂ ਹੁੰਦਾ, ਲੋਕਾਂ ਦੇ ਚੜਾਵੇ ਦੇ ਨਾਲ ਤੁਸੀਂ ਵੱਡੇ ਬਣਦੇ ਹੋ, ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਹਨਾਂ ਦਾ ਖੂਨ ਚੂਸਦੇ ਹੋ ਤੇ ਲੋਕਾਂ ਨੂੰ ਦਿਖਾਉਂਦੇ ਹੋ ਕਿ ਅਸੀਂ ਖੂਨ ਦਾਨ ਕਰਦੇ ਹਾਂ। ਜੇ ਗੁਰਮੀਤ ਰਾਮ ਰਹੀਮ ਅੜਿੱਕੇ ਆ ਸਕਦਾ, 1 2 3 ਕੇਸਾਂ 'ਚ ਅੜਿੱਕੇ ਆ ਗਿਆ, ਚੌਥੇ 'ਚ ਆਉਣ ਵਾਲਾ ਤਾਂ ਕੋਈ ਵੀ ਆ ਸਕਦਾ, ਕਿਉਂਕਿ ਜ਼ਰੂਰੀ ਨਹੀਂ ਕਿ ਰਾਮਚੰਦਰ ਛਤਰਪਤੀ ਇਕੱਲਾ ਇੱਕੋ ਹੀ ਸੀ, ਜ਼ਰੂਰੀ ਨਹੀਂ ਕਿ ਰਣਜੀਤ ਸਿੰਘ ਇਕੱਲਾ ਇੱਕੋ ਹੀ ਸੀ, ਜ਼ਰੂਰੀ ਨਹੀਂ ਕਿ ਚਿੱਠੀ ਲਿਖਣੀ ਇਕੱਲੀਆਂ ਉਹਨਾਂ 2 ਕੁੜੀਆਂ ਨੂੰ ਆਉਂਦੀ ਸੀ, ਜ਼ਰੂਰੀ ਨਹੀਂ ਕਿ ਗਵਾਹੀ ਦੇਣ ਵਾਲਾ ਇਕੱਲਾ ਖੱਟਾ ਸੂਈ ਸੀ, ਜ਼ਰੂਰੀ ਨਹੀਂ ਕਿ ਭਾਈ ਜੱਜ ਇੱਕੋ ਹੀ ਜਗਦੀਪ ਸੂਈ ਚੰਗਾ। ਇਸ ਕਰਕੇ ਕੋਈ ਵੀ ਬੰਦਾ ਜਿਹੜਾ ਮਾੜਾ ਚੰਗਾ ਕੰਮ ਕਰਦਾ ਉਹਨੇ ਅੜਿੱਕੇ ਦੇਰ ਸਵੇਰ ਆ ਹੀ ਜਾਣਾ। ਤੇ ਆਮ ਲੋਕਾਂ ਦੇ ਲਈ, ਸਾਡੇ ਤੁਹਾਡੇ ਲਈ ਸੰਧਾਲੀਆ ਸਾਹਿਬ, ਇਹ ਇੱਕ ਖਬਰ ਹੈ ਕਿ 18-19 ਸਾਲ ਪਹਿਲਾਂ ਮਰਵਾ ਦਿੱਤਾ ਗਿਆ ਸੀ ਡੇਰੇ ਦਾ ਮੈਨੇਜਰ। ਉਹਦੇ ਤੋਂ ਬਾਅਦ ਉਹਦੇ ਪਰਿਵਾਰ ਨੇ ਕੇਸ ਲੜਿਆ, ਕਈਆਂ ਨੇ ਗਵਾਹੀਆਂ ਦਿੱਤੀਆਂ, ਦੇਖੋ ਜੀ ਅੜਿੱਕੇ ਆ ਗਿਆ। ਉਹਦੇ ਨਿਆਣੇ ਛੋਟੇ-ਛੋਟੇ ਸੀ, ਬਹੁਤ ਛੋਟੇ-ਛੋਟੇ, ਤੇ ਜਦੋਂ ਉਦੋਂ ਦੀ ਉਹਦੇ ਘਰ ਦੇ ਵਿੱਚ ਪੁਲਿਸ ਚੌਂਕੀ ਹੈ। ਤੁਸੀਂ ਇਹ ਦੇਖੋ ਕਿ ਉਹਦੇ ਘਰ ਕੋਈ ਬੰਦਾ ਬਿਨਾਂ ਆਗਿਆ ਤੇ ਬਿਨਾਂ ਜਾਣ ਪਛਾਣ ਤੇ ਜਾ ਵੀ ਨਹੀਂ ਸਕਦਾ। ਉਹਦੇ ਨਿਆਣੇ ਬਾਹਰ ਤਾਂ ਨਹੀਂ ਖੇਡੇ ਹੋਣੇ, ਜਿਹੜੇ ਉਹਦੇ ਪਿਓ ਨੂੰ ਮਰਾ ਸਕਦੇ ਆ ਤਾਂ ਉਹਦੇ ਬੱਚਿਆਂ ਨੂੰ ਵੀ ਤਾਂ ਚੱਕ ਹੀ ਸਕਦੇ ਸੀ। ਉਹਦੇ ਨਿਆਣੇ ਕਰਿਆਨਾ ਲੈਣ ਆਪ ਤਾਂ ਨਹੀਂ ਜਾਂਦੇ ਹੋਣੇ, ਅੱਜ ਵੀ ਉਹਦੇ ਘਰੇ ਪੁਲਿਸ ਦਾ ਪਹਿਰਾ। ਤੇ ਉਸ ਪਰਿਵਾਰ ਨੇ ਪਿਛਲੇ 12-14 ਸਾਲ ਕੇਸ ਲੜਦਿਆਂ, ਗਵਾਹੀਆਂ ਭੁਗਤਾਉਂਦਿਆਂ, ਵਕੀਲਾਂ ਕੋਲ ਜਾਂਦਿਆਂ, ਅਦਾਲਤਾਂ ਜਾਂਦਿਆਂ, ਪੁਲਿਸ ਦੀਆਂ ਬੰਦੂਕਾਂ ਦੇ ਹੇਠ ਦਿਨ ਕਿੱਦਾਂ ਕੱਟੇ ਹੋਣੇ ਆ। ਗੁਰਮੀਤ ਰਾਮ ਰਹੀਮ ਜਦੋਂ ਇਹ ਕਹਿੰਦਾ ਸੀ ਕਿ ਨਰਮੀ ਥੋੜੀ ਜਿਹੀ ਵਰਤੋ, ਤੂੰ ਉਹਨਾਂ ਦਾ ਬਚਪਨ ਖੋਹ ਲਿਆ, ਤੂੰ ਉਹਨਾਂ ਦੇ ਸਿਰ ਤੋਂ ਪਿਓ ਦਾ ਸਾਇਆ ਖੋਹ ਲਿਆ, ਤੇ ਹੁਣ ਤੂੰ ਕਹਿੰਦਾ ਨਰਮੀ ਵਰਤੋ। ਉਦੋਂ ਖਿਆਲ ਕਰਨਾ ਚਾਹੀਦਾ ਸੀ। ਨਹੀਂ, ਇਹ ਗੱਲਾਂ ਉੱਥੇ ਕਹੀਆਂ ਕਹਿੰਦੇ ਵਕੀਲ ਸਾਹਿਬ ਨੇ, ਉਹ ਕਹਿੰਦੇ ਵੀ ਅਦਾਲਤ ਜਿਹੜੀ ਹੈ ਉਹ ਭੂਰਾ ਵੀ ਇਹ ਨਾ ਸੋਚੇ ਵੀ ਇਹ ਬੰਦਾ ਕੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਆਹ ਸਾਰੇ ਪ੍ਰਬੰਧ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਿਸੇ ਨੂੰ ਸਜ਼ਾ ਦੇਣ ਦੇ ਲਈ ਐਕਸਟਰਾ ਕੀਤੇ ਗਏ ਆ ਵੀ ਜਿਹੜੇ ਬੰਦਿਆਂ ਨੇ ਉਹ ਆਪਣਾ ਇਨਸਾਫ ਲੈਣਾ ਉਹਨਾਂ ਨੂੰ ਕਿਤੇ ਕੋਈ ਨਾ ਕੋਈ ਨੁਕਸਾਨ ਪਹੁੰਚਾ ਦੇ। ਸੋ ਮੇਰੇ ਖਿਆਲ ਨਾਲ ਇਹ ਚੀਜ਼ਾਂ ਵੀ ਚਲੋ ਅਦਾਲਤ ਸਾਹਮਣੇ ਰੱਖੂਗੀ। ਪਰ ਇੱਕ ਗੱਲ ਹੈ ਵਾਟ ਸਾਹਿਬ, 12 ਨੂੰ ਯੂਪੀ ਵਾਲਾ ਸ਼ਰਧਾਂਜਲੀ ਸਮਾਗਮ ਸੀ, 12 ਨੂੰ ਇਹਦੀ ਸਜ਼ਾ ਸੀ, ਇੱਧਰੋਂ ਇਹ ਮੁਲਤਵੀ ਹੋ ਗਿਆ। ਤੇ ਉੱਧਰਲੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਵੀ ਜਿਹੜੀ ਚੀਜ਼ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਹਿੰਦੇ ਸੀ ਵੀ ਆਪਾਂ ਚਾਹੁੰਦੇ ਹਾਂ ਵੀ ਸਾਰਾ ਕੁਝ ਹੋ ਜਾਵੇ, ਉਹ ਵੀ ਗੱਲ ਕਿਸੇ ਪਾਸੇ ਨਹੀਂ ਲੱਗੀ। ਤਾਂ ਹੁਣ ਜੇ 18 ਨੂੰ ਇੱਧਰ ਸੁਣਵਾਈ ਹੈ, ਤੇ ਜੇ ਮੈਂ ਗਲਤ ਨਹੀਂ 18 ਨੂੰ ਰੇਲਾਂ ਰੋਕਣ ਵਾਲਾ ਪ੍ਰੋਗਰਾਮ, ਯਾਨੀ ਕਿ ਤਰੀਕਾ ਨਾਲ ਚੱਲਦੀਆਂ ਪਈਆਂ, ਜੁੜੀ ਜਾਂਦਾ ਜੀ ਕੰਮ ਕਿਤੇ ਨਾ ਕਿਤੇ। ਹੁਣ ਤੁਸੀਂ ਦੇਖੋ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਹੈ, ਉੱਥੇ ਮੰਗ ਤਾਂ ਇੱਕੋ ਹੀ ਸੀ ਕਿ ਭਾਈ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢੋ। ਰਕੇਸ਼ ਟਕੈਤ ਨੇ 4 ਕਿਸਾਨ ਤੇ 5ਵਾਂ ਪੱਤਰਕਾਰ ਪੰਜਾਂ ਦਾ ਸਾਂਝਾ ਸ਼ਰਧਾਂਜਲੀ ਸਮਾਰੋਹ ਉੱਥੇ ਸੰਬੋਧਨ ਕਰਦਿਆਂ ਕਿਹਾ ਕਿ ਦੱਸੋ ਤੁਹਾਡੇ ਚੋਂ ਕਿਹੜਾ ਬੰਦਾ ਮੰਨਦਾ ਕਿ ਮੰਤਰੀ ਦਾ ਪੁੱਤ ਹੋਵੇ, ਪੁਲਿਸ ਕਸਟਡੀ 'ਚ ਹੋਵੇ, ਰਿਮਾਂਡ ਤੇ ਹੋਵੇ, ਤਾਂ ਮੰਤਰੀ ਦੇ ਪੁੱਤ ਤੋਂ ਕਿਹੜਾ ਅਧਿਕਾਰੀ ਜਿਹੜਾ ਇਮਾਨਦਾਰੀ ਨਾਲ ਪੁੱਛ ਪੜਤਾਲ ਕਰ ਲੂਗਾ? ਕੀ ਕੋਈ ਅਧਿਕਾਰੀ ਸਖਤੀ ਕਰ ਲਊ? ਕੀ ਕੋਈ ਅਧਿਕਾਰੀ ਉਹਨੂੰ ਸਵਾਲ ਪੁੱਛਣ ਦੀ ਹਿੰਮਤ ਕਰ ਲਊ? ਕੀ ਕੋਈ ਅਧਿਕਾਰੀ ਜਿੱਦਾਂ ਬਾਕੀ ਕਿਸੇ ਕਥਿਤ ਅਪਰਾਧੀ ਦੇ ਨਾਲ ਵਿਵਹਾਰ ਕਰਦਾ ਕਿ ਮੰਤਰੀ ਦੇ ਪੁੱਤ ਦੇ ਨਾਲ ਉਦਾਂ ਉਹ ਵਿਵਹਾਰ ਕਰ ਲੂ? ਉਹਨਾਂ ਦੇ ਕਹਿਣ ਦਾ ਭਾਵ ਸੀ ਹੋ ਨਹੀਂ ਸਕਦਾ ਕਿ ਜਿੰਨੀ ਦੇਰ ਬਾਪੂ ਮੰਤਰੀ ਮੰਡਲ ਦੇ ਵਿੱਚ ਹੈ, ਡਿਪਾਰਟਮੈਂਟ ਵੀ ਉਹ ਆ ਜਿਹਦੇ ਅਧੀਨ ਉਹ ਸਾਰੀ ਪ੍ਰਕਿਰਿਆ ਆਉਂਦੀ ਹੈ, ਕਿ ਉਨੀ ਦੇਰ ਸੂਤ ਨਹੀਂ ਆਉਣਾ, ਇਮਾਨਦਾਰੀ ਦੇ ਨਾਲ ਕੰਮ ਅੱਗੇ ਚੱਲਣਾ ਨਹੀਂ। ਤੇ ਮੰਗ ਇਹੀ ਸੀ ਕਿ ਅਜੇ ਮਿਸ਼ਰਾ ਮੰਤਰੀ ਮੰਡਲ 'ਚੋਂ ਅਸਤੀਫਾ ਦੇਵੇ ਜਾਂ ਉਹਨੂੰ ਬਾਹਰ ਕੱਢਿਆ ਜਾਵੇ। ਨਾ ਅਗਲੇ ਨੇ ਅਸਤੀਫਾ ਦਿੱਤਾ, ਨਾ ਉਹਨਾਂ ਨੇ ਬਾਹਰ ਕੱਢਿਆ। ਇਹਦਾ ਮਤਲਬ ਹੈ ਉਹ ਕਹਿੰਦੇ ਬੈਠੇ ਰਹੋ, ਕਰੋ ਜੋ ਕਰਦੇ ਆ, ਅਸੀਂ ਆਪ ਦਾ ਬੰਦਾ ਨਹੀਂ ਬਾਹਰ ਕੱਢਦੇ। ਬੰਦਾ ਫੜਨਾ ਸੀ ਫੜ ਲਿਆ ਤੁਸੀਂ, ਉਹਦੇ ਤੋਂ ਹੁਣ ਇਨਸਾਫ ਜੇ ਮਿਲ ਜੂਗਾ ਤਾਂ ਠੀਕ ਆ, ਨਹੀਂ ਤਾਂ ਨਾ ਸਹੀ। ਪਰ ਜਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚੋਂ ਲੋਕ ਸ਼ਰਧਾਂਜਲੀ ਸਮਾਗਮ 'ਚ ਇਕੱਠੇ ਹੋਏ
ਥਾਂ ਤੋਂ ਰਿਪੋਰਟਾਂ ਆਈਆਂ ਕਿ ਰੋਕਾਂ ਲਾਈਆਂ ਗਈਆਂ, ਥਾਂ ਤੋਂ ਰਿਪੋਰਟਾਂ ਆਈਆਂ ਕਿ ਕਿਸਾਨ ਲੀਡਰਾਂ ਨੂੰ ਵੀ ਉੱਥੇ ਜਾਣੋਂ ਰੋਕਿਆ ਗਿਆ, ਉਹਨਾਂ ਨੂੰ ਲੇਟ ਕੀਤਾ ਗਿਆ। ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਦਾ ਇਕੱਠ ਹੋਇਆ, ਜਯੰਤ ਚੌਧਰੀ ਵੀ ਉੱਥੇ ਗਿਆ, ਬੀਬੀ ਪ੍ਰਿਯੰਕਾ ਗਾਂਧੀ ਉੱਥੇ ਗਈ, ਸਮਾਜਵਾਦੀ ਪਾਰਟੀ ਦੇ ਲੀਡਰ ਗਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਰਹਿ ਚੁੱਕੇ ਪ੍ਰਧਾਨ ਜਾਂ ਹੋਣ ਵਾਲੇ ਜੋ ਮਰਜ਼ੀ ਕਹਿ ਲਓ, ਸਿਰਸਾ ਸਾਹਿਬ ਗਏ, ਇਹਦੇ ਤੋਂ ਬਿਨਾਂ ਬੈਂਸ ਭਰਾ ਗਏ, ਬੜੇ ਹੋਰ ਬੰਦੇ ਗਏ, ਸਿਆਸੀ ਲੀਡਰ ਜਿਨ੍ਹਾਂ ਨੂੰ ਉਹਨਾਂ ਨੇ ਮੰਚ ਤੇ ਨਹੀਂ ਬਿਠਾ ਲਿਆ ਕਿ ਠੀਕ ਹੈ ਮੱਥਾ ਟੇਕੋ, ਸ਼ਰਧਾਂਜਲੀ ਸਮਾਰੋਹ, ਅੰਤਮ ਅਰਦਾਸ ਹੈ, ਪੰਡਾਲ 'ਚ ਬੈਠੋ ਜਿੱਥੇ ਬਾਕੀ ਲੋਕ ਬੈਠੇ ਨੇ। ਪਰ ਇਹਨਾਂ ਸਾਰਿਆਂ ਦਾ ਉੱਥੇ ਜਾਣਾ ਇਹ ਸਾਫ਼ ਕਰਦਾ ਕਿ ਇਹ ਲੜਾਈ ਭਾਵੇਂ ਕਿਸਾਨਾਂ ਦੀ ਆਮ ਬੰਦੇ ਦੀ ਹੈ, ਪਰ ਕਿਉਂਕਿ ਯੂਪੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਗਲਿਆਂ ਨੇ ਪਿੱਛੇ ਵੀ ਖੜ ਕੇ ਭਾਵੇਂ ਲੜਨ, ਪਰ ਲੜਨ ਨਹੀਂ ਨਾਲ ਹੋ ਗਿਆ। ਨਹੀਂ ਬਿਲਕੁਲ ਸਹੀ ਗੱਲ ਹੈ। ਪਰ ਇਹਦੇ 'ਚ ਨਾ ਦੇਖੋ ਇੱਕ ਚੀਜ਼ ਆ ਜਿਹੜੀ ਮੇਰਾ ਖਿਆਲ ਦੇਖਣ ਵਾਲੀ, ਤੁਸੀਂ ਤੇ ਕਿਹਾ ਨਾ ਵੀ ਮੰਤਰੀ ਆ ਤੇ ਉਹਦੇ ਕੋਲੋਂ ਪੁੱਛੂ ਕਿ ਨਹੀਂ ਪੁੱਛੂ। ਵੈਸੇ ਮੈਂ ਸੋਚਦਾ ਸੀ ਵੀ ਇਹ ਗੱਲ ਰਕੇਸ਼ ਟਕੈਤ ਨੂੰ ਉਸ ਪਲੇਟਫਾਰਮ ਤੇ ਕਹਿਣ ਦੀ ਲੋੜ ਹੈਗੀ, ਇਹ ਤੇ ਹਰੇਕ ਬੰਦੇ ਨੂੰ ਵੈਸੇ ਚਾਨਣ ਹੋ ਜਾਣਾ ਚਾਹੀਦਾ। ਕਿਉਂਕਿ ਇੱਥੇ ਤੇ ਤੁਸੀਂ ਇਹ ਦੇਖੋ ਨਾ ਵੀ ਮੋਟਰਸਾਈਕਲ ਦੇ ਉੱਪਰ ਜੇ 3 ਭੂੰਡ ਆਉਂਦੇ ਆ, ਰੋਕਿਆ ਮੰਨ ਲਓ, ਉਦੋਂ ਬਾਅਦ ਨਾਲ ਦੀ ਨਾਲ ਇੱਕ ਅੱਧੇ ਨੇ ਫੋਨ ਕਰ ਲਿਆ, ਤੈਨੂੰ ਪਤਾ ਮੈਂ ਕੌਣ ਆ। ਮਤਲਬ ਜਿੱਥੇ ਆਪਾਂ ਇੱਕ ਮਾਮੂਲੀ ਲਾਇਸੈਂਸ ਵਿਖਾਉਣ ਤੋਂ ਪਹਿਲਾਂ ਹੀ ਆਪਾਂ ਦੱਸਣਾ ਚਾਹੁੰਦੇ ਵੀ ਮੈਂ ਕੌਣ ਆ, ਤੇ ਜਿਹਦਾ ਪਿਓ ਮੰਤਰੀ ਆ ਉਹ ਵੀ ਕੇਂਦਰ ਦੇ ਵਿੱਚ, ਤੇ ਉਹਦੇ ਸਾਹਮਣੇ ਜਦੋਂ ਅਧਿਕਾਰੀ ਪੁੱਛ ਕੇ ਆਊਗਾ ਵੀ ਹਾਂ ਬਈ ਤੂੰ ਦੱਸ ਇੱਦਾਂ ਕੀਤਾ, ਤੇ ਅਗਲਾ ਜਵਾਬ ਦੇਣ ਦੀ ਵੀ ਇਹ ਨਹੀਂ ਕਹੂਗਾ ਅੱਛਾ ਕਿਹੜੇ ਰੈਂਕ ਤੇ ਆ ਤੂੰ ਤੇ ਕਿਹੜੇ ਥਾਣੇ ਜਾਂ ਤੂੰ ਬਈ, ਉਦੋਂ ਬਾਅਦ ਅਗਲਾ ਦੂਸਰਾ ਸਵਾਲ ਕਰੂਗਾ ਕਿਉਂ ਉਹਨੂੰ। ਨਹੀਂ ਇਹ ਸਵਾਲ ਵੀ ਕਰਨਾ, ਮੈਂ ਤਾਂ ਇਹ ਵੀ ਸੋਚਦਾ ਸੀ ਜਿੰਨੇ ਕੁ ਪੁਰਾਣੇ ਕੇਸ ਉਹਨਾਂ ਤੇ ਦਰਜ ਹੋਏ, ਕਈਆਂ 'ਚੋਂ ਬਰੀ ਹੋ ਗਏ, ਕਈਆਂ ਦੇ ਫੈਸਲੇ ਰਾਖਵੇਂ ਆ, ਕਈਆਂ ਨੇ ਗਵਾਹੀਆਂ ਦੇਣੀਆਂ, ਕਈ ਬੰਦੇ ਚਸ਼ਮਦੀਦ ਗਵਾਹ ਹੋਣੇ ਆ, ਕਈਆਂ ਨੇ ਹੋਰ ਅਲਮ ਪਰਲਮ ਜਾਣਕਾਰੀ ਉੱਥੇ ਦੇਣੀ ਹੈ। 4 ਬੰਦੇ ਅਗਲੇ ਦੇ ਘਰੇ ਜਾ ਕਹਿਣਗੇ ਕਿ ਠੀਕ ਹੈ ਜਿੱਥੇ 4 ਚੱਲਦੇ 5 ਚੱਲੀ ਜਾਣਗੇ, ਤੁਸੀਂ ਆਪਣਾ ਹਿਸਾਬ ਕਿਤਾਬ ਲਾਓ, ਆਰਾਮ ਨਾਲ ਖੇਤੀ ਕਰਦੇ ਹੋ, ਆਰਾਮ ਨਾਲ ਕੰਮ ਕਰਦੇ ਹੋ। ਇਹ ਧਮਕੀਆਂ ਜਾਣੀਆਂ, ਕਿਉਂਕਿ ਕੇਸ ਤਾਂ ਸਬੂਤਾਂ ਤੇ ਜਿਹੜੇ ਗਵਾਹ ਨੇ ਉਹਨਾਂ ਦੀ ਬੁਨਿਆਦ ਦੇ ਉੱਤੇ ਖੜਨਾ, ਉਹ ਬੰਦੇ ਨੇ। ਤੇ ਉਸ ਇਲਾਕੇ ਦੇ ਵਿੱਚ ਤੁਸੀਂ ਇਹ ਦੇਖੋ ਨਾ ਕਿ ਹਾਲਾਤ ਕਿੱਦਾਂ ਦੇ ਆ, ਕੋਈ ਬੰਦਾ ਬੋਲਣ ਨੂੰ ਤਿਆਰ ਤਾਂ ਨਹੀਂ। ਮੈਂ ਇੱਕ ਗੱਲੋਂ ਹੋਰ ਹੈਰਾਨ ਸੀ, ਰਕੇਸ਼ ਟਕੈਤ ਨੇ ਕਈ ਵਾਰੀ ਕਿਹਾ ਕਿ ਇੱਕ ਬਹੁਤ ਵੱਡਾ ਲੀਡਰ ਆ ਇੱਥੇ ਦਾ ਨਾਂ ਲੈ ਕੇ ਕਿਹਾ, ਕਹਿੰਦੇ ਆ ਜੀ ਨੇਪਾਲ ਦੇ ਵਿੱਚ ਖਾਦ ਦੀ ਤਸਕਰੀ ਕਰਦਾ ਸੀ, ਕਹਿੰਦੇ ਆ ਜੀ ਲੱਕੜ ਦੀ ਤਸਕਰੀ ਕਰਦਾ ਸੀ, ਬੜਾ ਕੁਛ ਆਖਿਆ। ਅੱਜ ਤੱਕ ਕਿਸੇ ਨੇ ਮਾਣਹਾਨੀ ਦਾ ਦਾਅਵਾ ਹੀ ਨਹੀਂ ਕੀਤਾ। ਜਿਹੜਾ ਬੰਦਾ ਸੱਚਾ ਹੈ, ਜੇ ਉਹਨੇ ਕੋਈ ਗਲਤ ਕੀਤਾ ਹੀ ਨਹੀਂ, ਉਹਦਾ ਨਾਂ ਲੈ ਕੇ ਕੋਈ ਕਿਸਾਨਾਂ ਦਾ ਲੀਡਰ ਏਡੇ ਵੱਡੇ ਦੋਸ਼ ਲਾ ਦੇਵੇ ਕਿ ਚਰਚਾ ਚੱਲਦੀ ਹੈ, ਮਿੰਟ ਇੱਕ ਲੱਗਦਾ ਵਕੀਲ ਅਗਲਿਆਂ ਦੇ ਕੋਲ ਕਿ ਮਾਣਹਾਨੀ ਦਾ ਕੇਸ ਕਰ ਦਿਓ। ਅਜੇ ਤੱਕ ਉਸ ਮੁੱਦੇ ਤੇ ਕੋਈ ਕੂੰਦਾ ਹੀ ਨਹੀਂ, ਕੁਸਕਦਾ ਹੀ ਨਹੀਂ, ਚੀਂ-ਚਾਂ ਕੋਈ ਕਰਦਾ ਹੀ ਨਹੀਂ। ਇਹ ਤਾਂ ਹੁਣ ਆਮ ਲੋਕ ਕੀ ਸਮਝਣ, ਆਪਣੇ ਆਪ ਪਤਾ ਲੱਗਣਾ ਚਾਹੀਦਾ। ਨਹੀਂ ਇਹ ਤਾਂ ਗੱਲ ਹੈਗੀ ਆ। ਬਾਕੀ ਇੱਕ ਗੱਲ ਉਹ ਉੱਥੇ ਹੋਰ ਵੀ ਮੇਰੇ ਖਿਆਲ ਰਾਜੇਵਾਲ ਸਾਹਿਬ ਦਾ ਜਿਹੜਾ ਬਿਆਨ, ਉਹਦੀ ਵੀ ਗੱਲ ਕਰਨੀ ਬਣਦੀ ਹੈ, ਕਿਉਂਕਿ ਜਿਹੜਾ ਪਿਛਲੇ ਦਿਨ ਇਹ ਚਰਚਾ ਕੱਲ੍ਹ ਦੀ ਉਹ ਚੱਲਣ ਲੱਗੀ ਖੈਰ ਜਿਆਦੀ ਦਾ, ਵੀ ਜਿਹੜਾ ਇਹ ਇੱਕ ਰੰਗਤ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਦੇਖੋ ਜੀ ਇਹ ਪਾਰਟੀਕੂਲਰ ਜਿਹੜੇ ਹਿੰਦੂ ਧਰਮ ਨਾਲ ਰਿਲੇਟਡ ਤੇ ਉਹ ਦਿਨ ਤਿਉਹਾਰ ਨੇ, ਉਹਨਾਂ ਨੂੰ ਮੁੱਖ ਰੱਖ ਕੇ ਤੇ ਕਿਸਾਨਾਂ ਵੱਲੋਂ ਜਾਂ ਕਿਸਾਨ ਅੰਦੋਲਨ ਦੇ ਲੀਡਰਾਂ ਵੱਲੋਂ ਪ੍ਰੋਗਰਾਮ ਦਿੱਤਾ ਜਾਂਦਾ, ਤੇ ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਵੀ ਟਕਰਾਅ ਵਾਲੀ ਗੱਲ ਬਣ ਸਕਦੀ ਆ, ਜਾਂ ਇਹ ਕਹਿ ਲਓ ਕਿ ਵੀ ਬੇਅਦਬੀ ਕਰਨ ਵਾਲੀ ਗੱਲ ਬਣ ਸਕਦੀ ਹੈ। ਹੁਣ ਰਾਜੇਵਾਲ ਸਾਹਿਬ ਜਿਹੜਾ ਉੱਥੇ ਗੱਲ ਕਲੀਅਰ ਕੀਤੀ, ਉਹ ਕਹਿੰਦੇ ਵੀ ਦੇਖੋ ਵਿਰੋਧ ਤੇ ਅਸੀਂ ਪ੍ਰਗਟ ਕਰਨਾ, ਇਹ ਤਾਂ ਤੁਸੀਂ ਭੁੱਲ ਜਾਓ ਵੀ ਆਪਾਂ ਜਿਹੜਾ ਪ੍ਰੋਗਰਾਮ ਦਿੱਤਾ ਆਪਾਂ ਉਹ ਛੱਡ ਦੇਣਾ ਹੈ ਨਾ, ਕਿ ਜੋ ਪ੍ਰਧਾਨ ਮੰਤਰੀ ਦੇ ਪੁਤਲਾ ਫੂਕਣ ਦੀ ਗੱਲ ਕੀਤੀ ਉਹ ਤੋਂ ਕਿ ਕਰਨਾ ਨਾ, ਇਹ ਪਹਿਲੀ ਵਾਰਾਂ ਹੋ ਰਿਹਾ, ਇਹ ਪਹਿਲਾਂ ਵੀ ਹੁੰਦਾ ਰਿਹਾ, ਵੱਖ-ਵੱਖ ਪਾਰਟੀਆਂ ਵੀ ਕਹਿੰਦੀਆਂ ਤੇ ਗਾਂਹ ਵੀ ਕਰਾਂਗੇ। ਜਿਹੜੀ ਉਹਨਾਂ ਨੇ ਇਹ ਨਾਲ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਲੋਕਲੀ ਦੇਖ ਲਿਓ ਵੀ ਦਿਨ ਤਿਉਹਾਰ ਸਮਾਂ ਜਾਂ ਕਦੋਂ ਕਿੱਥੇ ਕਿਵੇਂ ਕਰਨਾ, ਉਹ ਆਪਾਂ ਤੁਹਾਡੇ ਤੇ ਛੱਡ ਦਿੰਦੇ, ਕਿਉਂਕਿ ਆਪਣਾ ਟਕਰਾਅ ਕਿਸੇ ਪਾਸੇ ਵੀ ਨਹੀਂ ਹੋਣਾ ਚਾਹੀਦਾ, ਤੇ ਕੋਈ ਬੰਦਾ ਇਹਨੂੰ ਇਹੋ ਜਿਹਾ ਐਂਗਲ ਨਾ ਦੇਵੇ ਜਿਹੜਾ ਕਿ ਹੈ ਨਹੀਂ। ਮੇਰੇ ਖਿਆਲ ਨਾਲ ਇਹ ਵੀ ਵਧੀਆ ਗੱਲ ਹੈ ਵੀ ਏਡੇ ਵੱਡੇ ਇਕੱਠ 'ਚ ਕਲੀਅਰ ਕਰਤੀ ਉਹਨਾਂ। ਸੰਧਾਲੀਆ ਸਾਹਿਬ ਇਹ ਬਹੁਤ ਇੰਪੋਰਟੈਂਟ ਸੀ, ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚੋਂ ਹੀ ਕਈ ਲੀਡਰ ਕਹਿੰਦੇ ਸੀ ਜੀ ਤੁਸੀਂ ਉਹੀ ਤਿਉਹਾਰ ਲੱਭਾ, ਹਾਲਾਂਕਿ ਖੁਦ ਇਸੇ ਦਿਨ ਦੀ ਵਰਤੋਂ ਕਰਦੇ ਰਹੇ ਆ, ਤੁਸੀਂ ਕੱਲ੍ਹ ਵੀ ਗੱਲ ਕੀਤੀ ਸੀ, ਪਰ ਕਿਉਂਕਿ ਰੰਗਤ ਦੇਣੀ ਹੈ, ਕਿਉਂਕਿ ਉਧਰਲੇ ਪਾਸੇ ਨੂੰ ਤੋਰਨਾ ਹੈ ਕਿ ਭਾਈ ਇੱਕ ਭਾਈਚਾਰਾ ਜਿਹੜਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ, ਇਸ ਗੱਲ ਤੇ ਵਿਰੋਧ ਹੋਇਆ ਜਾਏ ਜੀ ਅਸੀਂ ਤਾਂ ਇਸ ਤਰ੍ਹਾਂ ਮਨਾਉਂਦੇ ਸੀ, ਇਹਨਾਂ ਨੇ ਵਿੱਚ ਆ ਕੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਕਰ ਦਿੱਤੀ ਹੈ। ਇਹ ਫਲੈਕਸੀਬਿਲਿਟੀ, ਇਹ ਲਚਕੀਲਾਪਣ ਹੋਣਾ ਚਾਹੀਦਾ ਕਿ ਭਾਈ ਜੇ ਤੁਹਾਨੂੰ ਸਥਾਨਕ ਪੱਧਰ ਦੇ ਉੱਤੇ ਲੱਗਦਾ ਹੈ ਤੁਸੀਂ ਮਾੜਾ ਮੋਟਾ ਅੱਗੇ ਪਿੱਛੇ ਕਰ ਲਿਓ, ਕਿਉਂਕਿ ਉਹ ਤਾਂ ਦਿਨ ਰੱਖ ਦਿੱਤਾ ਗਿਆ ਸੀ। ਜੇ ਕਿਸੇ ਨੇ 1-2 ਦਿਨ ਅੱਗੇ, ਪੁਤਲੇ ਤਾਂ ਰੋਜ਼ ਹੀ ਫੂਕਦੇ ਆ, ਪੁਤਲੇ ਰੋਜ਼ ਹੀ ਫੂਕ ਹੁੰਦੇ ਆ, ਉਹ ਜਦੋਂ ਰੋਜ਼ ਫੂਕ ਹੁੰਦੇ ਆ। ਹੁਣ ਇਸ ਵਿਰੋਧ ਦੇ ਵਿੱਚੋਂ ਜੇ ਤਾਂ ਕਿਸਾਨ ਲੀਡਰ ਅੜ ਜਾਣ, ਨਹੀਂ ਜੀ ਅਸੀਂ ਕਹਿਤਾ ਤਾਂ ਕਹਿਤਾ, ਐਸ ਲਚਕੀਲੇਪਣ ਦੇ ਕਰਕੇ ਅੰਦੋਲਨ ਇੰਨਾ ਲੰਮਾ ਚੱਲ ਗਿਆ। ਤੇ ਜੇ ਇਹ ਲਚਕੀਲਾਪਣ ਕਿਤੇ ਸਥਾਨਕ ਪੱਧਰ ਦੇ ਉੱਤੇ ਉਹ ਕਹਿਣਗੇ ਯਾਰ ਅਸੀਂ ਕਿਹਾ ਹੀ ਮੰਨ ਗਏ ਆ, ਇਹਨਾਂ ਨੇ ਸਵੇਰੇ ਕਰ ਲਿਆ, ਦੁਪਹਿਰੇ ਕਰ ਲਿਆ, ਜੇ ਇੱਕ ਦਿਨ ਪਹਿਲਾਂ ਕਰ ਲਿਆ, ਜੇ ਇੱਕ ਦਿਨ ਅੱਗੋਂ ਕਰ ਲਿਆ, ਬਣਨੀ ਤਾਂ ਖਬਰ ਹੀ ਹੈ, ਪੈਣਾ ਤਾਂ ਪ੍ਰੈਸ਼ਰ ਹੀ ਹੈ। ਹੋ ਸਕਦਾ ਕਿ ਜਿਹੜੇ ਬੰਦੇ ਉਸ ਦਿਨ ਹੋ ਜ਼ਿਆਦਾ ਵਿਰੋਧ ਤੇ ਹੋਣ, ਥੋੜੇ ਬਹੁਤ ਘੰਟਿਆਂ ਦੇ ਅੱਗੇ ਪਿੱਛੇ ਨਾਲ ਖੜੇ ਹੋਣ। ਹਾਂ ਨਹੀਂ ਉਹ ਵੀ ਗੱਲ ਹੈਗੀ ਹੈ। ਵੈਸੇ ਇਹ ਚਰਚਾ ਚੱਲ ਵੀ ਪਈ ਥੋੜੀ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਆਰਡਰ ਤੇ ਦਿੱਤਾ ਹੀ ਹੈ ਜੀ, ਬੰਦਿਆਂ ਨੂੰ ਕਹਿਣਾ ਵੀ ਹਾਂ ਯਾਰ ਹੁਣ ਤੁਸੀਂ ਨਾ ਕੱਲ ਨੂੰ ਲੈ ਕੇ ਆਇਓ,
ਪਟਾਕੇ ਥੋੜੇ ਜਿਹੇ ਮੋਟੇ ਰੱਖਿਓ, ਉਹਦੇ ਵਿੱਚ ਜਿਹੜਾ ਖੜਾਕ ਦੂਰ ਤੱਕ ਜਾਵੇ, ਤੇ ਜਿਹੜੇ ਆਸੇ-पास वाले लोग हों एक ना कहने वो तो कल हो गया था यार, आज फिर ये बनाकर रख दिया, ओ ये फोटो तो किसी और की है। पहचानते हैं मतलब हो सकता कि भी ये ਜਿਹੜਾ ਵੇਖ ਤਾਂ ਹੋਣਾ ਸੀ ਵੀ ਉਹ ਰਲਿਆ ਗੋਗਲਾ ਜਾਂ ਵਿੱਚੇ ਚੱਲ ਜਾਣਾ ਸੀਗਾ ਵੀ ਯਾਰ ਸ਼ਾਇਦ ਉਹੋ ਹੀ ਹੋਊਗਾ, ਪਰ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਉਸ ਦਿਨ ਤੋਂ ਅੱਗੇ ਪਿੱਛੇ ਹੋਊਗਾ ਫਿਰ ਸਗੋਂ ਜ਼ਿਆਦਾ ਨਿਗਾਹ ਜਾਣੀ ਉਸ ਚੀਜ਼ ਤੇ ਵੀ ਯਾਰ ਆਹ ਕਿਉਂ ਜੀ। ਨਹੀਂ ਇਹ 'ਚ ਕੋਈ ਸ਼ੱਕ ਨਹੀਂ। ਬਾਕੀ ਸੰਧਾਲੀਆ ਸਾਹਿਬ ਇੱਥੇ ਤੱਕ ਹੀ ਨਹੀਂ ਕੰਮ ਨਿਬੜਿਆ, ਲੋਕਾਂ ਨੇ ਆਪਣੇ ਘਰਾਂ ਦੇ ਬਨੇਰਿਆਂ ਤੇ 5-5 ਮੋਮਬੱਤੀਆਂ ਲਾਈਆਂ। ਪੰਜਾਬ ਦੇ, ਹਰਿਆਣੇ ਦੇ, ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੈਂਡਲ ਮਾਰਚ ਨਿਕਲੇ, ਜਿੱਥੇ ਲੋਕਾਂ ਨੇ ਕਈ ਜਗ੍ਹਾ ਹਵਾ ਵਗਦੀ। ਵਿਦੇਸ਼ਾਂ 'ਚ ਬਹੁਤ ਹੋਇਆ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਕਿਉਂਕਿ ਐਡਵਾਂਸ ਹੈ ਸਮਾਂ, ਉੱਥੋਂ ਪਹਿਲਾਂ ਹੀ ਖਬਰਾਂ ਆਉਣ ਲੱਗ ਪਈਆਂ ਸੀ ਜੀ ਅਸੀਂ ਮੋਮਬੱਤੀਆਂ ਜਗਾਤੀਆਂ। ਜਾਣੀ ਉਹ ਜਿਹੜੀ ਇੱਕ ਤੰਦ ਪਿਛਲੇ 1 ਸਾਲ ਤੋਂ ਜੁੜੀ ਹੋ ਆ ਨਾ, ਉਹ ਤੰਦ ਟੁੱਟ ਨਹੀਂ ਰਹੀ, ਉਹ ਜੁੜੀ ਹੋ। ਵੈਸੇ ਵੀ ਇਹ ਘਟਨਾ ਇਸ ਕਰਕੇ ਬਹੁਤ ਲੰਬੇ ਸਮੇਂ ਤੱਕ ਚੇਤੇ ਰੱਖੀ ਜਾਣੀ ਹੈ ਕਿਉਂਕਿ ਇਹਦੀਆਂ ਵੀਡੀਓਜ਼ ਆ ਗਈਆਂ, ਕੱਲੇ ਬੰਦੇ ਨੇ ਦੇਖੀਆਂ। ਤੁਹਾਨੂੰ ਯਾਦ ਹੋਣਾ ਇੱਕ ਨਿਊਜ਼ੀਲੈਂਡ ਦੇ ਵਿੱਚ ਧਾਰਮਿਕ ਸਥਾਨ ਦੇ ਉੱਤੇ ਗੋਲੀਆਂ ਚਲਾਈਆਂ ਸੀ ਇੱਕ ਬੰਦੇ ਨੇ, ਬਹੁਤ ਸਾਰੇ ਲੋਕਾਂ ਦਾ ਕਤਲ ਕਰਤਾ ਸੀ। ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਉਹ ਵੀਡੀਓ ਬਾਅਦ 'ਚ ਹਟਾ ਦਿੱਤੀ ਗਈ ਸੀ, ਪਰ ਉਹ ਇੱਥੇ ਬੈਠੇ ਲੋਕਾਂ ਦੇ ਹਰ ਸਾਲ ਲੋਕ ਉਸ ਦਿਨ ਦੇ ਉੱਤੇ ਯਾਦ ਕਰਦੇ ਆ। ਉੱਥੋਂ ਦੀ ਪ੍ਰਧਾਨ ਮੰਤਰੀ ਤੱਕ ਵਾਰ-ਵਾਰ ਕਹਿੰਦੀ ਹੁੰਦੀ ਕਿ ਬਹੁਤ ਮਾੜੀ ਘਟਨਾ ਸੀ, ਹਾਲਾਂਕਿ ਉਹ ਵੀਡੀਓ ਹੈ ਨਹੀਂ। ਇਹ ਤਾਂ ਵੀਡੀਓ ਹੈਗੀ ਹੈ। ਲੋਕਾਂ ਦੇ ਉੱਤੇ ਇੱਦਾਂ ਗੱਡੀ ਚੜਾ ਦੇਣੀ, ਇਹਦੇ ਬਾਵਜੂਦ ਵੀ ਟੀ ਨਹੀਂ ਮੰਨਣੀ, ਇਹਦੇ ਬਾਵਜੂਦ ਵੀ ਧੌਂਸ ਦਿਖਾਉਣੀ, ਲੋਕਾਂ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਕਿ ਭਾਈ ਇਹ ਫਿਰ ਕਾਨੂੰਨ ਦਾ ਰਾਜ ਤਾਂ ਨਾ ਹੋਇਆ ਜੇ ਅਜੇ ਵੀ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਨਾ ਮਿਲਣ। ਆਪਾਂ ਨਹੀਂ ਕਹਿੰਦੇ ਕਿ ਕੌਣ ਦੋਸ਼ੀ ਹੈ ਕੌਣ ਨਹੀਂ, ਇਹ ਤਾਂ ਅਦਾਲਤ ਨੇ ਤੈਅ ਕਰਨਾ। 1984 ਦੇ ਵਿੱਚ ਕਤਲੇਆਮ ਹੋਇਆ, ਇਹਦੇ ਨਾਲ ਉਹਦਾ ਜੋੜਮੇਲ ਕੋਈ ਨਹੀਂ। ਆਖਰੀ ਮੌਕੇ ਤੇ ਆ ਕੇ ਕੀ ਹੁੰਦਾ ਸੀ ਜੀ, ਗਵਾਹ ਮੁੱਕਰ ਗਏ ਬਹੁਤ ਸਾਰੇ ਕੇਸਾਂ 'ਚ ਜੀ, ਜਿਨ੍ਹਾਂ ਦੇ ਉੱਤੇ ਦੋਸ਼ ਲਾਏ ਸੀ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਲੱਭਾ, ਛੱਡ ਦਿਓ ਬੰਦੇ, ਕੋਈ ਗੱਲ ਨਹੀਂ। ਪਰ ਬੰਦਿਆਂ ਦਾ ਕਤਲ ਤਾਂ ਹੋਇਆ ਨਾ, ਤੇ ਜਦੋਂ ਬੰਦਿਆਂ ਦਾ ਕਤਲ ਹੋਇਆ ਜੇ ਸਬੂਤ ਨਹੀਂ ਲੱਭਾ ਤਾਂ ਲੱਭੋ। ਆਮ ਲੋਕਾਂ ਨੇ ਥੋੜੀ ਲੱਭਣਾ, ਜਥੇਬੰਦੀਆਂ ਨੇ ਥੋੜੀ ਲੱਭਣਾ। ਜਥੇਬੰਦੀਆਂ ਨੇ ਤਾਂ ਸ਼ਿਕਾਇਤ ਕਰਦੀਆਂ, ਜਥੇਬੰਦੀਆਂ ਤਾਂ ਇਨਸਾਫ ਮੰਗਦੀਆਂ। ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਅਧਿਕਾਰੀ ਲੈਂਦੇ ਆ, ਮੰਤਰੀ ਲੈਂਦੇ, ਐਮਐਲਏ ਲੈਂਦੇ, ਐਮਪੀ ਲੈਂਦੇ। ਐਮਐਲਏ ਤੇ ਐਮਪੀ ਹੋਰਾਂ ਦੀ ਅਗਵਾਈ ਦੇ ਵਿੱਚ ਕੈਬਨਿਟ ਬਣਦੀ ਹੈ, ਉਹ ਕੈਬਨਿਟ ਅੱਗੇ ਫੈਸਲੇ ਕਰਦੀ ਹੈ ਤਾਂ ਸਰਕਾਰੀ ਮਸ਼ੀਨਰੀ ਉਹਨੂੰ ਇੰਪਲੀਮੈਂਟ ਕਰਦੀ ਹੈ। ਇਹ ਕਿੱਥੋਂ ਦਾ ਇਨਸਾਫ ਹੋਇਆ ਤੇ ਕਿੱਥੋਂ ਦਾ ਲੋਕਤੰਤਰ ਹੋਇਆ ਜੀ? ਸਬੂਤ ਨਹੀਂ ਮਿਲੇ, ਗਵਾਹ ਨਹੀਂ ਮਿਲੇ, ਬੰਦੇ ਤਾਂ ਮਰੇ ਆ ਨਾ, ਕੌਣ ਮਾਰ ਗਿਆ ਉਹਨੂੰ ਨਿਰੇ ਥੋੜੀ ਗਵਾ ਸਕਦੇ ਹੋ। ਇਹੀ ਤੇ ਇੱਕ ਮੇਰੇ ਖਿਆਲ ਨਾਲ ਮੁੱਦਾ ਜਿਹਦੇ ਤੇ ਹੋ ਸਕਦਾ ਕਿ ਡਿਬੇਟ ਆਉਣ ਵਾਲੇ ਦਿਨਾਂ ਦੇ ਵਿੱਚ ਚੱਲਦੀ ਰਹੀ ਤੇ ਕੋਈ ਨਾ ਕੋਈ ਜਵਾਬ ਤੇ ਦੇਣਾ ਹੀ ਪੈਣਾ। ਇੱਕ ਮੈਂ ਕੱਲ ਸੋਚ ਰਿਹਾ ਸੀ, ਮੈਨੂੰ ਪਤਾ ਨਹੀਂ ਉਹਨੂੰ ਉਸ ਚੀਜ਼ ਨੂੰ ਆਪਾਂ ਕਿਵੇਂ ਇੱਥੇ ਐਕਸਪ੍ਰੈਸ ਕਰੀਏ, ਪਰ ਮੈਂ ਇਹ ਸੋਚਦਾ ਸੀਗਾ ਵੀ ਪਤਾ ਨਹੀਂ ਜਾਂ ਤਾਂ ਪ੍ਰਮਾਤਮਾ ਵੀ ਆ ਕਿਤੇ ਨਾਲ ਦੀ ਨਾਲ ਉਹ ਕੁਛ ਹੀ ਚੱਲੀ ਜਾਂਦਾ। ਹੁਣ ਜਿੱਦਾਂ ਜਿਹੜੀ ਮਾੜੀ ਖਬਰ ਜੰਮੂ ਕਸ਼ਮੀਰ ਵਾਲੇ ਪਾਸਿਓਂ ਆਈ, ਹੁਣ ਉਹਦੇ ਵਿੱਚ ਜਿਹੜੇ ਉਹ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਦੇ ਜਦੋਂ ਆਪਾਂ ਉਹ ਚਿਹਰੇ ਦੇਖਦੇ ਹਾਂ ਤੇ 4 ਚਿਹਰੇ ਜਿਹੜੇ ਆ ਉਹਨਾਂ ਨੇ ਫਿਰ ਉੱਦਾਂ ਦੇ ਚਿਹਰੇ ਮੋਹਰੇ ਆ, ਸਿਰ ਤੇ ਦਸਤਾਰਾਂ ਨੇ ਤੇ 3 ਪੰਜਾਬੀ ਨੇ, ਤੇ ਜੇ ਯੂਪੀ ਵਾਲੇ ਦੀ ਵੀ ਗੱਲ ਕਰੀਏ ਤੇ ਉਹ ਵੀ ਪੰਜਾਬੀ ਪਰਿਵਾਰ ਚੋਂ ਹੈ, 4 ਹੀ ਹੋ ਗਏ, 4 ਹੋ ਗਏ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇੱਕ ਪਾਸੇ ਇੱਕ ਸ਼ਰਧਾਂਜਲੀ ਸਮਾਗਮ ਚੱਲ ਰਿਹਾ ਤੇ ਉੱਥੇ ਉਹ ਫੋਟੋਆਂ ਤਸਵੀਰਾਂ ਲੱਗੀਆਂ ਨੇ, ਦੱਬੀ ਜੀ ਆਵਾਜ਼ ਦੇ ਵਿੱਚ ਬੜੀਆਂ ਆਵਾਜ਼ਾਂ ਆਈਆਂ ਸੀ ਪਿਛਲੇ ਦਿਨੀ, ਇਹ ਤਾਂ ਫਲਾਣੇ ਨੇ, ਤਾਂ ਢਿੰਕੜੇ ਨੇ, ਤਾਂ ਦੇਸ਼ ਨੂੰ ਐਂ ਕਰਦੇ ਨੇ ਜਿਉਂ ਕਰਦੇ ਹੋਣਗੇ। ਉਦੋਂ ਜਦੋਂ ਫਿਰ ਦੇਖਿਆ ਹੋਣਗੇ ਵੀ ਆਹ 4 ਤਸਵੀਰਾਂ ਕਿਹਨਾਂ ਦੀਆਂ ਆਈਆਂ ਤੇ ਇਹ ਕੌਣ ਨੇ ਬਾਈ, ਫਿਰ ਨਹੀਂ ਐਟਲੀਸਟ ਉਹ ਮੂੰਹ ਤੇ ਚਪੇੜ ਤਾਂ ਵੱਜੀ ਨਾ। ਸੰਧਾਲੀਆ ਸਾਹਿਬ ਇਹਦੇ ਤੋਂ ਵੱਡੀ ਚਪੇੜ ਨਹੀਂ ਹੋ ਸਕਦੀ। ਜਿਹੜੇ ਕਈ ਬੰਦੇ ਕਹਿੰਦੇ ਸੀ ਜੀ ਨਾਲ ਰਲ ਕੇ ਨਹੀਂ ਚੱਲਦੇ, ਇਹਨਾਂ 4 ਬੰਦਿਆਂ ਦਾ ਅੰਦੋਲਨ ਹੈ, ਨਾਲ ਰਲ ਕੇ ਸੱਚੀ ਨਹੀਂ ਚੱਲਦੇ ਕਿਉਂਕਿ ਅੱਗੇ ਚੱਲਦੇ ਆ। ਜਦੋਂ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਗੱਲ ਆਉਂਦੀ ਹੈ, ਠੀਕ ਹੈ, ਅੱਜ ਅੰਡੇਮਾਨ ਨਿਕੋਬਾਰ ਦੇ ਵਿੱਚੋਂ ਤੁਸੀਂ ਫੋਟੋ ਜਿਹਦੀ ਮਰਜ਼ੀ ਵੱਡੀ ਲਾ ਦਿਓ, ਜਿਹਦੀ ਮਰਜ਼ੀ ਛੋਟੀ ਕਰ ਦਿਓ, ਤੁਸੀਂ ਜਿਹਦੇ ਮਰਜ਼ੀ ਨਾਮ ਟੇ ਦਿਓ, ਜਿਹਦੇ ਮਰਜ਼ੀ ਲਿਖ ਦਿਓ, ਇਤਿਹਾਸ ਆਪਣੇ ਹਿਸਾਬ ਨਾਲ ਕੋਈ ਵੀ ਬੰਦਾ ਲਿਖਵਾ ਲੈ, ਉਹਨੂੰ ਜਿਹੜਾ ਪਾਠਕ੍ਰਮ ਦੇ ਵਿੱਚ ਸਿਲੇਬਸ ਦੇ ਵਿੱਚ ਉੱਥੇ ਲਾ ਦਿਓ, ਠੀਕ। ਪਰ ਪ੍ਰੈਕਟੀਕਲੀ ਜੋ ਕੁਝ ਹੋਇਆ ਉਹ ਭੁੱਲਣਾ ਤਾਂ ਨਹੀਂ ਲੋਕਾਂ ਨੂੰ ਕਿ ਕੁਰਬਾਨੀਆਂ ਕਿਹਨੇ ਦਿੱਤੀਆਂ, ਦੇਸ਼ ਦੀਆਂ ਕਿੰਨੀਆਂ ਲੜਾਈਆਂ ਹੋਈਆਂ ਦੂਸਰੇ ਦੇਸ਼ਾਂ ਦੇ ਨਾਲ, ਉਹਦੇ ਵਿੱਚ ਸ਼ਹਾਦਤਾਂ ਕਿਹਨਾਂ ਦੀ। ਆਪਾਂ ਕਿਸੇ ਹੋਰ ਦੀ ਸ਼ਹਾਦਤ ਨੂੰ ਘੱਟ ਕਰਕੇ ਨਹੀਂ ਜਾਣਦੇ, ਪਰ ਜੇ ਕੋਈ ਬੰਦਾ ਇਹ ਕਹਿੰਦਾ ਨਾ ਕਿ ਭਾਈ ਨਾਲ ਰਲ ਕੇ ਨਹੀਂ ਚੱਲਦੇ ਜੀ, ਇਹ ਬੰਦੇ ਪਤਾ ਨਹੀਂ ਨਾਲ ਰਲ ਕਿੱਥੋਂ ਜਾਣੂ, ਤਾਂ ਅੱਗੇ ਚੱਲਦੇ ਯਾਰ, ਅੱਗੇ ਚੱਲਦੇ ਆ। ਤੇ ਜਦੋਂ ਅੱਗੇ ਕੋਈ ਬੰਦਾ ਚੱਲਦਾ ਨਹੀਂ ਤਾਂ ਪੰਜਾਬ ਦੇ ਵਿੱਚ ਇੱਕੋ ਸਮੇਂ 3 ਸੇਵੇ ਥੋੜੀ ਬਲਣੇ ਸੀ, ਇੱਕੋ ਸਮੇਂ ਦੇ ਉੱਤੇ 3 ਜਗ੍ਹਾ ਦੇ ਉੱਤੇ ਫੌਜੀ ਟੁਕੜੀਆਂ ਨੇ ਸਲਾਮੀ ਥੋੜੀ ਦੇਣੀ ਸੀ, ਇੱਕੋ ਜਗ੍ਹਾ ਦੇ ਉੱਤੇ 5 ਦੇ ਵਿੱਚੋਂ 4 ਚਿਹਰੇ ਮੋਰੇ ਜਿਹੜੇ ਆ ਇੱਕੋ ਜਿਹਾ ਥੋੜੀ ਹੋਣੇ ਸੀ। ਜੇ ਇੱਕ ਪਾਸੇ ਉਧਰਲੇ ਪਾਸੇ ਮਾਣ ਕੀਤਾ ਜਾਂਦਾ ਤੇ ਦੂਜੇ ਪਾਸੇ ਸ਼ੱਕ ਦੀਆਂ ਨਜ਼ਰਾਂ ਨਹੀਂ ਚਾਹੀਦੀਆਂ। ਇੱਕ ਚੀਜ਼ ਹੋਰ ਮੇਰਾ ਖਿਆਲ ਉਸੇ ਹੀ ਸ਼ਰਧਾਂਜਲੀ ਜਿਹੜੇ ਵੀ ਬੰਦੇ ABC ਜਿਨ੍ਹਾਂ ਨੂੰ ਮੇਰਾ ਖਿਆਲ ਲੀਡਰੀ ਦਾ ਬਹੁਤਾ ਬੁਖਾਰ ਚੜਿਆ ਹੁੰਦਾ ਵੀ ਹੋਰ ਜਦੋਂ ਕੋਈ ਗੱਲ ਨਾ ਲੱਭੇ ਆਪਾਂ ਧਰਮ ਦੀ ਗੱਲ ਕਰਨੀ ਹੈ, ਮੈਂ ਨਾ ਵੀ ਇੱਕ ਵਾਰ ਫਿਰ ਉਹ ਫੋਟੋਆਂ ਤਸਵੀਰਾਂ ਵੀਡੀਓ ਜ਼ਰੂਰ ਦੇਖਣ ਜਦੋਂ ਉੱਥੋਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਆਖਰੀ ਸਲਾਮੀ ਦਿੱਤੀ ਉਹਨਾਂ ਸ਼ਹੀਦਾਂ ਨੂੰ।
ਮੈਂ ਸੋਚਦਾ ਸੀ ਵੀ ਇਹਦੇ ਵਿੱਚੋਂ ਕਿੰਨੇ ਬੰਦੇ ਹੋਣਗੇ ਜਿਹੜੇ ਵੱਖ-ਵੱਖ ਧਰਮਾਂ ਦੇ ਆ, ਜਿਹਨੂੰ ਉਹ ਸਲਾਮੀ ਦੇ ਰਹੇ ਨੇ ਉਹਨਾਂ ਦੇ ਧਰਮ ਦਾ ਨਹੀਂ ਜੀ, ਪਰ ਉਹਨਾਂ ਦਾ ਮੋਟਿਵ ਸੇਮ ਆ। ਉਹਨਾਂ ਨੂੰ ਪਤਾ ਵੀ ਸਾਡਾ ਸਾਥੀ ਸੀ ਤੇ ਇਹਨੇ ਆਹ ਕੰਮ ਕੀਤਾ ਯਾਰ, ਦੇਸ਼ ਲਈ ਸ਼ਹਾਦਤ ਦਿੱਤੀ ਤੇ ਅਸੀਂ ਇਹਨੂੰ ਸਲੂਟ ਕਰਨਾ। ਉਹਨਾਂ ਦੇ ਦਿਮਾਗ ਦੇ ਵਿੱਚ ਜਦੋਂ ਉਹ ਸਾਹਮਣੇ ਬਿਆਨ ਉਹ ਵੀ ਸੁਣਦੇ ਹੋਣਗੇ ਵੀ ABC ਫਲਾਨਾ ਧਰਮ ਢੀਂਗੜਾ ਧਰਮ, ਮੈਂ ਨਾ ਵੀ ਕੋਈ ਮੰਨੇ ਚਾਹੇ ਨਾ ਮੰਨੇ, ਇੱਕ ਗਾਲਾਂ ਉਹਨਾਂ ਦੇ ਮੂੰਹ ਨਿਕਲਦੇ ਹੋਣ ਵੀ ਸਾਡੇ ਵਾਲੇ ਜਲੂਸ ਹੀ ਕਢਾਉਂਦੇ, ਹੈ ਕਿ ਨਹੀਂ ਗੱਲ? ਬਿਲਕੁਲ 100% ਨਿਕਲਦੀਆਂ ਹੋਣਗੀਆਂ। ਸੰਧਾਲੀਆ ਸਾਹਿਬ, ਇੱਕ ਮੇਰੇ ਮਨ ਦੇ ਵਿੱਚ ਹੋਰ ਆਉਂਦਾ ਸੀ, ਕਈ ਵਾਰੀ ਕਿਹਾ ਜਾਂਦਾ ਜੀ ਇਹ ਦੇਸ਼ ਦੇ ਨਾਲ ਨਹੀਂ ਹੈਗੇ ਜਿਹੜੇ ਅੰਦੋਲਨ ਕਰਦੇ ਵਿਰੋਧੀ ਹੈ, ਹਰ ਬੰਦੇ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਮੈਨੂੰ ਨਹੀਂ ਪਤਾ ਕਿ ਉਹ ਲੋਕ ਕਿੰਨੇ ਕੁ ਨੁਕਸਦਾਰ ਨੇ ਜਿਹੜੇ ਅੰਦੋਲਨ ਕਰਦੇ ਆ, ਜਾਂ ਅਸਹਿਮਤੀ ਤਾਂ ਲੋਕਤੰਤਰ ਦਾ ਅਨਿੱਖੜ ਮੰਗ ਆ। ਜੇ ਕੋਈ ਬੰਦਾ ਅਸਹਿਮਤੀ ਵੀ ਪ੍ਰਗਟ ਨਹੀਂ ਕਰ ਸਕਦਾ ਫਿਰ ਬੜੀ ਮਾੜੀ ਗੱਲ ਹੈ। ਹਾਂ, ਇੰਨਾ ਕੁ ਕਸੂਰ ਉਹਨਾਂ ਦਾ ਹੈਗਾ ਕਿ ਉਹ ਬੈਂਕਾਂ ਦੇ ਪੈਸੇ ਲੈ ਕੇ ਵਿਦੇਸ਼ ਨਹੀਂ ਭੱਜੇ, ਜਿਹੜੇ ਅੰਦੋਲਨ ਕਰਦੇ ਆ। ਇੰਨਾ ਕੁ ਕਸੂਰ ਉਹਨਾਂ ਦਾ ਹੈਗਾ ਕਿ ਉਹਨਾਂ ਨੇ ਕਦੇ ਵੀ ਕੋਈ ਕਰਪਸ਼ਨ ਨਹੀਂ ਕੀਤੀ, ਉਹਨਾਂ ਨੇ ਕਦੇ ਵੀ ਸਰਕਾਰ ਦੇ ਨਾਲ ਜਾਂ ਸਰਕਾਰ ਦੇ ਕਿਸੇ ਅਧਿਕਾਰੀ ਨਾਲ ਰਹਿ ਕੇ ਪੈਸੇ ਖੁਰਦ-ਬੁਰਦ ਨਹੀਂ ਕੀਤੇ, ਉਹਨਾਂ ਨੇ ਕਦੇ ਗਰਾਂਟਾਂ ਨਹੀਂ ਖਾਧੀਆਂ, ਉਹਨਾਂ ਨੇ ਨਾ ਰੋਡਵੇਜ ਦਾ ਸਰਕਾਰੀ ਟਰਾਂਸਪੋਰਟ ਦਾ ਦੇਸ਼ 'ਚ ਭੱਠਾ ਬਿਠਾਇਆ, ਨਾ ਉਹਨਾਂ ਨੇ ਕੋਈ ਸੜਕ ਨਿੱਜੀ ਕਰਨ ਲਈ ਦਿੱਤੀ ਹੈ। ਇੱਕ ਗੱਲ ਬੜੀ ਕਲੀਅਰ ਹੈ, ਪ੍ਰਸ਼ਾਸਨ ਚਲਾਉਣ ਵਾਲੇ ਜਿਹੜੇ ਸਿਆਸੀ ਲੀਡਰ ਨੇ ਭਾਵੇਂ ਕਿਸੇ ਪਾਰਟੀ ਦੇ, ਉਹਨਾਂ ਦੀ ਡਿਊਟੀ ਸੀ ਤੁਸੀਂ ਦੇਸ਼ ਚਲਾਓ, ਤੁਸੀਂ 에ਅਰ ਇੰਡੀਆ ਚਲਾਓ, ਤੁਸੀਂ ਰੇਲਵੇ ਚਲਾਓ, ਤੁਸੀਂ ਬੱਸ ਚਲਾਓ, ਤੁਸੀਂ ਇਨਫਰਾਸਟ੍ਰਕਚਰ ਬਣਾਓ। ਸਾਰੇ ਮੁੱਦਿਆਂ ਤੇ ਫੇਲ ਹੋਏ ਆ। ਕਿਸਾਨਾਂ ਦੀ ਡਿਊਟੀ ਸੀ ਕਿ ਤੁਸੀਂ ਅਨਾਜ ਪੈਦਾ ਕਰੋ, ਦੇਸ਼ ਦੇ ਲੋਕਾਂ ਦਾ ਢਿੱਡ ਭਰੋ, ਤਾਂ ਨਹੀਂ ਫੇਲ ਹੋਏ। ਅਨਾਜ ਸੜਦਾ ਹੈ, ਘਟਦਾ ਤਾਂ ਨਹੀਂ। ਉਹ ਪਾਸ ਹੋਏ, ਜਿਹੜੇ ਬੰਦੇ ਪਾਸ ਹੋਏ ਆ ਉਹਨਾਂ ਨੂੰ ਉਂਗਲਾਂ ਕਰੀ ਜਾਂਦੇ ਆ, ਜਿਹੜੇ ਬਿਲਕੁਲ ਫੇਲ ਹੈ ਉਹ ਆਪਣੇ ਆਪ ਨੂੰ ਪਾਸ ਕਹੀ ਜਾਂਦੇ ਆ। ਇਹੀ ਤੇ ਗੱਲ ਹੈ ਨਾ, ਚੱਕਰ ਇਹ ਆ ਵੀ ਬਾਕੀ ਬੰਦਾ ਜਿਹੜਾ ਵੀ ਕਹਿੰਦਾ ਵੀ ਜਿਹੜਾ ਕੰਮ ਆ ਕੰਮ ਮੇਰੀ ਪੂਜਾ, ਚਲੋ ਠੀਕ ਹੈ ਯਾਰ, ਹਰੇਕ ਦੀ ਕੰਮ ਪੂਜਾ ਹੈ, ਹਰੇਕ ਬੰਦੇ ਦੀ ਆਪਣੀ ਆਪਣੀ ਸ਼ਰਧਾ, ਪਰ ਤੁਸੀਂ ਇਹ ਦੇਖੋ ਵੀ ਮੈਂ ਇੱਕ ਪਾਸੇ ਤੇ ਧਰਮ ਦੇ ਹਿਸਾਬ ਨਾਲ ਪੂਜਾ ਵੀ ਕਰਦਾ ਵੀ ਹਾਂ ਯਾਰ ਮੇਰਾ ਕੰਮ ਆ ਵੀ ਹੈ ਨਾ, ਵੀ ਮੈਂ ਇਹਦੇ 'ਚ ਕੋਈ ਉਦਜਤ ਜਿਹਾ ਕੰਮ ਨਹੀਂ ਕਰਨਾ, ਆਪਣੇ ਆਪਣੇ ਹਿਸਾਬ ਨਾਲ ਆਪਣੀ ਆਪਣੀ ਆਸਥਾ ਦੇ ਹਿਸਾਬ ਨਾਲ ਫੋਟੋਆਂ ਤਸਵੀਰਾਂ ਵੀ ਲਾਈਆਂ ਹੁੰਦੀਆਂ, ਧੂਫ ਬੱਤੀ ਵੀ ਹਰਕੂ ਕਰਦਾ, ਪਰ ਉੱਥੇ ਬਹਿ ਕੇ ਵੀ ਆਪਾਂ ਕੰਮ ਕੀ ਕਰਦੇ ਸਾਰਿਆਂ ਨੂੰ ਪਤਾ ਜੀ। ਤੇ ਦੂਜੇ ਪਾਸੇ ਉਹ ਬੰਦੇ ਆ ਜਿਹੜੇ ਮੱਥਾ ਵੀ ਉਸੇ ਧਰਤੀ ਮਾਂ ਨੂੰ ਟੇਕਦੇ ਆ, ਉਹਦੇ ਨਾਲ ਉਹ ਕੋਈ ਧੋਖਾ ਵੀ ਨਹੀਂ ਕਰ ਸਕਦੀ। ਕੋਈ ਇਹ ਥੋੜਾ ਵੀ ਕੰਨ 'ਚ ਕਹੇ ਵੀ ਅੱਜ ਨਾ ਮੈਂ ਅੱਧੀ ਕੁ ਬੋਰੀ ਖਾਦ ਪਾਈ ਆ ਤੇ ਤੂੰ 2 ਮੰਨਣੀ, ਤੂੰ ਇਦਾਂ ਕਰੀ ਫਿਰ ਧਰਤੀ ਮਾਂ ਮਤਲਬ 10 ਕੁਆਂਟਲ ਹੋਰ ਕਣਕ ਕਰਦੀ, ਆਹ ਗਵਾਂਢੀ ਦਾ ਕੁਝ ਹੋਵੇ ਨਾ ਹੋਵੇ, ਮੇਰੇ ਵਾਲੇ ਪਾਸੇ ਤੂੰ ਥੋੜਾ ਜਿੰਨੇ ਤੱਤ ਉੱਤੇ ਜੇ ਨਾ ਇਕੱਠੇ ਕਰਕੇ ਮੇਰੇ ਵਾਲੀ ਪੈਲੀ 'ਚ ਲੈ, ਉਹ ਵਿਚਾਰੇ ਕਰ ਸਕਦੀ। ਦੱਸੋ ਇਹ ਤੋਂ ਵਧੀਆ ਧੰਦਾ ਇਮਾਨਦਾਰੀ ਵਾਲਾ ਕਿਹੜਾ? ਉਹਦੇ ਬਾਵਜੂਦ ਵੀ ਨਹੀਂ ਜੇ ਸੁਣੀ ਜਾਂਦੀ ਤੇ ਫਿਰ ਕਰਨਗੇ ਅਗਲੇ। ਉਹ ਤਾਂ ਘਰੇ ਜਾ ਕੇ ਰਜਿਸਟਰ ਵੀ ਨਹੀਂ ਲਿਖ ਸਕਦੇ ਮੈਂ ਪਾਣੀ ਲਾਇਆ ਆ ਬਿਨਾਂ ਲਾਏ, ਉਹ ਤਾਂ ਘਰੇ ਜਾ ਕੇ ਵੀ ਨਹੀਂ ਕਹਿ ਸਕਦੇ ਮੈਂ ਪੱਠੇ ਲਾਏ ਆ ਤੇ ਮੈਂ ਪੱਠੇ ਪਾਏ ਆ। ਉਹ ਤਾਂ ਰਜਿਸਟਰ 'ਚ ਇਹ ਵੀ ਕਹਿ ਸਕਦੇ 4 ਦਿਨ ਹੁਣ ਮੀਂਹ ਨਾ ਆਵੇ, ਕਿਉਂਕਿ ਬਾਕੀ ਸਾਡੇ ਲੀਡਰ ਸਾਹਿਬ ਉਹ ਤਾਂ ਜਦੋਂ ਮਰਜ਼ੀ ਰਜਿਸਟਰ ਦੇ ਵਿੱਚ ਪਾ ਦਿੰਦੇ ਆ, ਤੇਲ ਦੇ ਇੰਨੇ ਕੁ ਪਾ ਦੇ ਵੀ, ਉਹਦੇ ਇੰਨੇ ਕਰਦੇ ਵੀ, ਅੱਜ ਜਾ ਆਏ ਆ। ਉਹ ਤਾਂ ਮਾਸੀ ਦੇ ਮੁੰਡੇ ਦੇ ਵਿਆਹ ਤੇ ਵੀ ਜਾਣ ਤਾਂ ਸਰਕਾਰੀ ਗੱਡੀ ਜਾ ਆਉਂਦੇ ਆ। ਇਹਨਾਂ ਨੂੰ ਤਾਂ ਪਾਈ ਸਾਈਕਲ ਦੇ ਆਪਣੇ ਆਪ ਨੂੰ ਪੈਡਲ ਮਾਰਨਾ ਨਹੀਂ, ਪੈਡਲ ਵੀ ਮਾਰਨਾ। ਮੈਂ ਤਾਂ ਕਈ ਨਾ ਸੋਚਦਾ ਨਾ ਵੀ ਉਹ ਬਾਪੂ ਬਜ਼ੁਰਗ ਹੋ ਗਿਆ ਹੁੰਦਾ, ਲੱਤਾਂ ਦਾ ਲੱਲਾ ਬਣ ਡਿਆ ਹੁੰਦਾ, ਮੋਢੇ ਦੇ ਕਹੀ ਹੁੰਦੀ, ਵਿਚਾਰਾ ਡਿੱਗਦਾ ਟੈਂਦਾ ਦਾ ਮੈਂ ਨੱਕਾ ਮੋੜਨ ਜਾਣਾ, ਉਹਨੇ ਉਦੋਂ ਥੋੜਾ ਸੋਚ ਲੈਣਾ ਵੀ ਹੁਣ ਮੈਂ ਗੋਡਿਆਂ ਦਾ ਇਲਾਜ ਅਮਰੀਕਾ ਤੋਂ ਕਰਾ ਲਿਆਵਾਂ। ਉਹਨੂੰ ਤਾਂ ਜਾਣਾ ਹੀ ਪੈਣਾ। ਹੁਣ ਜੇ ਉਹਦੇ ਬਾਵਜੂਦ ਵੀ ਆਖੀ ਜਾਓ ਵੀ ਨਹੀਂ ਬਈ ਇਹਨਾਂ ਦਾ ਕੁਝ ਨਹੀਂ, ਆਪਾਂ ਸੁਣਨਾ ਹੀ ਨਹੀਂ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ, ਉਹ ਹੋਰ ਆਪਾਂ ਇੱਧਰੋਂ ਉੱਧਰ ਜਿੱਦਾਂ ਨਹੀਂ ਹੁੰਦਾ ਵੀ ਉਹ ਗੇਂਦ ਵਾਂਗੂ ਉੱਧਰ ਸੁੱਟੀ ਜਾਂਦੇ ਉੱਧਰ ਸੁੱਟੀ ਜਾਂਦੇ। ਠੀਕ ਹੈ ਯਾਰ, ਸਿਆਸਤ ਕਰਨੀ ਕਰੀ ਜਾਓ ਜੀ ਸਦਕੇ। ਜੇ ਉਹਨਾਂ ਨੂੰ ਇਤਰਾਜ਼ ਆ ਵੀ ਹਾਂ ਵੀ ਫਲਾਨੀਆਂ ਵਿਰੋਧੀ ਪਾਰਟੀਆਂ ਇਹਨਾਂ ਦੇ ਕਿਉਂ ਜਾਂਦੀਆਂ ਜਾਂ ਵਿਰੋਧੀ ਪਾਰਟੀਆਂ ਨੂੰ ਬਹਿਣ ਕਿਉਂ ਦਿੰਦੇ ਆ, ਉਹ ਤੁਹਾਡਾ ਆਪਸੀ ਪੋਲੀਟੀਕਲ ਰੇੜਕਾ ਜੀ, ਵੀ ਤੁਹਾਨੂੰ ਡਰ ਆ ਵੀ ਇਹਨਾਂ ਦੀ ਕਿਤੇ ਇਹਨਾਂ ਨੂੰ ਕੁਰਸੀ ਨਾ ਮਿਲ ਜਾਵੇ। ਕਿਉਂਕਿ ਜੇ ਇਸ ਵਕਤ ਲੜਾਈ ਦੀ ਆਪਾਂ ਗੱਲ ਕਰੀਏ, ਇਹ ਤਾਂ ਨਹੀਂ ਨਾ ਵੀ ਜੇ ਇੱਕ ਪਾਰਟੀ ਰਾਜ ਕਰਦੀ ਹਾਰਦੀ ਆ ਤੇ ਆਹ ਜਿਹੜੇ ਉੱਥੇ ਸਟੇਜ ਤੇ ਬੈਠੇ ਆ ਜਾਂ ਜਿਹੜੇ ਟਰਾਲੀਆਂ 'ਚ ਬੈਠੇ ਇਹਨਾਂ 'ਚੋਂ ਕਿਸੇ ਨੂੰ ਮੰਤਰੀ ਬਣਾ ਦੇਣਾ, ਉਹਨਾਂ ਦੀ ਵਾਰੀ ਤੇ ਫਿਰ ਵੀ ਨਹੀਂ ਆਉਣੀ ਵਿਚਾਰਿਆਂ ਦੀ, ਉਹ ਤਾਂ ਟਰਾਲੀ 'ਚ ਰਹਿਣੇ ਆ, ਉਹ ਤਾਂ ਟਰਾਲੀ 'ਚ ਹੀ ਰਹਿਣੇ ਆ। ਸੋ ਮੈਨੂੰ ਲੱਗਦਾ ਵੀ ਐਟਲੀਸਟ ਉਹਨਾਂ ਨੂੰ ਨਖੇੜ ਕੇ ਵੇਖਣ ਦੀ ਆਦਤ ਜ਼ਰੂਰ ਪਾ ਲਈ ਜਾਵੇ ਵੀ ਯਾਰ ਰਾਜਨੀਤੀ ਆਪਣੀ ਥਾਂ ਤੇ ਆ, ਜਿਨ੍ਹਾਂ ਦਾ ਮੁੱਦਾ ਉਹ ਅੱਜ ਵੀ ਆਮ ਬੰਦੇ ਨੇ ਤੇ ਕੱਲ੍ਹ ਵੀ ਆਮ ਬੰਦੇ ਰਹਿਣਾ। ਨਹੀਂ, ਰਾਜਨੀਤੀ ਵਾਲਾ ਤਾਂ ਕੰਮ ਜਿਹੜਾ ਉਹ ਸਿਰਾ ਲੱਗਾ ਪਿਆ। ਦੇਖਿਓ ਤੁਸੀਂ, ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਚੰਡੀਗੜ੍ਹ ਆਏ, ਕਹਿੰਦੇ ਪੰਜਾਬ ਦੀ ਗਲੀ ਗਲੀ ਜਾਣਾ। ਉਹਨਾਂ ਨੇ ਅਜੇ ਜਾਣਾ ਹੈ। ਦਿੱਲੀੋਂ ਅਰਵਿੰਦ ਕੇਜਰੀਵਾਲ ਸਾਹਿਬ ਆਏ, ਅੰਮ੍ਰਿਤਸਰ ਉਤਰੇ। ਆਮ ਆਦਮੀ ਪਾਰਟੀ ਦੇ ਵਰਕਰ ਅੱਜ ਕੱਲ੍ਹ ਕੰਮ ਹੋਰ ਹੋ ਗਿਆ, ਨਹੀਂ ਤਾਂ ਆਮ ਤੌਰ 'ਤੇ ਨਾ ਏਅਰਪੋਰਟ ਦੇ ਅੰਦਰ ਦੇਖਦੇ ਹੁੰਦੇ ਆ ਕਿ ਸਾਡੀ ਪਾਰਟੀ ਦਾ ਲੀਡਰ ਆਇਆ ਕਿ ਨਹੀਂ ਆਇਆ। ਹੁਣ ਪਹਿਲਾਂ ਬਾਹਰ ਦੇਖਦੇ ਹੁੰਦੇ ਆ ਭਗਵੰਤ ਮਾਨ ਲੈਣ ਆਇਆ ਕਿ ਨਹੀਂ। ਉਲਟਾ ਹੋ ਗਿਆ ਨਾ ਕੰਮ। ਖੜੇ ਏਅਰਪੋਰਟ ਪਰ ਜਿੱਧਰਲੇ ਪਾਸੇ ਬੰਦੇ ਨੇ ਅਟੈਚੀ ਘੜੀਸਦੇ ਆਉਣਾ ਹੈ, ਉਧਰਲੇ ਪਾਸੇ ਨੂੰ ਪਿੱਠ ਹੁੰਦੀ ਹੈ, ਦੂਜਾ ਭਗਵੰਤ ਮਾਨ ਸਾਹਿਬ ਨਹੀਂ ਆਏ। ਖੌਰੇ ਅੱਜ ਆਉਣਾ ਕਿ ਨਹੀਂ ਆਉਣਾ, ਜੇ ਅੱਜ ਨਾ ਆਏ ਖੌਰੇ ਕਦ ਆਉਣਾ। ਪਰ 5 ਮਿੰਟ ਪਹਿਲਾਂ ਭਗਵੰਤ ਮਾਨ ਸਾਹਿਬ ਆ ਜਾਂਦੇ ਆ, ਕਾਲੇ ਕਾਲੇ ਕਦਮੀ ਤੁਰਦੇ ਆ, ਟ੍ਰੈਫਿਕ ਬੜਾ ਜਾਮ ਸੀ, ਆ ਗਏ ਆ। ਹੁਣ ਅਰਵਿੰਦ ਕੇਜਰੀਵਾਲ ਹੋਰੀ ਆਏ ਆ, ਭਗਵੰਤ ਮਾਨ ਹੋਰੀ ਮੋਹਰੇ ਖੜੇ ਸੀ। ਉਹ ਕਹਿੰਦੇ ਜੀ ਆਓ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਠੀਕ ਹੈ, ਚੰਗੀ, ਸਫ਼ਰ ਠੀਕ ਰਿਹਾ ਹੈ ਤਾਂ ਛੋਟਾ ਜਿਹਾ ਹੀ ਹੈ, ਚਾਹ ਪੀਏ ਕਿੱਦਾਂ ਕਰਨੀ ਹੈ? ਉਹ ਕਹਿੰਦੇ ਨਹੀਂ, ਚਲਿਏ सीधे शेख ਸਾਹਿਬ के घर पर चलते हैं, अफसोस करना है। ਇਹ ਚਲੋ
ਉਹ ਤਾਂ ਗੱਲ ਬਣਦਾ ਵੀ ਹੈ ਖੈਰ, ਕਿਉਂਕਿ ਹੁਣ ਉਹਨਾਂ ਦੀ ਪਾਰਟੀ ਦੇ ਮੈਂਬਰ ਨੇ ਤੇ ਜਿੱਦਾਂ ਉਹਨਾਂ ਨੇ ਗੱਲ ਕਲੀਅਰ ਕਰ ਹੀ ਦਿੱਤੀ ਵੀ ਪਿਛਲੇ ਸਮੇਂ 'ਚ ਮਾੜੀ ਬਿਮਾਰੀ ਉਹਨਾਂ ਨੂੰ ਲੱਗ ਗਈ ਸੀਗੀ। ਉਹਨਾਂ ਨੇ ਇਹ ਵੀ ਕਿਹਾ ਵੀ ਦਿੱਲੀ ਇਲਾਜ ਵੀ ਕਰਾਉਂਦੇ ਰਹੇ ਅਸੀਂ ਆਪਣੇ ਤੌਰ ਦੇ ਉੱਪਰ, ਹਸਪਤਾਲ ਸਾਡਾ ਹੀ ਸਾਡਾ ਸੀਗਾ, ਅਸੀਂ ਉੱਥੇ ਇਲਾਜ ਵੀ ਕਰਾਇਆ, ਉੱਥੋਂ ਕਹਿੰਦੇ ਠੀਕ ਕਰਕੇ ਭੇਜਿਆ। ਡਾਕਟਰ ਨੇ ਕਿਹਾ ਵੀ ਹੌਲੀ ਹੌਲੀ ਰਿਕਵਰ ਹੋ ਜਾਓਗੇ, ਪਰ ਚਲੋ ਨਹੀਂ ਸੀ, ਪਰਮਾਤਮਾ ਨੇ ਉਮਰ ਬਖਸ਼ੀ। ਪਰ ਮੈਨੂੰ ਲੱਗਦਾ ਵੀ ਉਹ ਠੀਕ ਆ, ਫਿਰ ਵੀ ਉਹ ਏਡੀ ਦੂਰੋਂ ਚੱਲ ਕੇ ਆਏ। ਪਰ ਕੁਦਰਤੀ ਮੈਂ ਸੋਚਦਾ ਸੀ ਵੀ ਸੇਖਵਾਂ ਸਾਹਿਬ ਕਿਹੜਾ ਵੀ ਆਮ ਆਦਮੀ ਪਾਰਟੀ ਸ਼ੁਰੂ ਤੋਂ ਰਹੇ ਆ, ਜਿਹੜੀ ਪਾਰਟੀ ਦੇ ਵਿੱਚ ਉਮਰ ਕੱਢ ਦਿੱਤੀ ਉਹਨਾਂ ਵਾਲੇ ਪਾਸਿਓਂ ਤੇ ਮੈਨੂੰ ਲੱਗਦਾ ਨਹੀਂ ਕੋਈ ਏਡੀ ਛੇਤੀ ਪਹੁੰਚਿਆ। ਨਹੀਂ ਹੋ ਸਕਦਾ ਕਿ ਉਹ ਫਿਰ ਗਏ ਹੁਣ, ਆ ਗਏ ਹੁਣ, ਟੈਲੀਫੋਨ ਕਈ ਵਾਰੀ ਕਰ ਦਿੱਤਾ ਜਾਂਦਾ। ਟੈਲੀਫੋਨ ਕੇਜਰੀਵਾਲ ਕੋਲ ਟੈਲੀਫੋਨ ਹੈ ਨਹੀਂ ਵੀ ਉਹਨੂੰ ਆਪ ਆਉਣਾ ਪਿਆ। ਨਹੀਂ ਮੈਂ ਗੱਲ ਹੀ ਕਰਦਾ। ਨਹੀਂ ਕਈ ਵਾਰੀ ਸਿਹਤ ਨਹੀਂ ਠੀਕ ਹੁੰਦੀ ਨਾ, ਤੁਸੀਂ ਹੁਣ ਉਹੀ ਗੱਲ, ਉਹ ਵੀ ਤਾਂ ਉਹਨਾਂ ਉਮਰਾਂ ਤਾਂ ਬਰਾਬਰ ਹੀ ਨੇ। ਅੱਛਾ ਹਾਂ ਹੋ ਸਕਦਾ, ਕੋਈ ਗੱਲ ਨਹੀਂ, ਤੁਸੀਂ ਐਦਾਂ ਨਾ ਗੁੱਸਾ ਕਰਿਆ ਕਰੋ। ਮੈਨੂੰ ਗੁੱਸਾ ਕੋਈ ਨਹੀਂ ਹੈ, ਤੁਹਾਡੇ ਗੁੱਸੇ ਗੱਲ ਹੀ ਗੁੱਸੇ ਵਾਲੀ ਕੀਤੀ ਤੁਸੀਂ ਯਾਰ। ਇਹ ਮੈਂ ਉਹ ਗੱਲ ਕੀਤੀ ਜਿਹੜੀ ਸੇਖਵਾਂ ਸਾਹਿਬ ਦੇ ਆਪਣੇ ਪਿੰਡ 'ਚ ਗੱਲਾਂ ਹੁੰਦੀਆਂ ਹੋਣੀਆਂ। ਅੱਛਾ ਠੀਕ ਹੈ। ਪਿੰਡ ਵਾਲਿਆਂ ਦੀ ਆਦਤ ਹੁੰਦੀ ਹੈ ਨਾ ਕਰਨ ਦੀ, ਯਾਰ ਫਲਾਨਾ ਸਿਆ ਵੀ ਯਾਰ ਭਾਊ ਆਪਣਾ ਦਾ ਸਾਰੀ ਉਮਰ ਕੱਢ ਗਿਆ ਪਾਸੇ, ਯਾਰ ਆਏ ਨਹੀਂ। ਹਾਂ ਗੱਲ ਤਾਂ ਮਾੜੀ ਆ, ਹੈ ਨਾ, ਮੈਂ ਉਹ ਗੱਲ ਕਰਦਾ। ਨਹੀਂ ਗੱਲ ਠੀਕ ਆ ਤੁਹਾਡੀ। ਚਲੋ ਕੇਜਰੀਵਾਲ ਸਾਹਿਬ ਉੱਥੇ ਗਏ, ਕਹਿੰਦੇ ਜੀ ਪਰਿਵਾਰ ਹੁਣ ਹੈਗਾ, ਅਸੀਂ ਪਰਿਵਾਰ ਦੇ ਨਾਲ ਖੜੇ ਆ। ਆਮ ਆਦਮੀ ਪਾਰਟੀ ਨੂੰ ਬਹੁਤ ਲੋੜ ਸੀ ਸੇਖਵਾਂ ਸਾਹਿਬ ਦੀ, ਵੱਡੀ ਲੋੜ ਸੀ, ਕਵੇਲੇ ਚਲੇ ਗਏ। ਉੱਥੋਂ ਕੋਈ ਪੋਲੀਟੀਕਲ ਗੱਲ ਨਹੀਂ ਕੀਤੀ, ਕਹਿੰਦੇ ਅਫਸੋਸ ਕਰਨਾ ਇਹ ਨਹੀਂ ਕਰਨੀ। ਨਾ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੋਲੀਟੀਕਲ ਗੱਲ ਕੀਤੀ, ਕਿਉਂਕਿ ਲੋਕ ਤਾਂ ਉਡੀਕਦੇ ਸੀ ਨਾ ਆਮ ਆਦਮੀ ਪਾਰਟੀ ਵਾਲੇ, ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਕਿ ਕੇਜਰੀਵਾਲ ਸਾਹਿਬ ਆ ਰਹੇ ਆ। ਉਹਦੇ ਤੋਂ ਬਾਅਦ ਉਹ ਸਿੱਧੇ ਆ ਗਿਆ ਜਲੰਧਰ, ਮਾਝੇ ਤੋਂ ਦੁਆਬੇ 'ਚ ਦੇਵੀ ਤਲਾਬ ਮੰਦਿਰ ਹੈ, ਉੱਥੇ ਪ੍ਰਸਿੱਧ ਹੈ, ਦੂਰੋਂ ਦੂਰੋਂ ਸੰਗਤ ਆਉਂਦੀ ਹੈ, ਲੱਖਾਂ ਦੀ ਗਿਣਤੀ ਦੇ ਵਿੱਚ, ਕਈ ਵਾਰੀ ਇੱਕ ਦਿਨ 'ਚ ਲੱਖਾਂ ਲੋਕ ਆ ਜਾਂਦੇ ਉੱਥੇ ਸ਼ਰਧਾਲੂ। ਉੱਥੇ ਗਏ, ਮੱਥਾ ਟੇਕਿਆ, ਜਗਰਾਤੇ ਦੇ ਵਿੱਚ ਹਿੱਸਾ ਲਿਆ। ਤੇ ਉੱਥੇ ਵੀ ਪੱਤਰਕਾਰਾਂ ਨੇ ਸਵਾਲ, ਤਾਂ ਆਪਣੇ ਬੰਦਿਆਂ ਦਾ ਕੰਮ ਹੁੰਦਾ ਜੀ, ਦੱਸੋ ਕਿੱਦਾਂ। ਉਹ ਕਹਿੰਦੇ ਜੀ ਪੋਲੀਟੀਕਲ ਗੱਲ ਨਹੀਂ ਕਰਨੀ, ਮੈਂ ਤਾਂ ਇੱਥੇ ਪੰਜਾਬ ਦੀ ਸੁੱਖ ਮੰਗਣ ਆਇਆ, ਮੈਂ ਤਾਂ ਅਰਦਾਸ ਕਰਨ ਆਇਆ ਕਿ ਪੰਜਾਬ ਜਿਹੜਾ ਖੁਸ਼ਹਾਲ ਰਵੇ, ਸ਼ਾਂਤੀ ਰਵੇ, ਠੀਕ ਰਵੇ, ਤੇ ਇੱਥੋਂ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ, ਹੱਕ ਜਿਹੜੇ ਉਹ ਮਿਲਣ। ਵੈਸੇ ਸੰਧਾਲੀਆ ਸਾਹਿਬ ਪਿਛਲੇ ਕਈ ਦਿਨਾਂ ਤੋਂ ਅਸੀਂ ਚਾਹੁੰਦੇ ਹਾਂ ਕਿ ਠੀਕ ਹੈ, ਆਸਥਾ ਰੱਖੋ, ਠੋਕ ਵਜਾ ਕੇ ਰੱਖੋ। ਸੁਖਬੀਰ ਸਿੰਘ ਬਾਦਲ ਹੋਰੀ ਵੀ ਆਏ, ਉਹਨਾਂ ਨੇ ਵੀ ਮੱਥਾ ਟੇਕਿਆ ਮੰਦਿਰਾਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਦਿਨ ਚੱਲਦੇ ਆ। ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਲਖੀਮਪੁਰ ਖੀਰੀ ਵਾਲੇ ਪਾਸਿਓਂ ਆਏ, ਤਾਂ ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਛੱਡ ਕੇ ਸਿੱਧੇ ਵੈਸ਼ਨੋ ਦੇਵੀ ਮੰਦਿਰ ਚਲੇ ਗਿਆ, ਕਹਿੰਦੇ ਭਾਈ ਉੱਥੇ ਚੱਲਿਆ, ਨਾਲ ਵਿਜੇਂਦਰ ਸਿੰਗਲਾ ਸਾਹਿਬ ਵੀ ਸੀ। ਆਮ ਤੌਰ ਦੇ ਉੱਤੇ ਦੇਖੋ, ਧਾਰਮਿਕ ਆਸਥਾ ਕਿਸੇ ਦੀ ਕਿਤੇ ਵੀ ਹੋ ਸਕਦੀ, ਆਪਾਂ ਉਹ 'ਚ ਨਹੀਂ ਜਾਂਦੇ। ਪਰ ਪਹਿਲਾਂ ਇੱਕ ਗੱਲ ਚੱਲਦੀ ਸੀ ਜੀ, ਅਸੀਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ, ਕੋਈ ਕਹਿੰਦਾ ਸੀ ਜੀ ਉਪ ਮੁੱਖ ਮੰਤਰੀ ਬਣਾ ਦਿਆਂਗੇ, ਕੋਈ ਕਹਿੰਦੇ ਸੀ ਪਾਰਟੀ ਦਾ ਪ੍ਰਧਾਨ ਬਣਾ ਦਿਆਂਗੇ, ਬੀਜੇਪੀ ਵਾਲੇ ਕਹਿੰਦੇ ਸੀ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ, ਕਾਂਗਰਸੀਆਂ ਨੇ ਬਣਾ ਹੀ ਦਿੱਤੇ। ਪਹਿਲਾਂ ਉਸ ਵੋਟ ਬੈਂਕ ਦੇ ਉੱਤੇ ਅੱਖ ਲੱਗਦੀ ਸੀ। ਹੁਣ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ 38% ਦੇ ਕਰੀਬ ਵੋਟਾਂ ਪੰਜਾਬ ਦੀਆਂ ਉਹ ਹਿੰਦੂ ਭਾਈਚਾਰੇ ਦੇ ਸੱਜਣਾਂ ਦੇ ਨਾਲ ਸੰਬੰਧਿਤ ਨੇ। ਤੇ ਕਿਤੇ ਨਾ ਕਿਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਇਹਨਾਂ ਸਮਾਗਮਾਂ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਪਾਰਟੀ ਦਾ ਲੀਡਰ ਜਿਹੜਾ ਉੱਥੇ ਜਾ ਕੇ ਉਹਨਾਂ ਵੋਟਾਂ ਨੂੰ ਸਾਧਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਵੈਸੇ ਸੋਚਦਾ ਸੀ ਕਿ ਕਿਸੇ ਦਿਨ ਟਾਈਮ ਲੱਗੇ, ਸ਼ਨੀਵਾਰ ਐਤਵਾਰ, ਦੋਨੇ ਹੀ ਭਰਾ ਪਿਛਲੇ 4 ਸਾਲਾਂ ਦੀਆਂ ਅਖਬਾਰਾਂ ਕੱਢੀਆਂ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਾਅਦ, ਕਿ ਭਾਈ ਕੀ ਉਹਨਾਂ ਦਿਨਾਂ ਦੇ ਵਿੱਚ ਵੀ ਇਦਾਂ ਹੀ ਸਰਗਰਮੀ ਸੀ। ਸੋਸ਼ਲ ਮੀਡੀਆ ਤਾਂ ਸੀਗਾ ਕਿ ਇੰਨੀ ਸ਼ਿੱਦਤ ਦੇ ਨਾਲ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਵਾਲੇ, ਭਾਜਪਾ ਵਾਲੇ ਇੰਨੀ ਸ਼ਿੱਦਤ ਦੇ ਨਾਲ ਜਾਂਦੇ ਸੀ, ਇੰਨੀ ਆਸਥਾ ਦੇ ਨਾਲ ਜਾਂਦੇ ਸੀ, ਚੱਲ ਚੱਲ ਕੇ ਆਉਂਦੇ ਸੀ ਕਿ ਐਤਕੀ ਆਏ ਆ। ਪਤਾ ਲਾਉਣਾ ਚਾਹੀਦਾ। ਨਹੀਂ ਉਹ ਤੇ ਹੁਣ ਮਾਤਾ ਰਾਣੀ ਨੂੰ ਵੀ ਪਤਾ ਹੈ ਨਾ ਵੀ ਅੱਗੇ ਦੇ ਬੰਦੇ ਇੱਥੇ ਹੀ ਫਿਰਦੇ ਹੁੰਦੇ। ਹੁਣ ਜਿਹੜੇ ਅਚਾਨਕ ਇਧਰੋਂ ਗੇੜਾ ਕੱਢ ਕੇ ਆਉਂਦੇ ਆ ਤੇ ਆਣ ਕੇ ਆਉਂਦੇ ਵੀ ਆ ਮੇਰੇ ਜਿਹੜਾ ਭਗਤੀ ਕੋਈ ਨਹੀਂ ਹੈਗਾ, ਉਹ ਤੇ ਉਹਨੂੰ ਦੀਦਾ ਹੀ ਆ। ਅੱਛਾ ਦੂਜੀ ਚੀਜ਼ ਹੋਰ ਮੈਂ ਸੋਚਦਾ ਸੀ, ਪਤਾ ਨਹੀਂ ਹੈ ਕਿ ਨਹੀਂ ਹੈ ਜਾਂ ਕੱਲ੍ਹ ਨੂੰ ਸੱਚ ਹੋ ਜੇ, ਮੈਨੂੰ ਪਤਾ ਨਹੀਂ। ਜਦੋਂ ਇਹ ਰੌਲਾ ਪੈਂਦਾ ਸੀ ਵੀ ਆਪਾਂ ਇੱਕ ਪਾਰਟੀਕੂਲਰ ਭਾਈਚਾਰਾ ਜਿਹੜਾ ਕਿ ਬਹੁਤ ਦੇਰ ਤੋਂ ਪਛੜਾਇਆ ਗਿਆ, ਜਾਂ ਉਹ ਕਹਿੰਦੇ ਵੀ ਸਾਨੂੰ ਬਰਾਬਰ ਦੇ ਮੌਕੇ ਨਹੀਂ ਦਿੱਤੇ ਗਏ, ਉਹਦੇ 'ਚੋਂ ਅਸੀਂ ਕੁਛ ਨਾ ਕੁਛ ਕਰਨਾ। ਸਿਆਸਤ ਉੱਥੇ ਜੇ ਕੇਂਦਰਿਤ ਹੋਈ ਤੇ ਕਾਂਗਰਸ ਪਾਰਟੀ ਵਾਲਿਆਂ ਨੇ ਆਖਿਆ ਵੀ ਆਹ ਲਓ ਜੀ ਹੁਕਮ ਦਾ ਸਾਡਾ ਯੱਕਾ। ਮੈਨੂੰ ਐਂ ਲੱਗਦਾ ਵੀ ਹੁਣ ਜਦੋਂ ਸਿਆਸਤ ਹੌਲੀ ਹੌਲੀ ਜੇ ਹਿੰਦੂ ਭਾਈਚਾਰੇ ਵਾਲੇ ਪਾਸੇ ਨੂੰ ਕੇਂਦਰਿਤ ਹੋ ਗਈ ਆ ਤੇ ਸਿੱਧੂ ਸਾਹਿਬ ਅਸਤੀਫਾ ਦੇਈ ਬੈਠੇ ਆ ਤੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਨਾਰਾਜ਼ ਆ ਉਹਨਾਂ ਦੇ ਨਾਲ। ਪਿਛਲੇ ਦਿਨ ਹੀ ਜਾਖੜ ਸਾਹਿਬ ਵੀ ਗਰਮ ਸੀਗੇ, ਇਹ ਨਾ ਹੋਵੇ ਹੁਣ ਮੈਂ ਨਹੀਂ ਆਂਦਾ, ਕੁਛ ਪਤਾ ਹੁੰਦਾ ਕਿਸੇ ਵੇਲੇ। ਨਹੀਂ ਤੁਸੀਂ ਨਹੀਂ ਆਂਦੇ, ਗੁਰਪ੍ਰੀਤ ਸੰਧਾਲੀ ਆਂਦਾ, ਤੁਸੀਂ, ਮੈਂ ਥੋੜ੍ਹਾ ਕਿਹਾ ਵੀ ਤੁਸੀਂ ਆਉਂਦੇ ਹੋ। ਹੁਣ ਚਲੋ ਨਹੀਂ ਮੈਂ ਤਾਂ ਗਈ ਨਾ ਵੀ ਜੇ ਅਗਲਿਆਂ ਨੂੰ ਦੇਖੋ, ਉਹਨਾਂ ਵੇਖਿਆ ਵੀ ਕੁਰਸੀਆਂ ਤੇ ਦੋ ਹੀ ਹੁੰਦੀਆਂ, ਜਾਂ ਪ੍ਰਧਾਨ ਦੀ ਤੇ ਜਾਂ ਮੁੱਖ ਮੰਤਰੀ ਦੀ। ਅਗਲੇ ਕਹਿੰਦੇ ਵੀ ਯਾਰ ਹੁਣ ਮੁੱਖ ਮੰਤਰੀ ਕਹਿ ਦਿੱਤਾ, ਆਪਾਂ ਬਣਾ ਤਾਂ, ਇਹ ਨਾ ਹੋਵੇ ਬਾਕੀ ਭਾਈਚਾਰਾ ਨਾਰਾਜ਼ ਹੋ ਜੇ, ਨੁਮਾਇੰਦਗੀ ਦੇਈਏ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ। ਚਰਚਾ ਬਹੁਤ ਵੱਡੀ ਪੱਧਰ ਤੇ ਚੱਲਦੀ ਹੈ ਕਿ ਅਚਾਨਕ ਦਿੱਤਾ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਤੋਂ ਅਸਤੀਫਾ ਉਹਨਾਂ ਨੂੰ ਮਹਿੰਗਾ ਪੈ ਜੂ। ਬੜੀ ਚਰਚਾ ਚੱਲਦੀ ਹੈ ਕਿਉਂਕਿ ਪਹਿਲਾਂ ਹਾਈਕਮਾਂਡ ਜਿੰਨੀ ਨਾਲ ਸੀ ਉਨੀ ਮੰਨਿਆ ਜਾ ਰਿਹਾ ਕਿ ਨਾਰਾਜ਼ ਹੈ ਕਿ ਤੁਸੀਂ ਫੇਰ ਸੰਕਟ 'ਚ ਪਾਤਾ, ਹੁਣ ਮੁੱਖ ਮੰਤਰੀ ਦਾ ਬਦਲ ਦਿੱਤਾ, ਕਿੰਨੇ ਮੰਤਰੀ ਬਦਲੇ, ਸਿੱਧੂ ਸਾਹਿਬ ਹੋਰ ਕੀ ਕਰ ਦਈਏ, ਤੁਸੀਂ ਅਸਤੀਫਾ ਦੇਣਾ ਸੀ, ਪਹਿਲਾਂ ਅੰਦਰ ਬਹਿ ਕੇ ਗੱਲ ਕਰ ਲੈਂਦੇ, ਪਹਿਲਾਂ ਵੀ ਤਾਂ ਦਿੱਲੀ ਆਉਂਦੇ ਸੀ, ਹੁਣ ਵੀ ਆ ਜਾਂਦੇ।
3 ਮਹੀਨੇ ਚੋਣਾਂ 'ਚ ਰਹਿ ਗਏ। ਹਾਈ ਕਮਾਂਡ ਨੂੰ ਇਹ ਵੀ ਲੱਗਦਾ ਕਿ ਅਜੇ ਸੰਗਠਨਾਤਮਕ ਢਾਂਚਾ ਬਣਿਆ ਨਹੀਂ ਕਿ ਜ਼ਿਲ੍ਹਿਆਂ ਦੇ ਪ੍ਰਧਾਨ, ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਕੌਣ ਹੋਣਗੇ, ਬਲਾਕਾਂ ਦੇ ਪ੍ਰਧਾਨ ਕੌਣ ਹੈ, ਕਿਉਂਕਿ ਢਾਂਚਾ ਹੋਏਗਾ ਤਾਂ ਹੀ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗਣੀਆਂ। ਸ਼ਹਿਰਾਂ ਕਸਬਿਆਂ ਦੇ ਵਿੱਚ ਲੋਕਾਂ ਨੂੰ ਪਤਾ ਹੋ ਜੀ ਆਹ ਸਾਡੀ ਪਾਰਟੀ ਦਾ ਬਲਾਕ ਪ੍ਰਧਾਨ ਹੈ। ਢਾਂਚਾ ਬਣਾਉਣ ਦੀ ਜਗ੍ਹਾ ਦੇ ਉੱਤੇ ਉਹ ਕਹਿੰਦੇ ਤੁਸੀਂ ਢਾਂਚਾ ਢਾਉਣ ਦੇ ਉੱਤੇ ਲੱਗੇ, ਇੱਦਾਂ ਕਾਹਤੋਂ? ਰਾਵਤ ਸਾਹਿਬ ਨੇ ਟਵੀਟ ਕੀਤਾ, ਹਰੀਸ਼ ਰਾਵਤ ਅਜੇ ਤੱਕ ਵੀ ਇੰਚਾਰਜ ਹੀ ਨੇ। ਉਹ ਕਹਿੰਦੇ ਜੀ ਸਿੱਧੂ ਸਾਹਿਬ ਆ ਰਹੇ ਆ ਭਲਕੇ ਕੱਲ ਨੂੰ 14 ਨੂੰ, ਤੇ ਨਵਜੋਤ ਸਿੰਘ ਸਿੱਧੂ ਦੀ ਵੇਣੂਗੋਪਾਲ ਸਾਹਿਬ ਦੇ ਨਾਲ ਤੇ ਮੇਰੇ ਨਾਲ ਮੁਲਾਕਾਤ ਹੋਏਗੀ ਤੇ ਅਸੀਂ ਕਾਂਗਰਸ ਪਾਰਟੀ ਦੇ ਸੰਗਠਨ ਬਾਰੇ ਚਰਚਾ ਕਰਾਂਗੇ। ਇਹ ਬਹੁਤ ਚਰਚਾ ਕਿ ਨਵਜੋਤ ਸਿੰਘ ਸਿੱਧੂ ਤੋਂ ਹਾਈ ਕਮਾਂਡ ਖਫਾ ਹੈ, ਪਰ ਮੈਨੂੰ ਹੋਰ ਲੱਗਦਾ, ਮੈਨੂੰ ਇਹ ਲੱਗਦਾ ਕਿ ਜਦੋਂ ਦਾ ਲਖੀਮਪੁਰ ਖੀਰੀ ਵਾਲੇ ਪਾਸੇ ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ਕਰਕੇ ਆਏ ਆ, ਜਦੋਂ ਦਾ ਉਹ ਪੰਜਾਬ ਤੋਂ ਕਾਫਲਾ ਲੈ ਕੇ ਹਰਿਆਣੇ ਦੇ ਵਿੱਚੋਂ ਦੀ ਹੁੰਦੇ ਯੂਪੀ ਦੇ ਬਾਰਡਰ ਤੱਕ ਪਹੁੰਚ ਗਿਆ ਸੀ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਇੱਕ ਦਿਨ ਮੌਨ ਵਰਤ ਰੱਖਣ ਤੋਂ ਬਾਅਦ ਸਾਰੇ ਸੂਬਿਆਂ 'ਚ ਕਾਂਗਰਸ ਪਾਰਟੀ ਦੇ ਸੰਗਠਨਾਂ ਨੇ, ਸੂਬਿਆਂ ਦੇ ਪ੍ਰਧਾਨਾਂ ਨੇ 3-3 ਘੰਟੇ ਦਾ ਮੌਨ ਵਰਤ ਰੱਖਿਆ, ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਮੁੱਦੇ ਤੇ, ਕਿਉਂਕਿ ਤੁਸੀਂ ਇਹ ਦੇਖੋ ਯੂਪੀ ਦੇ ਵਿੱਚ ਜਦੋਂ ਮਿਸ਼ਨ ਯੂਪੀ ਕਾਂਗਰਸ ਸ਼ੁਰੂ ਕਰਦੀ ਆ 2 ਦਿਨ ਪਹਿਲਾਂ, ਬੀਬੀ ਪ੍ਰਿਯੰਕਾ ਗਾਂਧੀ ਜਿਹੜੀ ਰੈਲੀ ਨੂੰ ਸੰਬੋਧਨ ਕਰਦੀ ਉਹ ਕਿਸਾਨਾਂ ਦੇ ਨਾਂ ਤੇ ਰੱਖੀ ਗਈ ਰੈਲੀ ਸੀ। ਹੁਣ ਇਹਦੇ ਤੋਂ ਸਾਫ਼ ਤੌਰ ਤੇ ਨਜ਼ਰ ਆਉਂਦਾ ਕਿ ਜੇ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਬਣੇ, ਸਿਆਸੀ ਤੌਰ ਤੇ ਕਹਿੰਦਾ, ਲੋਕਾਂ ਦੇ ਪੱਖ ਤੋਂ ਨਹੀਂ ਕਹਿੰਦਾ, ਤਾਂ ਫਿਰ ਹਾਈ ਕਮਾਂਡ ਇਗਨੋਰ ਨਹੀਂ ਕਰ ਸਕਦੀ। ਮੈਨੂੰ ਐਂ ਲੱਗਦਾ ਕਿ ਹਾਈ ਕਮਾਂਡ ਹੁਣ ਸੱਦ ਕੇ ਕਹੂਗੀ ਕਿ ਹਫ਼ਤਾ ਦਿੱਤਾ ਭਾਈ, ਜ਼ਿਲ੍ਹਿਆਂ ਦੇ ਪ੍ਰਧਾਨ ਲਾ, ਬਲਾਕਾਂ ਦੇ ਪ੍ਰਧਾਨ ਲਾ, ਤਕੜੇ ਹੋ ਕੇ ਕੰਮ ਕਰੋ। ਕਿਉਂਕਿ ਰਾਵਤ ਸਾਹਿਬ ਨੇ ਇੱਕ ਦਿਨ ਪਹਿਲਾਂ ਇੱਕ ਸੰਕੇਤ ਦਿੱਤਾ ਸੀ ਕਿ ਦੇਖੋ ਜੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਦੇਖਾਂਗੇ, ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਂਡਰ ਨੇ ਕਰਨਾ। ਮੈਨੂੰ ਲੱਗਦਾ ਇੰਨਾ ਕੁ ਬਿਆਨ ਸਿੱਧੂ ਸਾਹਿਬ ਦੇ ਲਈ ਕਾਫੀ ਹੈ। ਨਹੀਂ, ਸਿੱਧੂ ਸਾਹਿਬ ਲਈ ਤਾਂ ਕਾਫੀ ਹੈ, ਪਰ ਚੱਕਰ ਪਤਾ ਕੀ ਹੈ, ਉਹੀ ਰੌਲਾ ਨਾ। ਦੇਖੋ ਹੁਣ ਇਹ ਗੱਲ ਤੇ ਮੰਨਣੀ ਪਊਗੀ ਵੀ 130-35 ਸਾਲ ਪੁਰਾਣੀ ਬੱਸ ਆ। ਹੁਣ ਉਹਦੇ ਹਿਸਾਬ ਨਾਲ ਜਦੋਂ ਡਰਾਈਵਰ ਬਾਹਰਦੇ ਨੇ ਤੇ ਡਰਾਈਵਰ ਬਾਹਰਲੇ ਰੰਗ ਰੋਗਨ ਦੇ ਹਿਸਾਬ ਨਾਲ ਗੇਅਰ ਪੁੱਟ ਮਾਰਦਾ। ਹੁਣ ਮੁਸ਼ਕਲ ਇਹ ਹੈ ਵੀ ਜਦੋਂ ਪੁੱਟ ਕੇ ਗੇਅਰ ਮਾਰਦੇ ਆ ਤੇ ਪਤਾ ਇਹ ਲੱਗਦਾ ਵੀ ਉਹ ਪੁੱਟ ਕੇ ਇੱਕ ਮਾਰਿਆ, ਇੱਕ ਨਿਕਲ ਗਿਆ, ਮੁੜ ਕੇ ਵਿਚਾਲੇ ਹੀ ਰਹਿ ਗਿਆ, ਉਹ ਅਗਲਾ ਗੇਅਰ ਪੈਂਦਾ ਨਹੀਂ। ਹੁਣ ਇਹ ਜੇ ਤਾਂ ਇਦਾਂ ਹੀ ਚੱਲਦਾ ਰਿਹਾ ਤੇ ਗੱਲ ਉਹੀ ਆ ਵੀ ਉਧਰੋਂ ਟਾਈਮ ਨਿਕਲ ਜਾਣਾ ਅੱਡੇ ਤੋਂ, ਤੇ ਇਧਰ ਪੈਂਡਾ ਵਾਹਵਾ ਰਹਿੰਦਾ, ਤੇ ਉਧਰਲੇ ਪਾਸੇ ਜੇ ਰੇਸ ਇਸੇ ਹਿਸਾਬ ਨਾਲ ਚੱਲਦੀ ਰਹੀ ਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਜਮਾਂ ਹੀ ਅੱਡੇ ਦੇ ਬੂਹੇ ਤੇ ਜਾ ਕੇ ਖਲੋ ਜਾਂਦੇ ਨੇ ਨਾ ਕਿਸੇ ਵੇਲੇ, ਫਿਰ ਕੰਡਕਟਰ ਆਪ ਜਾ ਉਹ ਫਿਰ ਹੁਣ ਉੱਤਰ ਕੇ ਚੱਲ ਜਾਓ ਗਾਂ, ਫਿਰ ਹੁਣ ਗਾਂ ਨਹੀਂ ਜਾਣੀ। ਇਹ ਜੇ ਤੇ ਇਦਾਂ ਚੱਲਦਾ ਹੈ ਕੰਮ, ਫਿਰ ਇਹ ਔਖਿਆਂ ਕਰ ਸਕਦੀ ਗੱਲਬਾਤ। ਬਾਕੀ ਕੁੱਲ ਮਿਲਾ ਕੇ ਇਹ ਗੱਲ ਠੀਕ ਆ ਵੀ ਜੇ ਸਿੱਧੂ ਸਾਹਿਬ ਨੇ ਜਿਸ ਹਿਸਾਬ ਨਾਲ ਹੁਣ ਰੱਖਦੇ ਗੁਪਤ ਨਾਰਾਜ਼ਗੀ, ਪਹਿਲਾਂ ਥੋੜੀ ਜਿਹੀ ਵੋਕਲ ਨਾਰਾਜ਼ਗੀ ਸੀਗੀ, ਕਦੀ ਟਵੀਟੋ ਟਵੀਟੀ, ਕਦੀ ਬਿਆਨੋ ਬਿਆਨੀ, ਹੁਣ ਉਹ ਅੱਜ ਕੱਲ੍ਹ ਜਿੱਦਾਂ ਇਸ਼ਾਰਿਆਂ ਦੇ ਹਿਸਾਬ ਨਾਲ ਨਾਰਾਜ਼ਗੀ ਰੱਖਣ ਲੱਗ ਪਏ। ਖਾਸ ਕਰਕੇ ਜਿਹੜਾ ਚੰਨੀ ਸਾਹਿਬ ਦੇ ਮੁੰਡੇ ਦੇ ਵਿਆਹ ਤੇ ਨਾ ਜਾਣ ਵਾਲੀ ਵਾਹਵਾ ਚਰਚਾ ਜੀ ਚਲਾਈ ਜਾਂਦੇ ਲੋਕੀ ਵੀ ਯਾਰ ਉੱਥੇ ਜਾਣਾ ਚਾਹੀਦਾ ਸੀ, ਕੀ ਫਰਕ ਪੈਂਦਾ ਸੀ, ਮੁੰਡਾ ਕਿਹੜਾ ਰੋਜ਼ ਵਿਆਹਣਾ ਸੀ ਉਹਨਾਂ ਨੇ, ਹੈ ਨਾ, ਵੀ ਚਲੇ ਜਾਂਦੇ ਕੀ ਫਰਕ ਪੈਂਦਾ ਸੀ। ਹੁਣ ਉਹੋ ਜਿਹੀਆਂ ਜਿਹੜੀਆਂ ਜੇ ਤੇ ਚਰਚਾਵਾਂ ਹੌਲੀ ਹੌਲੀ ਧੁਖਦੀਆਂ ਉੱਪਰ ਤੱਕ ਗਈਆਂ, ਤੇ ਕੀ ਪਤਾ ਲੱਗਦਾ ਉਦੋਂ ਵੀ ਤੇ ਇਦਾਂ ਹੀ ਹੋਇਆ ਸੀ ਵੀ ਸੋਢੀ ਸਾਹਿਬ ਨੇ ਜਦੋਂ ਬੰਦੇ ਸੱਦੇ ਤੇ ਅਗਲੇ ਦਿਨ ਅਖਬਾਰਾਂ 'ਚ ਕਹਿੰਦੇ 62 ਬੰਦੇ, 68 ਬੰਦੇ, 70 ਬੰਦੇ, 75 ਬੰਦੇ, ਤੇ ਹਫ਼ਤਾ ਇੱਕ ਨਹੀਂ ਸੀ ਪਿਆ ਜਦੋਂ ਬੰਦਾ ਉਧਰ ਕੋਈ ਵੀ ਨਹੀਂ ਰਹਿ ਗਿਆ, ਚਾਨਣੀਆਂ ਕਨਾਤਾਂ ਰਹਿ ਗਈਆਂ। ਦੇਖੋ ਇਹ ਬਹੁਤ ਜ਼ਰੂਰੀ ਹੈ ਇਸ ਵੇਲੇ, ਭਾਵੇਂ ਲਾਲ ਲਕੀਰ ਵਾਲਾ ਮਸਲਾ ਹੱਲ ਕੀਤਾ ਜਾ ਰਿਹਾ, NRIs ਨੂੰ ਬਹੁਤ ਕੁਝ ਆਖਿਆ ਜਾ ਰਿਹਾ। ਕਾਂਗਰਸ ਦੇ ਵਿਧਾਇਕ ਕੈਪਟਨ ਸਾਹਿਬ ਤੋਂ ਭੱਜੇ ਕਿਉਂ ਸੀ? ਕਿਉਂਕਿ ਉਹ ਪਿੰਡਾਂ 'ਚ ਜਾਂਦੇ ਸੀ ਤੇ ਲੋਕ ਸਵਾਲ ਪੁੱਛਦੇ ਸੀ ਕਿ ਬੇਅਦਬੀ ਵਾਲੇ ਇਨਸਾਫ ਦਾ ਕੀ ਬਣਿਆ, ਬਿਜਲੀ ਸਮਝੌਤਿਆਂ ਦਾ ਕੀ ਬਣਿਆ, ਸਾਰਾ ਕੁਝ ਕਿੱਥੇ ਖਲੋਤਾ, ਮੜ ਜਾ ਦੱਸੋ, ਵੋਟਾਂ ਦੀ ਗੱਲ ਬਾਅਦ 'ਚ ਕਰਦੇ ਹਾਂ। ਹੁਣ ਜੇ ਤਾਂ ਲਾਲ ਲਕੀਰ ਵਾਲੇ ਮਸਲੇ ਦੇ ਨਾਲ, ਜਾਂ NRIs ਵਾਲੇ ਮਸਲੇ ਦੇ ਨਾਲ, ਜਾਂ ਬਿਜਲੀ ਦੇ ਬਕਾਏ ਮਾਫ ਕਰਨ ਦੇ ਨਾਲ ਜੇ ਤਾਂ ਕਾਂਗਰਸੀ ਵਿਧਾਇਕਾਂ ਨੂੰ ਲੱਗਦਾ ਹੈ ਕਿ ਮਸਲੇ ਹੱਲ ਹੋ ਗਏ ਆ, ਹੁਣ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਲੋਕ ਸਵਾਲ ਨਹੀਂ ਪੁੱਛਦੇ, ਫਿਰ ਤਾਂ ਉਹ ਚੁੱਪ ਕੀਤੇ ਰਹਿਣਗੇ। ਪਰ ਜੇ ਇੰਨੇ ਕੁ ਕੰਮਾਂ ਦੇ ਨਾਲ ਨਾ ਸਰਦਾ ਹੋਇਆ, ਜੇ ਵੱਖ-ਵੱਖ ਵਿਧਾਇਕਾਂ ਨੂੰ, ਕਿਉਂਕਿ ਸਿੱਧੂ ਸਾਹਿਬ ਨੇ ਮਸਲਾ ਤਾਂ ਮੰਗਾ ਹੀ ਦਿੱਤਾ ਕਿ ਭਾਈ ਐਡਵੋਕੇਟ ਜਨਰਲ ਸਾਹਿਬ ਆਹ ਲਾਤੇ, DGP ਸਾਹਿਬ ਆਹ ਲਾਤੇ, ਜੇ ਵਿਧਾਇਕਾਂ ਨੂੰ ਸਵਾਲ ਪਿੰਡਾਂ ਦੇ ਵਿੱਚੋਂ ਇਸ ਗੱਲ ਦੇ ਪੁੱਛਣੇ ਸ਼ੁਰੂ ਹੋ ਗਏ, ਪਤਾ ਕੋਈ ਨਹੀਂ ਹੁੰਦਾ ਕਿ ਕਿਹੜੇ ਵੇਲੇ ਕੀ ਹੋ ਜਾਵੇ। ਨਹੀਂ, ਉਹ ਇਹ ਗੱਲ ਫਿਰ ਉੱਥੇ ਆ ਗਈ ਨਾ ਉਦਾਹਰਨ ਵੀ ਜੇ ਤੇ ਪਿੱਛੋਂ ਸਵਾਰੀਆਂ ਨੇ ਰੌਲਾ ਪਾਦਾ ਵੀ ਹਾਂ ਇਦਾਂ ਕਿੱਦਾਂ, ਇਦਾਂ ਕਦੋਂ ਪਹੁੰਚੇ ਅਸੀਂ ਤੇ ਗਾਂਹ ਬੱਸ ਫੜ, ਫਿਰ ਹੋ ਸਕਦਾ ਵੀ ਡਰਾਈਵਰ ਇੱਕ ਵਾਰ ਹੁੰਦਾ ਵੀ ਦੋਵੇਂ ਹੱਥ ਗੇਅਰ ਤੇ ਪਾ ਕੇ ਨਾ 2 ਵਾਰਾਂ ਕਲੱਚ ਨੱਪ ਕੇ ਹੁਣ ਪੈਣਾ ਗੇਅਰ। ਜੇ ਤੇ ਇਦਾਂ ਕਰਕੇ ਕਿਤੇ ਸਿਰੇ ਬਿਲੇ ਲਾ ਲੈਣ ਫਿਰ ਤੇ ਠੀਕ ਆ, ਤੇ ਜੇ ਰਹਿ ਗਈ ਰਾਜ ਦੀ ਫਿਰ ਰਹਿ ਗਈ, ਫਿਰ ਹੁਣ ਕੀ ਕਰਾਂਗੇ, ਤਾਕਿਆਂ ਜਿਹੜਾ ਆ ਗਿਆ ਭਾਂਸਾਂ ਚੱਲੀਏ, ਫਿਰ ਕਹਿੰਦਾ ਮੋਢੇ ਤੇ ਰੱਖ ਪਰਨਾ। ਨਹੀਂ, ਇਹ ਗੱਲ ਠੀਕ ਹੈ। ਕੇਜਰੀਵਾਲ ਸਾਹਿਬ ਜਦੋਂ ਆਪਣੀ ਬੱਸ ਲੈ ਕੇ ਪੰਜਾਬ ਆਉਣ ਲੱਗੇ ਸੀ, ਉਹਨਾਂ ਨੇ ਦਿੱਲੀ 'ਚ ਇੱਕ ਹੋਰ ਗੱਲ ਆਖ ਦਿੱਤੀ, ਪਿਛਲੀ ਵਾਰੀ ਬਹੁਤ ਚੱਕੀ ਸੀ, ਕਿ ਜੀ ਕੇਜਰੀਵਾਲ ਸਾਹਿਬ ਕਹਿੰਦੇ ਕਿ ਦਿੱਲੀ ਜਿਹੜਾ ਪ੍ਰਦੂਸ਼ਣ ਪਰਾਲੀ ਕਰਕੇ ਹੁੰਦਾ, ਕਹਿ ਉਹਨਾਂ ਨੇ ਐਤਕੀ ਵੀ ਦਿੱਤਾ। ਉਹ ਕਹਿੰਦੇ ਜੀ ਮੈਂ ਰੋਜ਼ ਇੱਕ ਟਵੀਟ ਕਰਦਾ ਕਿ ਦਿੱਲੀ ਦੇ এনवायरमेंट ਦੀ, ਵਾਤਾਵਰਣ ਦੀ ਸਥਿਤੀ ਕੀ ਆ, ਤੇ ਆ ਦੇਖੋ ਕਹਿੰਦੇ ਪ੍ਰਦੂਸ਼ਣ ਵੱਧ ਰਿਹਾ। ਉਹ ਕਹਿੰਦੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਪਰਾਲੀ ਨੂੰ ਅੱਗ ਲੱਗ ਰਹੀ ਹੈ। ਇਹ ਪਿਛਲੀ ਵਾਰੀ ਵੀ ਕਿਹਾ ਤੇ ਐਤਕੀ ਵੀ ਕਿਹਾ, ਪਰ ਕਹਿੰਦੇ ਪਰਾਲੀ ਨੂੰ ਅੱਗ ਲਾਉਣ ਲਈ ਕਿਸਾਨ ਮਜਬੂਰ ਨੇ। ਐਤਕੀ ਸਟੇਟਮੈਂਟ ਦੇ ਵਿੱਚ ਇੱਕ ਚੀਜ਼ ਜੋੜੀ ਹੈ,
ਉਹ ਕਹਿੰਦੇ ਅਸੀਂ ਦੇਖੋ ਇਧਰਲੇ ਪਾਸੇ ਆ ਚੀਜ਼ ਤਿਆਰ ਕੀਤੀ ਹੈ, ਪਰਾਲੀ ਦੇ ਵਿੱਚ ਆ ਕੈਪਸੂਲ ਪਾਓ, ਖੇਤ ਦੇ ਵਿੱਚ ਹੀ ਉਹ ਗਲ ਜਾਂਦੀ ਆ, ਬਹੁਤ ਵਧੀਆ ਡੀਕੰਪੋਜ਼ ਹੋ ਜਾਂਦੀ, ਸਵਾਦ ਆ ਜਾਂਦਾ। ਅਸੀਂ ਕਹਿੰਦੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਰਹੇ ਕਿ ਕਿਸਾਨ ਤੁਹਾਡਾ ਤੰਗ ਹੈ, ਉਹ ਮਜਬੂਰ ਹੈ, ਤੁਹਾਡੀ ਡਿਊਟੀ ਬਣਦੀ ਹੈ ਕਿ ਜਿੱਦਾਂ ਅਸੀਂ ਪਰਾਲੀ ਸਾਂਭੀ ਹੈ ਤੁਸੀਂ ਵੀ ਸਾਂਭੋ, ਪਰ ਸਰਕਾਰਾਂ ਧਿਆਨ ਨਹੀਂ ਦਿੰਦੀਆਂ। ਕਿਸਾਨ ਹੁਣ ਪਰਾਲੀ ਨੂੰ ਅੱਗ ਨਾ ਲਾਵੇ ਤਾਂ ਕੀ ਕਰੇ, ਪਰ ਸਾਡੀ ਦਿੱਲੀ 'ਚ ਪ੍ਰਦੂਸ਼ਣ ਹੋਈ ਜਾਂਦਾ। ਨਾਲ ਹੀ ਉਹਨਾਂ ਨੇ ਦੋ ਗੱਲਾਂ ਕਹਿਤੀਆਂ। ਉਹ ਕਹਿੰਦੇ ਜੀ ਆ ਐਪ ਆ ਇੱਕ ਗ੍ਰੀਨ ਦਿੱਲੀ, ਜੇ ਤੁਹਾਨੂੰ ਲੱਗਦਾ ਕਿ ਕਿਤੇ ਪ੍ਰਦੂਸ਼ਣ ਦਿੱਲੀ ਦੇ ਅੰਦਰ ਹੋ ਰਿਹਾ, ਐਪ ਤੇ ਸ਼ਿਕਾਇਤ ਕਰੋ। ਜੇ ਤੁਹਾਨੂੰ ਲੱਗਦਾ ਕੋਈ ਵਹੀਕਲ ਜਾ ਰਿਹਾ ਬਹੁਤ ਪ੍ਰਦੂਸ਼ਣ ਕਰ ਰਿਹਾ, ਉਹਦਾ ਨੰਬਰ ਇਸ ਐਪ ਦੇ ਉੱਤੇ ਪਾ ਦਿਓ, ਅਸੀਂ ਆਪੇ ਕਾਰਵਾਈ ਕਰਾਂਗੇ। ਤੀਸਰਾ ਉਹ ਕਹਿੰਦੇ ਮੈਂ ਦਿੱਲੀ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਲਾਲ ਬੱਤੀ ਹੋ ਜਾਂਦੀ ਹੈ ਤੁਹਾਨੂੰ ਖੜਨਾ ਪੈਂਦਾ, ਗੱਡੀ ਬੰਦ ਕਰ ਦਿਓ, ਸਕੂਟਰ ਤੇ ਸਕੂਟਰ ਬੰਦ ਕਰ ਦਿਓ, ਕਾਰ ਤੇ ਕਾਰ ਬੰਦ ਕਰ ਦਿਓ, ਟਰੱਕ ਤੇ ਟਰੱਕ ਬੰਦ ਕਰ ਦਿਓ, ਕਿਉਂਕਿ ਇਹਦੇ ਨਾਲ ਹੀ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਦੂਸ਼ਣ ਫੈਲਦਾ। ਜੇ ਤੁਸੀਂ 2-3 ਮਿੰਟ ਇੱਕ ਜਗ੍ਹਾ ਦੇ ਉੱਤੇ ਖੜੇ ਰਹਿੰਦੇ ਹੋ, ਗੱਡੀ ਸਟਾਰਟ ਰਹਿੰਦੀ ਹੈ, ਧੂੰਆਂ ਤਾਂ ਨਿਕਲ ਹੀ ਜਾਂਦਾ, ਤੁਸੀਂ ਗੱਡੀ ਬੰਦ ਕਰ ਲਓਗੇ ਧੂੰਆਂ ਨਹੀਂ ਨਿਕਲੂਗਾ। ਆਰਜ਼ੀ ਤੌਰ ਦੇ ਉੱਤੇ ਕਹਿੰਦੇ ਇਹ ਛੋਟਾ ਜਿਹਾ ਸੋਲੂਸ਼ਨ ਹੈਗਾ, ਪਰ ਮੈਂ ਦਿੱਲੀ ਦੇ ਲੋਕਾਂ ਤੋਂ ਉਮੀਦ ਕਰਦਾ। ਹੁਣ ਸਿੱਧੇ ਤੌਰ ਤੇ ਜਦੋਂ ਪਰਾਲੀ ਦੀ ਗੱਲ ਕਰਤੀ, ਸਰਕਾਰਾਂ ਡਿੱਕੇ ਲੈ ਜਾਂਦੀਆਂ, ਕਿਸਾਨਾਂ ਦੀ ਮਜਬੂਰੀ ਆਖ ਦਿੱਤੀ, ਤੇ ਅਗਲੇ ਪੰਜਾਬ ਆਇਓ ਆ ਮੁੱਦਾ ਭਖੂਗਾ। ਨਹੀਂ ਮੁੱਦਾ ਭਖੂਗਾ, ਪਰ ਮੈਨੂੰ ਲੱਗਦਾ ਵੀ ਕੇਜਰੀਵਾਲ ਸਾਹਿਬ ਦੇ ਇਸ ਬਿਆਨ ਦਾ ਨਾ ਅਸਰ ਜਿੱਦਾਂ ਦਾ ਉਹ ਚਾਹੁੰਦੇ ਆ ਉਹ ਦਿੱਲੀ 'ਚ ਭਾਵੇਂ ਠੀਕ ਹੋ ਜੇ, ਪੰਜਾਬ ਵਾਲੇ ਪਾਸੇ ਨਹੀਂ ਹੋਣਾ। ਕਿਉਂਕਿ ਇੱਥੇ ਨਾ ਕੋਈ ਗੱਲ ਦੇਖਿਆ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਹਾਂ, ਇਹ ਇੱਕ ਦਿੱਲੀ ਦਾ ਕੀ ਗੱਲ, ਇੱਥੋਂ ਵੀਜ਼ਾ ਦੇ ਕੇ ਘੱਲਦੇ ਸੀ ਧੂਏ ਨੂੰ, ਵੀ ਉਹ ਨਾ ਰਾਜਸਥਾਨ ਨੂੰ ਜਾਂਦਾ, ਨਾ ਪਾਕਿਸਤਾਨ ਨੂੰ ਜਾਂਦਾ, ਨਾ ਪਰੇ ਹਿਮਾਚਲ ਨੂੰ ਚੜ੍ਹਦਾ, ਸਿੱਧਾ ਦਿੱਲੀ ਜਾਂਦਾ। ਅੱਛਾ ਰਾਜ ਵੀ ਕਿਤੇ ਨਹੀਂ ਖਲੋਂਦਾ, ਨਾ ਵਾਲੇ ਕਿਤੇ ਚਾਹ ਵੀ ਨਹੀਂ ਪੀਂਦਾ, ਵੀ ਸਿੱਧਾ ਦਿੱਲੀ ਚਲੇ ਜਾਂਦਾ। ਮਤਲਬ ਇਹ ਜਿਹੜਾ ਇੱਕ ਲੌਜਿਕ ਹੈ, ਇਹ ਪਤਾ ਨਹੀਂ ਉਹ ਕਿੱਦਾਂ ਸਮਝਾਉਣਗੇ ਵੀ ਭਾਈ ਸਾਹਿਬ ਉਹ ਬਿਲਕੁਲ ਫਲਾਨੀ ਹਵਾ ਚੱਲਦੀ ਆ, ਢੀਂਗੜੀ ਹਵਾ ਚੱਲਦੀ ਆ, ਵੀ ਅੱਗ ਤੁਸੀਂ ਕਿਤੇ ਲਾ ਦਿਓ ਜਾਂ ਕਿਤੇ ਵੀ ਲੱਗੀ ਹੋਵੇ, ਉਹ ਜਾਣਾ ਸਿੱਧਾ ਧੂਆਂ ਦਿੱਲੀ ਆ। ਜਦੋਂ ਫਿਰ ਦਿੱਲੀ ਪਹੁੰਚ ਜਾਂਦਾ ਉਦੋਂ ਬਾਅਦ ਧੂਆਂ ਉੱਥੇ ਕਿਤੇ ਬਹਿ ਥੋੜ੍ਹਾ ਜਾਂਦਾ, ਉਦੋਂ ਬਾਅਦ ਕਿਧਰ ਜਾਂਦਾ। ਕੋਈ ਵੀ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਹੋ ਸਕਦਾ ਵੀ ਇਹ ਗੱਲਾਂ ਦਾ ਕੜਾਹ ਹੀ ਆ, ਮੈਂ ਨਹੀਂ ਕਹਿੰਦਾ ਵੀ ਇੱਦਾਂ ਹੋਣਾ, ਪਰ ਇਹ ਇੱਕ ਐਸੀ ਦੁਵਿਧਾ ਜਿੱਥੇ ਜਾ ਕੇ ਪੋਲੀਟੀਕਲ ਪਾਰਟੀਆਂ ਵਾਲੇ ਪੇਚ ਫਸਾ ਕੇ ਬਹਿ ਜਾਂਦੇ ਹੁੰਦੇ ਆ। ਐਡੋ ਮੇਰੇ ਖਿਆਲ ਨਾਲ 3-4 ਦਿਨ ਰੌਲਾ ਰੱਪਾ ਜਿਹਾ ਸੁਣਨ ਤੋਂ ਬਾਅਦ ਨਾ ਹਾਰ ਕੇ ਮੁੜ ਕੇ ਬੰਦੇ ਵੀ ਸੁਣਨ ਵਾਲੇ, ਉਹ ਦਫਾ ਕਰ ਯਾਰ, ਐਵੇਂ ਲੜੀ ਜਾਂਦੇ ਆ ਆਪਸ ਦੇ ਵਿੱਚ, ਕਰਨਾ ਕਿਸੇ ਨੇ ਕੁਛ ਨਹੀਂ। ਜੇ ਤੇ ਇੱਥੇ ਆ ਕੇ ਗੱਲ ਨਿਬੜ ਗਈ ਫਿਰ ਕੋਈ ਫਾਇਦਾ ਨਹੀਂ। ਤੇ ਜੇ ਵਾਕਿਆ ਹੀ ਕੁਛ ਨਾ ਕੁਛ, ਜੇ ਮੇਰੇ ਖਿਆਲ ਨਾਲ ਪੰਜਾਬ ਆਏ ਆ, ਇੱਕ ਅੱਧੀ ਮੁਹਿੰਮ ਪੰਜਾਬ 'ਚੋਂ ਚਲਾ ਦੇਣ ਵੀ ਯਾਰ ਸਾਡੀ ਆਮ ਆਦਮੀ ਪਾਰਟੀ ਦੇ, ਮੈਂ ਨਾ ਚਲੋ ਸਾਰੇ ਪੰਜਾਬ 'ਚ ਨਾ ਸੀ, ਜਿੱਥੇ ਜਿੱਥੇ ਉਹਨਾਂ ਦੇ MLA ਆ, ਵੀ MLA ਆਪਣੇ ਆਪਣੇ ਹਲਕੇ ਦੇ ਵਿੱਚ ਆ ਜਿਹੜਾ ਕੈਪਸੂਲ ਉਹਨਾਂ ਦਿੱਲੀ ਲਈ ਬਣਾਇਆ, ਉਹ ਅਸੀਂ ਲੋਕਾਂ ਨੂੰ ਫ੍ਰੀ ਵੰਡਾਂਗੇ। ਅਸੀਂ ਉੱਥੇ ਜਾ ਕੇ ਇਹ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਆਮ ਆਦਮੀ ਪਾਰਟੀ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ। ਜੀ ਜੇ ਤਾਂ ਇੰਨਾ ਕੁ ਕਰ ਲੈਣ ਤੇ ਫਿਰ ਮੇਰੇ ਖਿਆਲ ਨਾਲ ਜ਼ਿਆਦਾ ਵਧੀਆ, ਨਹੀਂ ਬਿਆਨਾਂ ਤੱਕ ਰਹਿ ਗਿਆ ਕੰਮ, ਫਿਰ ਕੰਮ ਖਰਾਬ ਹੋਣਾ। ਨਹੀਂ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਨੂੰ ਅਪਲਾਈ ਕਰਕੇ ਦਿਖਾ ਦੇਣਾ ਚਾਹੀਦਾ ਕਿ ਆਹ ਦੇਖੋ ਸੰਭਵ ਹੁੰਦਾ ਹੈ। ਬਾਕੀ ਕੇਜਰੀਵਾਲ ਸਾਹਿਬ ਇਹ ਅਪਲਾਈ ਕਰਦੇ ਆ ਕਿ ਨਹੀਂ ਕਰਦੇ, ਉਹਨਾਂ 'ਤੇ ਨਿਰਭਰ ਕਰਦਾ। ਰਾਜਾ ਵੜਿੰਗ ਨੇ ਸਮਾਂ ਫੇਰ ਮੰਗ ਲਿਆ, ਉਹ ਕਹਿੰਦੇ ਜੀ ਦੇਖੋ ਗੱਲ ਇੱਦਾਂ, ਇੱਥੇ ਆ ਕੇ ਕੇਜਰੀਵਾਲ ਸਾਹਿਬ ਪੰਜਾਬ 'ਚ ਲੱਛੇਦਾਰ ਭਾਸ਼ਣ ਦੇਣਗੇ, ਸਮਾਂ ਹੈਗਾ 2-2 ਦਿਨ ਵੀ ਹੈਗੇ ਆ। ਮੈਂ ਪੰਜਾਬ ਦਾ ਟਰਾਂਸਪੋਰਟ ਮੰਤਰੀ ਚਿੱਠੀਆਂ ਲਿਖ ਥੱਕ ਗਿਆ ਕਿ ਭਾਈ ਮੈਨੂੰ ਮਿਲਣ ਦਾ ਸਮਾਂ ਦਿਓ, ਪ੍ਰਾਈਵੇਟ ਬੱਸਾਂ ਜਿਹੜੀਆਂ ਦਿੱਲੀ ਦੇ ਏਅਰਪੋਰਟ ਤੱਕ ਜਾਂਦੀਆਂ ਸਰਕਾਰੀ ਕਿਉਂ ਨਹੀਂ ਜਾਂਦੀਆਂ। ਮੈਨੂੰ ਕਹਿੰਦੇ ਉਹਨਾਂ ਨੇ ਸਮਾਂ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਟਰਾਂਸਪੋਰਟ ਮਾਫੀਆ ਦੇ ਹੱਕ 'ਚ ਤਾਂ ਨਹੀਂ ਕਿਤੇ ਤੁਸੀਂ ਕਿਤੇ ਚਾਹੁੰਦੇ ਤਾਂ ਨਹੀਂ ਕਿ ਜਿਹੜੇ ਨਿੱਜੀ ਤੌਰ ਦੇ ਉੱਤੇ ਟਰਾਂਸਪੋਰਟਰ ਨੇ ਉਹਨਾਂ ਦੀ ਆਮਦਨ ਇਸੇ ਤਰੀਕੇ ਰਹੇ ਤਾਂ ਪੰਜਾਬ ਦੀਆਂ ਸਰਕਾਰੀ ਬੱਸਾਂ ਥੱਲੇ ਹੀ ਰਹਿਣ। ਕੇਜਰੀਵਾਲ ਸਾਹਿਬ ਜੇ ਚਾਹੁੰਦੇ ਹੋ ਕਿ ਪੰਜਾਬ 'ਚੋਂ ਟਰਾਂਸਪੋਰਟ ਮਾਫੀਆ ਮੁਕਾਉਣਾ ਤਾਂ ਮਿਲਣ ਦਾ ਸਮਾਂ ਦਿਓ ਹੁਣ ਇਸ ਮੁੱਦੇ ਤੇ, ਕਿਉਂਕਿ ਅੱਜ ਉਹਨਾਂ ਨੇ ਵਪਾਰੀਆਂ ਨਾਲ ਗੱਲਬਾਤ ਕਰਨੀ ਹੈ ਜਲੰਧਰ 'ਚ, ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਨਾਲ ਵੱਡੀ ਬੈਠਕ ਹੋਊਗੀ। ਅਕਸਰ ਉਹ ਕਰਦੇ ਹੁੰਦੇ ਆ ਕਿ ਵੱਡੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਆ, ਪਹਿਲਾਂ ਆਪਣੀ ਗੱਲ ਰੱਖਦੇ ਆ, ਫਿਰ ਪੱਤਰਕਾਰਾਂ ਨੂੰ ਸਵਾਲ ਕਰਨ ਦਾ ਮੌਕਾ ਦਿੰਦੇ ਆ। ਤਾਂ ਜੇ ਮੌਕਾ ਮਿਲ ਗਿਆ ਪਹਿਲਾ ਸਵਾਲ ਹੀ ਇਹ ਹੋਣਾ ਮੈਨੂੰ ਲੱਗਦਾ। ਨਹੀਂ ਇਹ ਤਾਂ ਹੋਣਾ ਹੀ ਮੇਰਾ ਖਿਆਲ ਵੀ ਇਸ ਗੇੜੇ ਦੇ ਵਿੱਚ ਹੋਰ ਕੁਝ ਹੋਵੇ ਨਾ ਆਵੇ, ਇਸ ਚੀਜ਼ ਦੇ ਘੇਰੇ ਗੇੜੇ ਜ਼ਰੂਰ ਲੱਗਣਗੇ। ਬਾਕੀ ਇੱਕ ਮੈਂ ਚੀਜ਼ ਸੋਚਦਾ ਸੀ ਵੀ ਜੇ ਹੁਣ ਜਿਸ ਹਿਸਾਬ ਨਾਲ ਵੜਿੰਗ ਸਾਹਿਬ ਲੱਗੇ ਆ, ਜੇ ਉਹਨਾਂ ਦਾ ਡਿਪਾਰਟਮੈਂਟ, ਉਹਨਾਂ ਦੇ ਡਿਪਾਰਟਮੈਂਟ ਦੇ ਥੱਲੇ ਤੱਕ ਦੇ ਮੁਲਾਜ਼ਮ ਸਾਥ ਦੇਣ ਤੇ ਕੁਛ ਨਾ ਕੁਛ ਤਬਦੀਲੀ ਤੇ ਲਿਆਂਦੀ ਜਾ ਸਕਦੀ। ਇੱਕ ਜਿੱਦਾਂ ਉਹ ਸਿਸਟਮ ਜਿਹਦੀ ਗੱਲ ਕਰਦੇ ਸੀ ਵੀ ਜਿਹੜਾ ਪਹਿਲਾਂ ਸਰਕਾਰੀ ਬੱਸਾਂ 'ਚ ਲੱਗਾ ਵੀ ਭਾਵੇਂ ਉਹ ਰੋਡਵੇਜ਼ ਦੀਆਂ ਨੇ, ਭਾਵੇਂ ਪਨ ਬੱਸ ਦੀਆਂ ਨੇ, ਭਾਵੇਂ PRTC ਦੀਆਂ ਨੇ, ਕਿ ਉਹ ਬੱਸ ਆ ਜੀ ਉਹਦੇ ਵਿੱਚ ਇੱਕ ਪੈਨਿਕ ਬਟਨ ਆ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਨੱਪ ਦਿਓ, ਨਾਲ ਹੀ ਪਿੱਛੇ ਇਤਲਾਹ ਪਹੁੰਚ ਜਾਂਦੀ ਵੀ ਇਹ ਬੱਸ ਆ, ਉਹ ਬੱਸ ਕਿਹੜੇ ਰੂਟ 'ਤੇ ਜਾਂਦੀ ਹੈ, ਕਦੋਂ ਜਾਂਦੀ ਹੈ, ਕਿੰਨੀ ਸਪੀਡ ਨਾਲ ਜਾਂਦੀ ਹੈ, ਬ੍ਰੇਕ ਤਾਂ ਨਹੀਂ ਮਾਰੀ, ਅੱਡੇ 'ਚ ਗਈ ਹੈ ਕਿ ਨਹੀਂ ਗਈ, ਬਾਰੇ-ਬਾਰ ਤਾਂ ਨਹੀਂ ਚੱਲ ਗਈ ਕਿਤੇ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਅਸੀਂ ਟਰੈਕ ਕਰਦੇ ਹਾਂ, ਉਹ ਪਹਿਲਾਂ ਸਰਕਾਰੀ ਦੇ ਹਿਸਾਬ ਨਾਲ। ਹੁਣ ਮੈਨੂੰ ਨਹੀਂ ਪਤਾ ਵੀ ਹੁੰਦੀ ਕਿ ਨਹੀਂ ਹੁੰਦੀ, ਕਿਉਂਕਿ ਜਿੱਦਾਂ ਦੀ ਬੱਸ ਦੀ ਹਾਲਤ ਹੁੰਦੀ ਹੈ ਉਹ ਤਾਂ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਰੁਕਣੀ ਕਿ ਨਹੀਂ ਰੁਕਣੀ, ਉਹਦੇ 'ਚ ਇੰਨਾ ਸਿਸਟਮ ਚੱਲਦਾ ਕਿ ਨਹੀਂ ਚੱਲਦਾ ਮੈਨੂੰ ਪਤਾ ਨਹੀਂ। ਇਹ ਤਾਂ ਮੇਰੇ ਖਿਆਲ ਨਾਲ ਪਰਿਵਾਰ ਦੇ ਮੈਂਬਰ ਟਿੱਪਣੀ ਕਰਕੇ ਦੱਸ ਦੇਣ। ਪਰ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹਦਾ ਆਪਾਂ ਦਾਇਰਾ ਪ੍ਰਾਈਵੇਟ ਬੱਸਾਂ ਤੱਕ ਵੀ ਲੈ ਜਾਣਾ, ਕਿਉਂਕਿ ਬੱਸ ਤੇ ਬੱਸ ਹੀ ਆ ਅਤੇ ਉਹਦੇ 'ਚ ਚੜ੍ਹਨਾ ਵੀ ਆਮ ਪਬਲਿਕ ਨੇ, ਅਤੇ ਜੇ ਆਮ ਪਬਲਿਕ ਦੀ ਸਹੂਲਤ ਲਈ ਸਾਰਾ ਸਿਸਟਮ ਹੈ ਆਲਰੇਡੀ ਬਣਾਇਆ ਹੋਇਆ, ਅਤੇ ਉਹ ਕਹਿੰਦੇ ਵੀ ਆਪਾਂ ਹੋਰ ਨੂੰ ਵਧੀਆ ਕਰ ਲੈਣਾ। ਮੇਰੇ ਖਿਆਲ ਨਾਲ ਜੇ ਇਹ ਵੀ ਕਰ ਲੈਣ ਤੇ ਇਹਦੇ ਨਾਲ ਵੀ ਕਈ ਸਮੱਸਿਆਵਾਂ ਤੇ ਹੱਲ ਹੋ ਹੀ ਸਕਦੀਆਂ। ਬਹੁਤ ਸਾਰੀਆਂ ਸਮੱਸਿਆਵਾਂ ਸੰਧਾਲੀਆ ਸਾਹਿਬ ਹੱਲ ਹੋਣਗੀਆਂ। ਸਰਕਾਰੀ ਬਹੁਤ ਸਾਰੀਆਂ ਬੱਸਾਂ 'ਚੋਂ ਸਿਸਟਮ ਹੈਗਾ, ਪ੍ਰਾਈਵੇਟ ਦੇ ਵਿੱਚ ਹੋ ਸਕਦਾ ਕੋਈ ਵੱਡੀ ਗੱਲ ਨਹੀਂ, ਕਿਹੜਾ ਲੱਖਾਂ ਦੀ ਗਿਣਤੀ 'ਚ ਹੈ, ਕੁਝ ਹਜ਼ਾਰ ਨੇ, ਨਾਲੇ ਕਿਹੜਾ ਪੱਲਿਓਂ ਲਾਉਣੇ ਆ।
ਅਗਲੇ ਨੂੰ ਕਹਿਣਾ ਲਾ ਕੇ ਦੋ ਟਰੈਕ ਅਸੀਂ ਕਰਾਂਗੇ। ਆਹੋ। ਤੇ ਉਹ ਵਧੀਆ ਚੀਜ਼ ਹੈ, ਉਹ ਹੋਣਾ ਚਾਹੀਦਾ, ਜਿਹਦੇ ਨਾਲ ਪਤਾ ਲੱਗ ਜੂ ਕੌਣ ਕਿੱਥੇ ਘੁੰਮੀ ਜਾਂਦਾ ਤੇ ਕਿਹੜੇ ਪਾਸੇ ਘੁੰਮੀ ਜਾਂਦਾ ਤੇ ਕਦੋਂ ਘੁੰਮੀ ਜਾਂਦਾ। ਹਰ ਇੱਕ ਚੀਜ਼ ਕਲੀਅਰ ਹੋ ਜਾਣੀ ਆ। ਹਾਂ, ਜੇ ਉਹ ਨਹੀਂ ਚੱਲਦਾ ਬੱਸ ਨੂੰ ਜੁਰਮਾਨਾ ਹੋ ਜੂ। ਪਰ ਇੱਕ ਅਸਰ ਹੋਇਆ, ਬਹੁਤ ਸਾਰੀਆਂ ਬੱਸਾਂ ਜਿਹਨਾਂ ਨੇ ਟੈਕਸ ਹੀ ਨਹੀਂ ਸੀ ਭਰਿਆ ਪਰ ਸੜਕਾਂ ਦੇ ਉੱਤੇ ਦੰਦਨਾਉਂਦੀਆਂ ਫਿਰਦੀਆਂ ਸੀ। ਹੁਣ ਜਿੱਥੇ ਇਹ ਟੈਕਸ ਭਰਦਾ ਉੱਥੇ ਲਾਈਨਾਂ ਲੱਗੀਆਂ, ਕਹਿੰਦੇ ਆਪ ਟੈਲੀਫੋਨ, ਪਹਿਲਾਂ ਦਫ਼ਤਰੋਂ ਟੈਲੀਫੋਨ ਜਾਂਦਾ ਟੈਕਸ ਭਰ ਦਿਓ ਜੀ, 2.5 ਸਾਲ ਹੋ ਗਿਆ ਤੁਹਾਡੀ ਬੱਸ ਦਾ ਬਿਨਾਂ ਟੈਕਸ ਤੋਂ ਚਲੀ ਜਾਂਦੀ ਹੈ। ਹੁਣ ਕਹਿੰਦੇ ਆਪ ਟੈਲੀਫੋਨ ਕਰਕੇ ਪੁੱਛਦੇ ਆ, ਮਾੜਾ ਜਿਹਾ ਦੱਸਿਓ ਜਿਹੜੇ ਭੀੜ ਘੱਟ ਹੁੰਦੀ ਆ ਟੈਕਸ ਅਸੀਂ ਵੀ ਭਰਨਾ। ਕਹਿੰਦੇ ਮਾੜੀ ਸਖਤੀ ਹੋਈ ਹੈ। ਅੰਮ੍ਰਿਤਸਰ ਇਦਾਂ ਹੀ ਇੱਕ ਬੱਸ ਫੜੀ ਹੈ, ਉਹਦਾ ਵੀ ਟੈਕਸ ਨਹੀਂ ਸੀ ਭਰਿਆ, ਅਧਿਕਾਰੀਆਂ ਨੇ ਰੋਕੀ ਆ, ਕਹਿੰਦੇ ਜੀ ਕਾਗਜ਼ ਪੱਤਰ ਤਾਂ ਕੋਈ ਨਹੀਂ। ਉਸੇ ਵੇਲੇ ਅਗਲੇ ਨੇ ਕਹਿਤਾ ਕਿ ਭਾਈ ਜਿੰਦਰਾ ਲਾ ਦਿਓ। ਸੋ ਇਸ ਕਰਕੇ ਬਹੁਤ ਸਾਰੇ ਲੋਕ ਨੇ, ਹੁਣ ਟੈਕਸ ਆ ਰਿਹਾ, ਸਰਕਾਰੀ ਖਜ਼ਾਨੇ 'ਚ ਪੈਸੇ ਆਉਣਗੇ। ਹਾਂ, ਟੈਕਸ ਸਾਰੇ ਹੀ ਭਰਨਾ, ਅਕਾਲੀ, ਕਾਂਗਰਸੀ, ਭਾਜਪਾ, ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਦੀ ਵੀ ਟਰਾਂਸਪੋਰਟ ਹੈਗੀ ਹੈ। ਪਰ ਸੰਧਾਲੀਆ ਸਾਹਿਬ, ਜਿੰਨਾ ਰਾਜਾ ਵੜਿੰਗ ਸਖਤ ਹੋਈ ਜਾਂਦੇ ਆ ਚੰਗਾ ਆ, ਪਰ ਨਾਲ ਦੀ ਨਾਲ ਲੋਕਾਂ ਦੇ ਮਨ 'ਚ ਸਵਾਲ ਵੀ ਆਈ ਜਾਂਦੇ ਆ ਕਿ 4.5 ਸਾਲ ਪਹਿਲਾਂ ਵੀ ਤਾਂ ਟਰਾਂਸਪੋਰਟ ਮੰਤਰੀ ਕੋਈ ਨਾ ਕੋਈ ਹੋਣਾ ਹੀ ਆ। ਸਵਾਲ ਇਹ ਵੀ ਆਈ ਜਾਂਦੇ ਕਿ 10 ਸਾਲ ਇੱਕ ਹੋਰ ਸਰਕਾਰ ਆਈ ਹੈ, ਟਰਾਂਸਪੋਰਟ ਮੰਤਰੀ ਤਾਂ ਉਦੋਂ ਵੀ ਕੋਈ ਨਾ ਕੋਈ ਹੋਣਾ। ਲੋਕਾਂ ਦੇ ਮਨਾਂ 'ਚ ਸਵਾਲ ਇਹ ਵੀ ਆਈ ਜਾਂਦੇ ਆ ਕਿ ਜੇ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਰੌਲਾ, ਮਾਲ ਮਹਿਕਮੇ 'ਚ ਕਿਹੜਾ ਹੈ ਨਹੀਂ, ਨਹਿਰੀ ਵਿਭਾਗ 'ਚ ਕਿਹੜਾ ਹੈ ਨਹੀਂ, ਸਿੰਚਾਈ ਵਿਭਾਗ 'ਚ, ਇਹਦੇ ਤੋਂ ਇਲਾਵਾ ਬਿਜਲੀ ਮਹਿਕਮੇ 'ਚ ਕਿਹੜਾ ਹੈ ਨਹੀਂ, ਖੇਤੀਬਾੜੀ ਮਹਿਕਮੇ 'ਚ ਕਿਹੜਾ ਹੈ ਨਹੀਂ, ਜਿਹੜਾ ਸਥਾਨਕ ਸਰਕਾਰਾਂ ਬਾਰੇ ਸ਼ਹਿਰਾਂ ਦਾ ਵਿਭਾਗ ਹੈ ਉਹਦੇ ਵਿੱਚ ਤੇ ਨਜਾਇਜ਼ ਕਲੋਨੀਆਂ ਉਸਰੀ ਜਾਂਦੀਆਂ, ਉਹਦੇ 'ਚ ਕਿਹੜਾ ਹੈ ਨਹੀਂ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਨੌਜਵਾਨ ਨੇ, ਕਿਉਂਕਿ ਵਿਵਾਦ ਭਾਵੇਂ ਬਹੁਤ ਜੁੜਦੇ ਆ ਪਰ ਸਰਗਰਮ ਨੇ, ਕਦੇ ਕਿਸੇ ਥਾਂ ਬੈਠੇ ਹੁੰਦੇ, ਕਦੇ ਕਿਸੇ ਥਾਂ ਬੈਠੇ ਹੁੰਦੇ ਆ। ਲੋਕਾਂ ਨੇ ਹੋ ਸਕਦਾ ਬਾਕੀ ਮੰਤਰੀਆਂ ਸਵਾਲ ਪੁੱਛਣੇ ਸ਼ੁਰੂ ਕਰਦੇ ਆ, ਰਾਜਾ ਵੜਿੰਗ ਸਾਹਿਬ ਦੀ ਵੀਡੀਓ ਤਾਂ ਆਈ ਰਹਿੰਦੀ ਜੀ ਰੋਜ਼ ਨਾ ਰੋਜ਼, ਆ ਥੋੜਾ ਨਹੀਂ ਕਦੇ ਹਿਸਾਬ ਕਿਤਾਬ ਜਿਹਾ ਦੇਖਿਆ ਤੁਸੀਂ ਕੀ ਕਰਦੇ ਆ। ਮੈਨੂੰ ਲੱਗਦਾ ਬਾਕੀ ਨੂੰ ਤੇਜ਼ ਹੋਣਾ ਪਊ। ਨਹੀਂ, ਦੋ ਗੱਲਾਂ ਹੋਣੀਆਂ। ਆਜੋ। ਪਹਿਲੀ ਗੱਲ ਤੇ ਹੋ ਸਕਦਾ ਵੀ ਪਾਰਟੀ ਦੇ ਅੰਦਰੋਂ ਬਾਹਰੋਂ ਆਖਣ ਯਾਰ ਇਹਨੂੰ ਕਿਸੇ ਤਰ੍ਹਾਂ ਢਾਓ, ਯਾਰ ਇਹ ਮੁੰਡਾ ਪਤਾ ਨਹੀਂ ਕੀ ਕਰਦਾ, ਉਹ ਗੱਲ ਯਾਰ ਫਿਰ ਇਦਾਂ ਥੋੜਾ ਠੀਕ ਲੱਗਦਾ। ਮੈਂ ਤੇ ਅਜੇ ਉੱਠਿਆ ਵੀ ਨਹੀਂ ਹੁੰਦਾ, ਉਹਨੇ ਜਦੋਂ 3-4 ਵੀਡੀਓ ਇੱਥੇ WhatsApp ਗਰੁੱਪ ਤੇ ਆ ਜਾਂਦੀਆਂ, ਮੈਨੂੰ ਤਾਂ ਪੀਏ ਨੇ ਪਰਸੋਂ ਦੱਸਿਆ ਇੱਥੇ ਹੁੰਦਾ ਇੱਕ ਦੀ ਉੱਥੇ, ਇਦਾਂ ਨਹੀਂ ਚੰਗੇ ਲੱਗੀਦਾ ਯਾਰ, ਇਹਨੂੰ ਸਮਝਾਓ ਮਾੜਾ ਜਿਹਾ ਕੀ ਗੱਲ ਕੀ ਕੋਈ ਨਹੀਂ, ਬਹਿ ਕੇ ਫੈਸਲਾ ਕਰਾ ਦਿੰਦੇ ਉਹਨਾਂ ਨਾਲ, ਰੌਲਾ ਕਿਹੜੀ ਚੀਜ਼ ਦਾ, ਉਹ ਵੀ ਸੌਖੇ ਰਹਿਣ, ਇਹ ਵੀ ਸੌਖਾ ਰਵੇ, ਅਸੀਂ ਵੀ ਸੌਖੇ। ਜਾਂ ਤੇ ਹੋ ਸਕਦੀ ਇਹ ਗੱਲ, ਜਾਂ ਜਿਹੜੀ ਮੇਰੇ ਖਿਆਲ ਨਾਲ ਅੱਜ ਤੋਂ ਜੇ ਮੈਂ ਗਲਤ ਨਹੀਂ ਤੇ 5-7 ਸਾਲ ਪਹਿਲਾਂ ਤੋਂ ਚੱਲਦੀ ਆ, ਉਹ ਰਾਹੁਲ ਗਾਂਧੀ ਦੀ ਇੱਕ ਸੋਚ ਵੀ ਯਾਰ ਮੈਨੂੰ ਯੰਗ ਬੰਦੇ ਚਾਹੀਦੇ ਆ। ਕਿਉਂਕਿ ਜਿਹੜੀ ਪਹਿਲੀ ਲੀਡਰਸ਼ਿਪ ਉਹਦੇ ਕੇਂਦਰ ਤੇ ਵੀ ਆਪਾਂ ਦੇਖਦੇ ਹਾਂ ਵੀ ਹੁਣ ਉਹ ਜਿਹੜੇ 22-23 ਮੰਤਰੀ ਉਧਰ ਸੀਨੀਅਰ ਵਾਲੇ ਜਿਹੜੇ ਉਧਰ ਸੈਂਟਰ 'ਚ ਰੌਲਾ ਪਾ ਕੇ ਬੈਠੇ ਹਾਈ ਕਮਾਂਡ ਨਾਲ ਵੀ ਨਹੀਂ 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 ਇੱਦਾਂ ਕਿੱਦਾਂ, ਮੁੰਡੇ ਨੂੰ ਪਤਾ ਨਹੀਂ ਲੱਗਦਾ ਮੈਡਮ ਜੀ ਸਾਡੀ ਮੰਨੋ, ਇੱਦਾਂ ਹੀ ਆ ਨਾ। ਮੈਨੂੰ ਲੱਗਦਾ ਵੀ ਜੇ ਕਿਤੇ ਇਹੋ ਜਿਹੀਆਂ ਐਗਜ਼ਾਮਪਲਸ ਉੱਪਰ ਜਾਣ ਲੱਗ ਪਈਆਂ ਤੇ ਹੋ ਸਕਦਾ ਵੀ ਰਾਹੁਲ ਗਾਂਧੀ ਨੂੰ ਲੱਗੇ ਜਾਂ ਉਹਦੇ ਨਾਲ ਦੀ ਟੀਮ ਨੂੰ ਲੱਗੇ ਵੀ ਯਾਰ ਅਸੀਂ ਸਹੀ ਸੀ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਬੰਦੇ ਸ਼ੁਰੂ ਤੋਂ ਆਪਾਂ ਬਿਠਾ ਕੇ ਰੱਖੇ ਆ ਉਹ ਹੁਣ ਚੱਲੇ ਕਾਰਤੂਸ ਬਣਦੇ ਜਾਂਦੇ ਆ, ਤੇ ਉਹਨਾਂ ਨੂੰ ਲੱਗਦਾ ਵੀ ਜਾਂ ਉਹਨਾਂ ਨੇ ਜਿੱਦਾਂ ਜਿਹਦੀ ਸਪੀਡ ਤੇ ਕੰਮ ਕਰਨਾ ਉਸ ਸਪੀਡ ਨਾਲ ਕੰਮ ਕੀਤੇ, ਆਪਣਾ ਬਣਨਾ ਕੁਝ ਨਹੀਂ, ਆਪਾਂ ਨੂੰ ਬੰਦੇ ਚਾਹੀਦੇ ਇੱਦਾਂ ਦੇ। ਹੁਣ ਇਹ ਵੀ ਹੋ ਸਕਦਾ ਵੀ ਜੇ ਉਹ ਇਸ ਐਂਗਲ ਨੂੰ ਚੁੱਕ ਲੈਣ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹਦੇ ਵਿੱਚ ਬੜੀ ਯੰਗ ਪੀੜ੍ਹੀ ਨੂੰ ਟਿਕਟਾਂ ਮਿਲ ਜਾਣ, ਹੋ ਸਕਦਾ। ਨਹੀਂ, ਜ਼ਰੂਰੀ ਹੈ, ਨਹੀਂ ਚੁੱਕਣਗੇ ਤਾਂ ਫਿਰ ਅਕਾਲੀ ਦਲ ਦੇ ਲੀਡਰ ਨੇ ਪਵਨ ਕੁਮਾਰ ਟੀਨੂ ਆਦਮਪੁਰ ਤੋਂ ਦੂਸਰੀ ਵਾਰ ਦੇ MLA ਨੇ, ਉਹਨਾਂ ਨੇ ਇੱਕ ਮੁੱਦਾ ਚੁੱਕ ਲਿਆ। ਨਹੀਂ, ਕਿਉਂਕਿ ਜਾਂ ਤਾਂ ਤੁਸੀਂ ਚੁੱਕ ਲਓ ਜਾਂ ਤੁਹਾਨੂੰ ਚੁੱਕ ਲੈਣਾ, ਇਹ ਗੱਲ ਬੜੀ ਕਲੀਅਰ ਹੈ। ਜਾਂ ਤਾਂ ਕਹਿੰਦਾ ਗੱਲ ਪੈ ਜਾਓ ਨਹੀਂ ਤਾਂ ਅਗਲਾ ਪੈ ਜਾਊਗਾ। ਹੁਣ ਪਵਨ ਕੁਮਾਰ ਟੀਨੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਹੀ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ PhD ਨੇ, ਡਾਕਟਰ ਨੇ, ਉਹ ਵੀ ਬੈਠੇ ਤੇ ਉਹਨਾਂ ਨੇ ਇੱਕ ਮੁੱਦਾ ਚੁੱਕਿਆ। ਉਹ ਕਹਿੰਦੇ ਜੀ ਗੱਲ ਬੜੀ ਕਲੀਅਰ ਹੈ, ਦਾਅਵੇ ਜੋ ਮਰਜ਼ੀ ਕਰੀ ਜਾਣ ਜੀ ਅਸੀਂ ਆਮ ਲੋਕਾਂ ਦੇ ਆਮ ਲੋਕਾਂ ਚੋਂ ਹੈ, ਪਰ ਸਿੱਧਾ ਇਲਜ਼ਾਮ ਲਾਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਾਲ ਲਾਤਾ ਰਾਜਕੁਮਾਰ ਵੇਰਕਾ ਸਾਹਿਬ ਦੇ ਉੱਤੇ। ਉਹ ਕਹਿੰਦੇ ਜੀ ਇਹ ਦੋਨੇ ਹੀ ਕਾਂਗਰਸੀ ਆਗੂ, ਇੱਕ ਮੁੱਖ ਮੰਤਰੀ ਸਾਹਿਬ ਨੇ, ਇਹ ਇਸ ਵੇਲੇ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਨੂੰ ਬਚਾਉਣ 'ਚ ਲੱਗੇ ਹੋਆ। ਉਹ ਕਹਿੰਦੇ 64 ਕਰੋੜ ਦਾ ਘਪਲਾ ਹੋਇਆ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ, ਲੱਖਾਂ ਬੱਚਿਆਂ ਦੀਆਂ ਡਿਗਰੀਆਂ ਡਿਪਲੋਮੇ ਰੁਕ ਗਏ, ਕਈਆਂ ਦੀ ਪੜ੍ਹਾਈ ਅੱਧ ਵਿਚਾਲੇ ਛੁੱਟ ਗਈ, ਕਈ ਦਾਖਲੇ ਹੀ ਨਹੀਂ ਲੈ ਸਕੇ ਕਿਉਂਕਿ ਫੀਸ ਇੱਧਰ ਉੱਧਰ ਹੀ ਖਾ ਗਿਆ ਸੀ। ਉਹ ਕਹਿੰਦੇ ਹੁਣ ਕਸੂਰ ਸਾਧੂ ਸਿੰਘ ਧਰਮਸੋਤ ਦਾ, ਮੈਂ ਨਹੀਂ ਕਹਿੰਦਾ, ਇਹ ਪਵਨ ਕੁਮਾਰ ਟੀਨੂ ਅਕਾਲੀ ਦਲ ਦੇ ਵਿਧਾਇਕ ਕਹਿੰਦੇ ਆ। ਉਹ ਕਹਿੰਦੇ ਕਸੂਰ ਸਾਧੂ ਸਿੰਘ ਧਰਮਸੋਤ ਦਾ, ਪਰ ਕਾਰਵਾਈ 5 ਅਧਿਕਾਰੀਆਂ ਤੇ ਕੀਤੀ ਆ। ਸਾਧੂ ਸਿੰਘ ਧਰਮਸੋਤ ਸਾਬਕਾ ਕੈਬਨਿਟ ਮੰਤਰੀ ਨੂੰ ਛੱਡਤਾ, ਫਿਰ ਉਹਨੂੰ ਉਦਾਹਰਨ ਦੇ ਦਿੱਤੀ। ਉਹ ਕਹਿੰਦੇ ਰਿਪੋਰਟ ਆਈ ਜਦੋਂ ਸਭ ਤੋਂ ਪਹਿਲਾਂ ਪਤਾ ਲੱਗਾ ਤੇ ਜਿਹੜੇ ਅਧਿਕਾਰੀ ਦਾ ਕਸੂਰ ਕੱਢਿਆ ਉਹਨੂੰ ਕੁਰਸੀ ਤੋਂ ਲਾਤਾ, ਤੇ ਹਫ਼ਤੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਮੰਤਰੀ ਸਨ, ਉਸੇ ਕੁਰਸੀ ਤੇ ਉਸ ਬੰਦੇ ਨੂੰ ਦੁਬਾਰਾ ਬਿਠਾ ਗਏ। ਹੁਣ ਉਸੇ ਬੰਦੇ ਦਾ ਕਸੂਰ ਕਹਿੰਦੇ ਫਿਰ ਨਿਕਲਿਆ। ਇਹਦਾ ਮਤਲਬ ਹੈ ਉਹ ਕਹਿੰਦੇ ਕਿ 64 ਕਰੋੜ ਦਾ ਘਪਲਾ 5 ਅਧਿਕਾਰੀ ਨਹੀਂ ਕਰ ਗਏ, ਇਹਦੇ ਪਿੱਛੇ ਸਾਬਕਾ ਮੰਤਰੀ ਸਾਹਿਬ ਦਾ ਹੱਥ ਸੀ। ਪਰ ਹੁਣ ਮੁੱਖ ਮੰਤਰੀ ਸਾਹਿਬ ਤੇ ਉਧਰ ਵੇਰਕਾ ਸਾਹਿਬ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ 'ਚ ਲੱਗਿਆ ਤੇ ਅਸੀਂ ਐਨ ਜਾਨ ਤੁਹਾਡੀ ਛੱਡਣੀ ਨਹੀਂ। ਨਾ ਗੱਲ ਜਿਹੜੀ ਆਪਾਂ ਇਹ ਤੋਂ ਪਹਿਲਾਂ ਕਰਦੇ ਸੀ ਰਾਜਾ ਵੜਿੰਗ ਹੋਰਾਂ ਵਾਲੀ ਜੀ, ਉਹੋ ਹੀ ਇੱਧਰ ਨਿਕਲੀ।
ਇਹ ਜਿੱਦਾਂ ਤੁਸੀਂ ਕਹਿੰਦਾ ਵੀ ਬਾਕੀ ਮਹਿਕਮੇ ਵਾਲੇ ਕੀ ਕਰਦੇ ਨੇ, ਉਹ ਵਿਚਾਰੇ ਕਰਨ ਕੀ। ਦੇਖੋ ਮਹਿਕਮੇ ਜਦੋਂ ਕੰਮ ਸ਼ੁਰੂ ਕਰਨ ਲੱਗਦੇ ਆ ਉਦੋਂ ਨਾਲ ਦੀ ਨਾਲ ਹੀ ਕੋਈ ਇੱਧਰੋਂ ਵਿਰੋਧੀ ਵਾਲੇ ਵੀ ਆਖਣਾ, ਉਹ ਕਹਿੰਦਾ ਇਹ ਸਾਡੇ ਹੱਥ ਤੇ ਬਾਅਦ ਚ ਆਵੇ, ਇੱਧਰ ਤੁਹਾਡੇ ਲਾਗੇ ਬੈਠਾ ਬੰਦਾ ਹੈ ਨਾ, ਉਹਦਾ ਤੇ ਪਤਾ ਲੈ ਲਓ ਪਹਿਲਾਂ। ਹੁਣ ਮੈਨੂੰ ਲੱਗਦਾ ਵੀ ਜੇ ਤੇ ਰੇੜਕਾ ਇਸ ਹਿਸਾਬ ਨਾਲ ਪੈ ਗਿਆ ਤੇ ਅੱਜ ਨਹੀਂ ਤੇ ਕੱਲ ਉਹ ਜਿਹੜਾ ਕੰਮ ਹੈ ਨਾ ਉਹ ਕਰਨਾ ਹੀ ਪੈਣਾ। ਮਤਲਬ ਜੇ ਉਹਨਾਂ ਨੇ ਨਾ ਕੀਤਾ ਵੀ ਹਾਂ ਭਾਈ ਸਾਹਿਬ ਥੋੜਾ ਜਿਹਾ ਨਤਾਰ ਇਹਦਾ ਪਾਣੀ ਥੋੜਾ ਨਤਾਰ ਲਓ ਯਾਰ, ਇਦਾਂ ਨਹੀਂ ਗੱਡੀ ਚੱਲਣੀ ਆਪਣੀ, ਤੇ ਜੇ ਇਸੇ ਧਰਨਾ ਗੰਗਲਿਆ ਜਿਹਾ ਚਲਾਈ ਜਾਣਾ ਆਪਾਂ ਵੀ ਨਹੀਂ ਵੇ ਆਪਣਾ ਕੰਮ ਸਰ ਜੂਗਾ, ਫਿਰ ਕੰਮ ਔਖਾ। ਇੱਕ ਆਪਸ਼ਨ ਹੋਰ ਹੈਗੀ ਆ ਜੀ। ਹੁਣ ਇਹ ਤੇ ਹੁੰਦਾ ਹੀ ਆ ਨਾ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਵੀ ਯਾਰ ਮੈਂ ਲੀਡਰ ਗਾਂ, ਮੇਰੇ ਨਿਆਣੇ ਲੀਡਰ, ਫਿਰ ਇਹ ਪਰਿਵਾਰ 'ਚ ਹੀ ਰਹਿਣਾ ਚਾਹੀਦਾ ਕੰਮ। ਮੈਂ ਨਾ ਵੀ ਜੇ ਠੀਕ ਹੈ, ਜੇ ਮੰਨ ਲਓ ਉਹਨੂੰ ਲੱਗਦਾ ਵੀ ਆ ਫਲਾਣੇ ਦਾ ਅਕਸ ਖਰਾਬ ਹੋ ਗਿਆ, ਉਹਦੇ ਨੂੰ ਚੰਗਾ ਨਹੀਂ ਪਿਆ ਮੈਂ ਨਾ ਹੁਣ ਠੀਕ ਨਹੀਂ ਰਹਿੰਦਾ, ਹੁਣ ਸਿਹਤ ਨਹੀਂ ਇਜਾਜ਼ਤ ਦਿੰਦੀ, ਹੁਣ ਕੋਈ ਗੱਲ ਨਹੀਂ ਗਾਂ ਕਾਕਾ ਜੀ ਨੂੰ ਮੈਂ ਨਾ ਕਾਕਾ ਜੀ ਨੂੰ ਅੱਗੇ ਲੈ ਆਓ। ਆਪਾਂ ਇਹਦੇ ਨਹੀਂ ਆਉਂਦੇ ਵੀ ਭਾਈ ਸਾਹਿਬ ਤੁਸੀਂ ਲੋਕਾਂ ਦੇ ਨਿਆਣਿਆਂ ਨੂੰ ਮੰਤਰੀ ਬਣਾਉਂਦੇ, ਤਾਂ ਉਹ ਤਾਂ ਕਿਸੇ ਨੇ ਬਣਾਉਣਾ ਹੀ ਨਹੀਂ ਨਾ। ਉਹ ਤੇ ਆਮ ਆਦਮੀ ਪਾਰਟੀ ਵਾਲੇ ਨੇ ਬਣਾਉਣ ਦਾ, ਜਿਹਨਾਂ ਨੇ ਕਿਹਾ ਸੀ ਵੀ ਆਪਾਂ ਨਾ ਫਿਰ ਆਮ ਘਰਾਂ 'ਚੋਂ ਲੀਡਰ ਲਿਆਵਾਂਗੇ। ਉਹ ਗੱਲ ਵੱਖਰੀ ਹੈ ਵੀ ਹੁਣ ਦੂਜੇ ਤੀਜੇ ਦਿਨ ਜਿਹੜਾ ਵੀ ਕੋਈ ਸ਼ਾਮਲ ਕਰਦੇ ਦੂਜਿਆਂ 'ਚੋਂ ਕਰ ਲੈਂਦੇ ਆ। ਮੇਰੇ ਖਿਆਲ ਨਾਲ ਜੇ ਉਹਨਾਂ ਦੇ ਗਾਂ ਅਗਲੀ ਫੈਮਿਲੀ ਮੈਂਬਰਾਂ 'ਚੋਂ ਕਿਸੇ ਨਾ ਕਿਸੇ ਨੂੰ ਅੱਗੇ ਲੈ ਆਓ, ਉਹ ਜਾਣੇ ਜੇ ਅਗਲਾ ਬੰਦਾ ਯੰਗ ਹੈ ਉਹਦੀ ਸਮਝ ਕੁਝ ਹੋਰ ਹੋ ਸਕਦੀ, ਜ਼ਰੂਰੀ ਥੋੜਾ ਵੀ ਉਹ ਵੀ ਪਿਓਰ ਗਈ ਹੈ। ਨਹੀਂ, ਗੱਲ ਤੁਹਾਡੀ ਠੀਕ ਹੈ ਕਿ ਉਹ ਸਮਝ ਵਧੀਆ ਵੀ ਹੋ ਸਕਦੀ ਆ। ਕਈ ਹੈਗੇ ਆ ਕਾਕੇ ਜਿਹੜੇ ਆ ਉਹ ਵਧੀਆ ਨਿਕਲੇ ਅੱਗੇ। ਆਹੋ, ਪਰ ਇਹ ਵੀ ਗੱਲ ਹੈਗੀ ਆ, ਤੁਸੀਂ ਮੈਂ ਚੇਤੇ ਕਰੀ ਜਾਂਦਾ ਸੀ ਕਿ ਮੇਰੇ ਦਿਮਾਗ 'ਚ ਖੌਰੂ ਕਿਉਂ ਪਈ ਜਾਂਦਾ ਤੂਫਾਨ, ਕਿ ਸਿੱਧੂ ਸਾਹਿਬ ਕਈ ਬੰਦੇ ਕਹਿੰਦੇ ਉੱਥੇ ਚਲੇ ਜਾਂਦੇ ਚੰਨੀ ਸਾਹਿਬ ਦੇ ਮੁੰਡੇ ਦੇ ਵਿਆਹ ਤੇ। ਮੈਂ ਕਹਿੰਦਾ ਚੰਗਾ ਨਹੀਂ ਗਏ, ਜੇ ਚੱਲ ਜਾਂਦੇ ਇੱਦਾਂ ਬੈਠੇ ਹੋਣੇ ਸਾਰੇ ਮੰਤਰੀ ਵਿਧਾਇਕ ਕਿੰਨੇ ਹੀ। ਹੋ ਸਕਦਾ ਕੋਈ ਮੰਤਰੀ ਉੱਠ ਕੇ ਕਹਿੰਦਾ ਸਿੱਧੂ ਸਾਹਿਬ ਸਮੋਸਾ ਖਾ ਲਓ, ਉਹਦੇ ਸਮੋਸੇ ਨੂੰ ਛੱਡ ਪਹਿਲਾਂ ਕੀਤਾ ਕੀ ਜਦੋਂ ਮੇਰੇ ਨਾਲ ਬੈਠਾ ਹੁੰਦਾ ਸੀ ਉਦੋਂ ਤੂੰ ਕਹਿੰਦਾ ਹੁੰਦਾ ਸੀ ਆਹ ਵੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ, ਆਹ ਵੀ ਚੱਕ ਕੇ ਅੰਦਰ ਦੇ। ਦੂਜਾ ਬੰਦਾ ਕਹੇ ਸਿੱਧੂ ਸਾਹਿਬ ਜੂਸ ਪੀਓ, ਉਹ ਯਾਰ ਤੂੰ ਜੂਸ ਨੂੰ ਛੱਡ ਪਹਿਲਾਂ ਦੱਸ ਕੀਤਾ ਕੀ ਹੈ। ਤੇ ਹੋ ਸਕਦਾ ਸਿੱਧੂ ਸਾਹਿਬ ਕਹਿੰਦੇ ਹੋਣੇ ਯਾਰ ਉੱਥੇ ਜਾ ਕੇ ਨਵਾਂ ਪੰਗਾ ਪਾਉਣ ਨੂੰ ਨਹੀਂ ਜਾਂਦੇ। ਨਹੀਂ ਇਹ ਵੀ ਹੋ ਸਕਦਾ, ਪਰ ਇੱਕ ਗੱਲ ਇਹ ਵੀ ਹੋ ਸਕਦੀ ਨੇ ਵੀ ਅਗਲੇ ਕਹਿ ਤਾ ਹੋਵੇ ਚੰਨੀ ਸਾਹਿਬ ਨੂੰ, ਚੰਨੀ ਸਾਹਿਬ ਉੱਪਰੋਂ ਜੋ ਕਿ ਉਹ ਬਹੁਤਾ ਤਰੱਦਦ ਨਾ ਕਰਿਓ ਸੱਦਣ ਦਾ, ਯਾਰ ਪਤਾ ਲੱਗਿਆ ਹੋ ਫਿਰ ਨਹੀਂ ਤੇ ਅਸੀਂ ਵੀ ਫਿਰ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚਲੇ ਜਾਣਾ, ਤੁਹਾਨੂੰ ਪਤਾ ਫਿਰ ਮੈਨੂੰ ਕੰਮ ਪੈ ਜਾਂਦਾ ਹੁੰਦਾ। ਨਹੀਂ ਫਿਰ ਤੁਸੀਂ ਐਵੇਂ ਕਹੋਗੇ ਉਹਨਾਂ ਨੇ ਜੇ ਪੱਤਰਕਾਰਾਂ ਦੇ ਉੱਥੇ ਸਾਹਮਣੇ ਕਹਿਤਾ ਕਿ ਭਾਈ ਤੁਸੀਂ ਮੰਤਰੀ ਹੁਣ ਆ ਨਾਲ ਬੈਠਾ ਇੱਥੇ ਕਾਰਵਾਈ ਕਰੋ, ਮੈਂ ਨਾ ਫਿਰ ਕਾਰਵਾਈ ਕਰਨ ਜੋਗਾ ਨਾ ਫਿਰ ਮੈਂ ਗੱਲ ਮੋੜਨ ਜੋਗਾ, ਪੱਤਰਕਾਰਾਂ ਗੱਲ ਚੱਕ ਲੈਣੀ ਆ। ਆਹ ਨਹੀਂ ਚਲੋ ਇਹ ਤੇ ਹੁਣ ਸਮਾਂ ਰਹਿ ਗਿਆ, ਪਰ ਆਪਾਂ ਇੱਕ ਚੀਜ਼ ਹੋਰ ਨਾ ਕਰਨੀ ਭੁੱਲ ਜਾਈਏ। ਇਸ ਵਕਤ ਬੜਾ ਰੌਲਾ ਪੰਜਾਬ ਦੇ ਵਿੱਚ ਕੋਈ ਕਹਿੰਦਾ ਵੀ ਚੰਦ ਘੰਟਿਆਂ ਦਾ ਕੋਲਾ ਬਚ ਗਿਆ ਜੀ, ਥਰਮਲ ਪਲਾਂਟਾਂ ਜਿਹੜਾ ਫੂਕ ਕੇ ਪੋਲਿਊਸ਼ਨ ਰਹਿਤ ਬੱਤੀ ਬਣਾਉਣ ਦਾ ਪ੍ਰੋਜੈਕਟ ਚੱਲਦਾ। ਹੁਣ ਉਹ ਜਿਹੜੀ ਕੋਲੇ ਵਾਲੀ ਰੌਲੇ ਰੱਪੇ ਵਾਲੀ ਗੇਮ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਨੇ, ਤੇ ਸਾਰੇ ਕੁਛ ਦੇ ਵਿੱਚ ਚਲੋ ਬਾਕੀ ਜਿਹੜੀਆਂ ਬ੍ਰੇਕਾਂ ਨੇ ਉਹ ਤੇ ਕੁਛ ਰਾਜਨੀਤੀ ਨਾਲ ਆਪਾਂ ਉੱਧਰ ਬਾਅਦ ਚ ਆਉਂਦੇ ਆ। ਪਹਿਲਾਂ ਜਿਹੜਾ ਇਹ ਰੇੜਕਾ ਪੈ ਗਿਆ ਵੀ ਉਹ ਜਿਹੜੇ ਟਾਟਾ ਵਾਲੇ ਆਉਂਦੇ ਆ ਵੀ ਭਾਈ ਸਾਹਿਬ ਵੀਰ ਇਹ ਤਾਂ ਮਹਿੰਗੀ ਹੋ ਗਈ ਚੀਜ਼ ਵੀਰ ਜੀ, ਇੰਨੀ ਸਸਤੀ ਨਹੀਂ ਦੇਣੀ ਹੁਣ, ਆਂਦੀ ਨਹੀਂ ਮਗਰੋਂ ਨਾ ਹੁਣ ਅਗਲਾ ਇਹ ਤੇ ਉਹ ਕੰਮ ਹੋਈ ਨਾ ਵੀ ਜੇ ਖੰਡ ਹੋ ਗਈ, ਖੰਡ ਕਹਿੰਦੇ ਖੰਡ ਇਹ ਤੇ ਕੱਲ ਖੜੀ 40, ਨਹੀਂ ਵੀਰ ਹੁਣ 80 ਦੀ ਹੈ, ਏਦਾਂ ਹੈ ਹੀ ਨਹੀਂ ਕਿਤੇ ਵੀ। ਲੱਗਦਾ ਸੰਧਾਲੀਆ ਸਾਹਿਬ ਕਿ ਆਉਣ ਵਾਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਟਾਟਾ ਵਾਲਿਆਂ ਦਾ ਇਹ ਕੰਮ ਜਿਹੜਾ ਉਹ ਪੰਜਾਬ ਦੀ ਰਾਜਨੀਤੀ 'ਚ ਉਥਲ-ਪੁਥਲ ਮਚਾ ਦੂ। ਇਹ ਗੱਲ ਤਾਂ ਬਿਲਕੁਲ ਕਲੀਅਰ ਆ ਨਾ ਕਿ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਤੋਂ ਲਿੱਥੇ ਨਹੀਂ ਸੀ, ਬਿਜਲੀ ਸਮਝੌਤਿਆਂ ਦਾ ਮੁੱਦਾ ਸਭ ਤੋਂ ਅਹਿਮ ਸੀ, ਮੁੜ ਕੇ ਤਾਂ ਰੋਲ ਹੀ ਦਿੱਤਾ। ਉਦੋਂ ਇੱਕੋ ਹੀ ਚਰਚਾ ਚੱਲਦੀ ਸੀ ਨਾ ਕਿ ਬਿਜਲੀ ਸਮਝੌਤੇ ਗਲਤ ਕੀਤੇ ਆ, ਉਹਨਾਂ ਨੂੰ ਰੱਦ ਕਰਨਾ ਚਾਹੀਦਾ ਤੇ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕਦੀ ਹੈ। ਇਹ ਨਾ ਮੈਨੂੰ ਬਿਲਕੁਲ ਉੱਦਾਂ ਲੱਗਣ ਡਿਆ ਕੰਮ ਵੀ ਜਿੱਦਾਂ ਹੁੰਦਾ ਨਾ ਵੀ ਕੋਈ ਆਮ ਰੈਲੀ ਕਰਨ ਦੇ ਲਈ ਕਹਿੰਦਾ ਵੀ ਕਿੱਥੋਂ ਲਿਆਉਣੀ ਬੱਤੀ, ਕਹਿੰਦਾ ਤਾਰਾਂ ਸਾਹਮਣੇ ਐ ਕੁੰਡੀ ਪਾਈ ਹੁੰਦੀ ਹੈ, ਜਿੰਨਾ ਚਿਰ ਰੈਲੀ ਚੱਲਦੀ ਨਹੀਂ ਉਹਨਾਂ ਚਿਰ ਛੁਰੀਆਂ ਵਾਲੇ ਪੱਖੇ ਚੱਲਦੇ ਆ, ਮੁੜ ਕੇ ਉਹ ਐ ਵਾਂਝ ਨਾਲ ਕੁੰਡੀਆਂ ਲਾ ਕੇ ਘਰੋਂ ਘਰੀ ਚਲੇ ਜਾਂਦੇ। ਉਹ ਕੰਮ ਇਸ ਮੁੱਦੇ ਦਾ ਕੀਤਾ, ਜਦੋਂ ਕੈਪਟਨ ਸਾਹਿਬ ਦੀ ਕੁਰਸੀ ਗਈ ਹੈ ਨਾਲ ਹੀ ਕੁੰਡੀਆਂ ਲਾ ਲਈਆਂ, ਕਹਿੰਦੇ ਨੇ ਬੱਤੀ ਵਾਲੀ ਗੱਲ ਕਰਨ ਦੀ ਲੋੜ ਹੀ ਨਹੀਂ। ਹੁਣ ਇਸੇ ਮੁੱਦੇ ਤੇ ਕਿਉਂਕਿ ਠੰਡ ਵਰਤ ਗਈ ਸੀ, ਨਵਜੋਤ ਸਿੰਘ ਸਿੱਧੂ ਨੇ ਇੱਕ ਦੋ ਵਾਰੀ ਕੰਮ ਚੱਕਿਆ, ਦੋ ਚੋ ਹੋਰ ਨੇ ਚੱਕਿਆ, ਪਰ ਉਹ ਰਲਾ ਗੋਦਾ ਹੀ ਹੋ ਗਿਆ। ਹੁਣ ਆ ਟਾਟਾ ਵਾਲਿਆਂ ਦੇਖੋ ਕੋਲਾ ਮੁੱਕਾ, ਕੋਈ ਕਹਿੰਦਾ ਜੀ 21 ਘੰਟੇ ਦਾ ਕੋਲਾ, ਕੇਂਦਰ ਸਰਕਾਰ ਕਹਿੰਦੀ ਜੀ ਘਾਟ ਕੋਈ ਨਹੀਂ, ਦਿੱਲੀ ਗੁਜਰਾਤ ਪੰਜਾਬ ਹੁਣ ਹਰਿਆਣੇ ਵਾਲੇ ਵੀ ਕਹਿਣ ਲੱਗ ਪਏ ਜੀ ਕੋਲਾ ਥੋੜਾ। ਸੱਚਾ ਕੌਣ ਹੈ ਝੂਠਾ ਕੌਣ ਹੈ ਬਾਅਦ ਦੀ ਗੱਲ ਹੈ, ਪਰ ਪੰਜਾਬ ਸਰਕਾਰ ਦਾ ਸਮਝੌਤਾ ਸੀ ਸੂਬੇ ਦਾ ਕਿ ਟਾਟਾ ਵਾਲਿਆਂ ਦਾ ਜਿਹੜਾ ਗੁਜਰਾਤ ਦੇ ਵਿੱਚ ਪਲਾਂਟ ਲੱਗਾ ਹੈ ਉੱਥੋਂ 2 ਰੁਪਏ 50 ਪੈਸੇ ਪ੍ਰਤੀ ਯੂਨਿਟ ਬਿਜਲੀ ਮਿਲਦੀ ਸੀ। ਉਹਨਾਂ ਨੇ ਥੋੜੇ ਮਹੀਨੇ ਪਹਿਲਾਂ ਦੇਣੀ ਘਟਾਤੀ ਬਿਜਲੀ, 2 ਮਹੀਨੇ ਪਹਿਲਾਂ ਦੇਣੀ ਬੰਦੀ ਕਰਤੀ ਬਿਜਲੀ। ਹੁਣ ਬਿਜਲੀ ਬੰਦ ਕਰ ਦਿੱਤੀ, ਜਾਂ ਤਾਂ ਸਮਝੌਤਾ ਤੁਹਾਡਾ ਹੋਇਆ ਤੁਹਾਨੂੰ ਬਿਜਲੀ ਦੇਣੀ ਪਊ, ਤੇ ਜੇ ਤੁਸੀਂ ਦੇਣੀ ਬੰਦ ਕਰ ਦਿੱਤੀ ਮਤਲਬ ਤੁਹਾਡੇ ਕੋਲ ਹੈ ਨਹੀਂ। ਹੁਣ ਜਦੋਂ ਕੋਲੇ ਦਾ ਸੰਕਟ ਪੈਦਾ ਹੋਇਆ, ਹਰ ਇੱਕ ਸੂਬਾ ਹੱਥ ਪੈਰ ਮਾਰਦਾ ਕਿ ਸਾਡੇ ਬਲੈਕਆਊਟ ਨਾ ਹੋ ਜਾਏ, ਤਾਂ ਉਹ ਪੰਜਾਬ ਵਾਲਿਆਂ ਨੂੰ ਕਹਿੰਦੇ ਬੱਤੀ ਦਾ ਕੀ ਆ ਦੇ ਦਿੰਨੇ ਆ, ਪਰ 2.5 ਰੁਪਏ ਯੂਨਿਟ ਨਹੀਂ 5.5 ਰੁਪਏ ਯੂਨਿਟ ਮਿਲੂ, ਤਕਰੀਬਨ ਦੁੱਗਣੇ ਭਾਅ ਨਾਲ। ਹੁਣ ਸਮਝੌਤਾ ਤੁਸੀਂ ਕੀਤਾ ਕਿ ਤੁਹਾਨੂੰ ਬੱਤੀ ਦੇਾਂਗੇ, ਜੇ ਤਾਂ ਪੁਰਾਣੀ ਕੀਮਤ ਤੇ ਮੰਗਦੇ ਆ ਤਾਂ ਫਿਰ ਕਹਿੰਦੇ ਬੱਤੀ ਹੈ ਨਹੀਂ, ਜੇ ਦੁੱਗਣਾ ਭਾਅ ਪੰਜਾਬ ਸਰਕਾਰ ਨੂੰ ਦੇਣ ਨੂੰ ਤਿਆਰ ਆ ਤਾਂ ਫਿਰ ਕਹਿੰਦੇ ਬੱਤੀ ਹੈਗੀ। ਸੰਧਾਲੀਆ ਸਾਹਿਬ ਜੇ ਫਿਕਸ ਚਾਰਜ ਜਿਹੜੇ ਹੈ
ਪੰਜਾਬ ਸਰਕਾਰ ਨੂੰ ਦੇਣੇ ਪੈਂਦੇ ਆ, ਭਾਵੇਂ ਬੱਤੀ ਲੈਣ ਨਾ ਲੈਣ, ਤਾਂ ਫਿਰ ਡਿਊਟੀ ਤਾਂ ਉਹਨਾਂ ਦੀ ਵੀ ਬਣਦੀ ਹੋਣੀ ਕਿ ਤੁਸੀਂ ਨਾ ਕਿੱਦਾਂ ਕਰ ਸਕਦੇ ਹੋ ਕਿ ਅਸੀਂ ਬੱਤੀ ਦੇਣੀ ਨਹੀਂ। ਹੁਣ ਇਸੇ ਮੁੱਦੇ ਤੇ ਚਰਚਾ ਇੱਕ ਵਾਰੀ ਫਿਰ ਚੱਲ ਪਈ ਆ ਕਿ ਭਾਈ ਇਸੇ ਕਰਕੇ ਰੌਲਾ ਪੈਂਦਾ ਕਿ ਸਮਝੌਤੇ ਗਲਤ ਸ਼ਰਤਾਂ ਤੇ ਕੀਤੇ ਗਏ ਆ, ਸੂਬਾ ਵਿਰੋਧੀ ਤੇ ਕੰਪਨੀਆਂ ਦੇ ਪੱਖੀ ਕੀਤੇ ਗਏ ਆ। ਤੇ ਇਹ ਵੀ ਚਰਚਾ ਚੱਲ ਪਈ ਕਿ ਪਾਵਰਕਾਮ ਨੇ ਗੋਡੇ ਘਟੇ ਕਿ ਕਿਉਂਕਿ ਸਾਲ ਪਹਿਲਾਂ ਵੀ ਰੌਲਾ ਪਾਉਂਦੇ ਸੀ, ਉਦੋਂ ਪਾਵਰਕਾਮ ਨੇ ਕਿਹਾ ਸੀ ਨਹੀਂ ਭਾਈ ਕੋਈ ਬੱਤੀ ਮਹਿੰਗੀ ਮੂੰਗੀ ਨਹੀਂ, ਜਿੱਦਾਂ ਸਮਝੌਤਾ ਹੋਇਆ ਉਦਾਂ ਹੀ ਚੱਲੂ। ਪਰ ਐਤਕੀ ਪਾਵਰਕਾਮ ਨੂੰ ਗੋਡੇ ਟੇਕਣੇ ਪਏ ਆ ਤੇ ਲੱਗਦਾ ਕਿ ਟਾਟਾ ਕੰਪਨੀ ਦਾ ਇਹ ਫੈਸਲਾ ਜੇ ਪੰਜਾਬ ਦੇ ਲੋਕਾਂ ਦੇ ਦਿਮਾਗ ਤੇ ਚੜ ਗਿਆ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਬਿਜਲੀ ਸਮਝੌਤਿਆਂ ਤੇ ਲੜ ਹੋ ਜਾਣੀਆਂ। ਫਿਰ ਇਹ ਨਹੀਂ ਹੋ ਜਾਣੇ ਆ, ਪਰ ਨਾ ਇਹਦੇ 'ਚ ਇੱਕ ਚਰਚਾ ਹੋਰ ਚੱਲਦੀ ਆਪਾਂ ਵਿਚਾਰ ਲੈਂਦੇ ਆ। ਉਹ ਇਹ ਚਰਚਾ ਚੱਲਦੀ ਆ ਕਿ ਵੀ ਇੱਕ ਜਿੱਦਾਂ ਹੁਣ 3 ਖੇਤੀ ਵਾਲੇ ਕਾਨੂੰਨ ਤਾਂ ਹੋ ਗਏ, ਇੱਕ ਚੌਥੇ ਕਾਨੂੰਨ ਦਾ ਹੋਰ ਰੌਲਾ ਸੀ ਜਿੱਥੇ ਵਾਰ-ਵਾਰ ਚਰਚਾ ਚੱਲਦੀ ਆ ਵੀ ਕੇਂਦਰ ਇਸ ਚੀਜ਼ ਲਈ ਪ੍ਰੈਸ਼ਰਾਈਜ਼ ਕਰਦਾ ਵੀ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ, ਜਾਂ ਹੋਰ ਕਈ ਸਟੇਟਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਛੜੀਆਂ ਸ਼੍ਰੇਣੀਆਂ ਦੇ ਲਈ ਫ੍ਰੀ ਬਿਜਲੀ। ਈਵਨ ਹੁਣ ਵੀ ਕੇਜਰੀਵਾਲ ਸਾਹਿਬ ਜਾਂ ਬਾਕੀ ਪਾਰਟੀ ਨੇ ਕਿਸੇ ਨੇ 300 ਯੂਨਿਟ, ਕਿਸੇ ਨੇ 400 ਯੂਨਿਟ ਦਾ ਵਾਅਦਾ ਕੀਤਾ। ਇਹ ਜਿਹੜਾ ਕੰਮ ਇਸ ਹਿਸਾਬ ਨਾਲ ਚੱਲਦਾ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਵੀ ਇੱਦਾਂ ਨਹੀਂ ਵੀਰ ਜੀ, ਇੱਦਾਂ ਕਿੱਦਾਂ ਹੈ ਨਾ। ਹੁਣ ਜੇ ਕਿਸਾਨਾਂ ਦੇ ਆਪਾਂ ਅੰਦੋਲਨ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਪਿਛਲੀਆਂ 11 ਮੀਟਿੰਗਾਂ ਹੋਈਆਂ ਇਸ ਮੁੱਦੇ 'ਤੇ ਵੀ ਚਰਚਾ ਕਰਦੇ ਵੀ ਇਹ ਜਿਹੜਾ ਬਿੱਲ ਤੁਸੀਂ ਲਿਆਉਣਾ ਨਹੀਂ ਚਾਹੁੰਦੇ ਜਾਂ ਤੁਸੀਂ ਲਿਆ ਨਹੀਂ ਸਕਦੇ। ਪਰ ਆ ਪਿਛਲੇ ਮੌਨਸੂਨ ਸੈਸ਼ਨ 'ਚ ਧੁਖਦੀ ਜੀ ਗੱਲ ਸੀਗੀ ਵੀ ਸ਼ਾਇਦ ਉਹਦੇ 'ਤੇ ਅਗਲੀ ਕਾਰਵਾਈ ਪੈ ਗਈ ਹੈ। ਹੁਣ ਪਈ ਨਹੀਂ ਪਈ ਇਹ ਤਾਂ ਬਾਅਦ 'ਚ ਪਤਾ ਲੱਗੂ, ਪਰ ਕਿਤੇ ਇਹ ਤਾਂ ਨਹੀਂ ਕਿ ਵੀ ਇਹ ਜਿਹੜਾ ਮੁੱਦਾ ਹੈ ਉਹਨੂੰ ਹੌਲੀ ਹੌਲੀ ਉਛਾਲਿਆ ਜਾਵੇ। ਜੇ ਕੋਈ ਅਗਲਾ ਅੱਖਾਂ ਜਿਹੀਆਂ ਵਿਖਾਉਂਦਾ ਤਾਂ ਥੋੜ੍ਹਾ ਜਿਹਾ ਹੱਥ ਘੁੱਟ ਲਿਆ ਜਾਵੇ। ਹੁਣ ਕੋਲਾ ਕੋਈ ਐਸੀ ਸ਼ਾਇਦ ਹੈ ਨਹੀਂ ਵੀ ਜਿਹੜਾ ਇੰਡੀਆ 'ਚੋਂ ਲੱਭਦਾ ਨਹੀਂ, ਉਹਦਾ ਵਾਧੂ ਤੁਰਿਆ ਫਿਰਦਾ, ਪਰ ਫਿਰ ਵੀ ਇੱਕ ਥਾਂ ਤੋਂ ਕੱਢ ਕੇ ਲਿਆਣ ਕੇ ਦੂਜੀ ਥਾਂ ਇਹ ਵੀ ਨਹੀਂ ਆਇਆ ਵੀ ਰਾਕਟ ਸਾਇੰਸ ਚਾਹੀਦੀ ਹੈ ਕੋਈ, ਵੀ ਉਹ ਭਾਈ ਸਾਹਿਬ ਅਮਰੀਕਾ ਵਾਲਿਆਂ ਨੇ ਰਾਕਟ ਨਹੀਂ ਘੱਲਿਆ, ਅਸੀਂ ਕੋਲਾ ਲੱਦ ਕੇ ਕਾਹਦੇ ਲਈ। ਉਹੋ ਹੀ ਕਦੋਂ ਦੇ ਗੱਡ ਪੁਰਾਣੇ ਤੁਰੇ ਆਉਂਦੇ ਰੇਲ ਗੱਡੀਆਂ ਜੀ, ਉਹ ਅਜੇ ਤੱਕ ਨਹੀਂ ਪਹੁੰਚਦੀਆਂ ਉੱਥੋਂ ਤੱਕ। ਇਹਦੇ 'ਚ ਕੋਈ ਘੁੰਡੀ ਹੋਰ ਤਾਂ ਨਹੀਂ, ਕਿਉਂਕਿ ਜਦੋਂ ਆਪਾਂ ਕੋਲੇ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਪ੍ਰੋਪਰ ਮਹਿਕਮਾ, ਉਹਦੇ 'ਚ ਸਰਕਾਰ ਦਾ ਕੰਟਰੋਲ ਹੈ। ਅਤੇ ਜੇ ਸਰਕਾਰ ਦਾ ਕੰਟਰੋਲ ਆ, ਸਰਕਾਰੀ ਥਰਮਲ ਪਲਾਂਟਾਂ ਤੱਕ ਵੀ ਕੋਲਾ ਨਹੀਂ ਜਾ ਰਿਹਾ, ਤੇ ਚਰਚਾ ਹੈ, ਮੈਂ ਨਹੀਂ ਕਹਿੰਦਾ ਵੀ ਇੱਦਾਂ ਆਉਣ ਵਾਲੇ ਦਿਨਾਂ 'ਚ ਆਪੇ ਕਲੀਅਰ ਹੋ ਜੂਗੀ ਵੀ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤ ਹੈਗੀ। ਸੰਧਾਲੀਆ ਸਾਹਿਬ ਬੜੀ ਕਲੀਅਰ ਜੀ ਇੱਕ ਗੱਲ ਤਾਂ ਹੈਗੀ ਆ ਕਿ ਕਿਸਾਨਾਂ ਦਾ ਬਿਜਲੀ ਨਾਲ ਸਿੱਧਾ ਸੰਬੰਧ ਹੈ। ਜੇ ਬਿਜਲੀ ਘੱਟ ਆਉਂਦੀ ਆ ਤਾਂ ਦਿੱਲੀ ਬੈਠੇ ਕਿਸਾਨਾਂ ਦਾ ਧਿਆਨ ਇੱਧਰ ਜਾਓ, ਇੱਕ ਨੰਬਰ 'ਤੇ। ਦੂਸਰਾ, ਅਰਵਿੰਦ ਕੇਜਰੀਵਾਲ ਦਿੱਲੀੋਂ ਆ ਕਹਿੰਦੇ ਸੀ ਜੀ ਫ੍ਰੀ ਦੇਵਾਂਗੇ, ਪੰਜਾਬ ਵਾਲੇ ਵੀ ਕਹਿੰਦੇ ਸੀ ਫ੍ਰੀ ਦੇਵਾਂਗੇ, ਉਹ ਕਹਿੰਦੇ ਦਓਗੇ ਤਾਂ ਜੇ ਹੋਊਗੀ, ਉਧਰਲੇ ਪਾਸਿਓਂ ਵੀ ਗੱਲ ਚੱਲਦੀ ਹੈ। ਤੀਸਰਾ, ਜਿਸ ਤਰੀਕੇ ਦੇ ਨਾਲ ਸੂਬਿਆਂ ਦੇ ਅਧਿਕਾਰ ਖੁੱਸੀ ਜਾਂਦੇ ਆ, ਉਹਨਾਂ ਨੂੰ GST ਦੇ ਪੈਸੇ ਕਦੋਂ ਆਉਂਦੇ ਆ, ਆਮਦਨ ਘਟੀ ਜਾਂਦੀ ਹੈ, ਤਾਂ ਜੇ ਮਹਿੰਗਾ ਕੋਲਾ ਮਿਲੂਗਾ ਜਾਂ ਮਹਿੰਗੀ ਬੱਤੀ ਬਾਹਰਲੇ ਪਾਸੇ ਮਿਲੂਗੀ ਤਾਂ ਆਰਥਿਕ ਤੌਰ ਤੇ ਸੰਸਾਧਨ ਹੋਰ ਘਟ ਜਾਣਗੇ। ਜਾਣੀ ਕਿਤੇ ਨਾ ਕਿਤੇ ਗਲ ਘੁੱਟ ਹੋ ਰਿਹਾ। ਪਰ ਇਸ ਸਾਰੀ ਪ੍ਰਕਿਰਿਆ ਦੇ ਪਿੱਛੇ ਕੀ ਕਾਰਨ ਹੈ? ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜ਼ਰੂਰ ਹੋਣਾ ਚਾਹੀਦਾ। ਉਸ ਸੈਸ਼ਨ ਦੇ ਵਿੱਚ ਗੱਲਾਂ ਆਉਣ, ਜਿੱਦਾਂ ਚਰਚਾ ਚੱਲਦੀ ਸੀ ਨਾ ਕਿ ਮਹੀਨੇ ਦਾ ਕੋਲਾ ਚਾਹੀਦਾ ਜੀ ਜ਼ਰੂਰ, ਫਿਰ 2 ਦਿਨ ਦਾ ਕਿਉਂ ਰਹਿੰਦਾ, 4 ਦਿਨ ਦਾ ਕਿਉਂ ਰਹਿੰਦਾ? ਭਾਵੇਂ ਸਰਕਾਰੀ ਪਲਾਂਟ ਹੈ, ਭਾਵੇਂ ਪ੍ਰਾਈਵੇਟ ਪਲਾਂਟ ਹੈ, ਬਿਜਲੀ ਸਮਝੌਤੇ ਖੋਲ੍ਹ ਕੇ ਉੱਥੇ ਰੱਖੋ ਕਿ ਜਿਹੜੇ ਪ੍ਰਾਈਵੇਟ ਪਲਾਂਟਾਂ ਦੇ ਨਾਲ ਕੀਤੇ ਆ, ਕੀ ਉਹ ਇੱਦਾਂ ਬੱਤੀ ਦੇਣੀ ਬੰਦ ਕਰ ਸਕਦੇ ਆ? ਜੇ ਇੱਕ ਪਾਸੜ ਸਮਝੌਤੇ ਕੀਤੇ ਆ ਤਾਂ ਕਿਹਨੇ ਕੀਤੇ ਆ? ਜੇ ਮੁੜ ਕੇ ਰੱਦ ਕੀਤੇ ਜਾ ਸਕਦੇ ਸੀ ਤਾਂ ਪਿਛਲੇ ਪੌਣੇ 5 ਸਾਲਾਂ ਦੇ ਵਿੱਚ ਰੱਦ ਕਿਉਂ ਨਹੀਂ ਕੀਤੇ? ਇਸ ਮੁੱਦੇ ਦੇ ਉੱਤੇ ਜੇ ਕੋਈ ਬੰਦਾ ਮਕਰਾ ਬਣ ਕੇ ਬੈਠੂਗਾ, ਭਾਵੇਂ ਸੱਤਾਧਾਰੀ ਆ ਭਾਵੇਂ ਵਿਰੋਧੀ ਆ, ਉਹ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ। ਬਿਲਕੁਲ ਸਹੀ। ਇੱਕ ਆਪਾਂ ਇਹਦੇ ਜ਼ਰੂਰ ਇਹ ਗੱਲ ਐਡ ਕਰ ਦਈਏ ਵੀ ਇਹ ਜੋ ਕੁਝ ਵੀ ਇਸ ਵਕਤ ਚੱਲਦਾ, ਜੇ ਇਹਦੇ 'ਚ ਕੁਛ ਇੱਦਾਂ ਦੀ ਗੱਲਬਾਤ ਆ ਵੀ ਹਾਂ ਆਪਾਂ ਆ ਵੀ ਬਾਹਰੋਂ ਮੰਗਾ ਲਾਂਗੇ, ਉਹ ਵੀ ਬਾਹਰੋਂ ਮੰਗਾ ਲਾਂਗੇ, ਹੁਣ ਰੌਲਾ ਇਹ ਵੀ ਚੱਲਦਾ ਨਾ ਉਹ ਜੀ ਆਪਣਾ ਕੋਲਾ ਨਿਕਲਿਆ ਨਹੀਂ, ਬਾਹਰੋਂ ਇੰਪੋਰਟ ਕਰਦੇ ਉਹ ਮਹਿੰਗਾ ਮਿਲਦਾ। ਆਹ ਗਵਾਂਢ ਦੇ ਵਿੱਚ ਮੁਲਕ ਆ, ਉਹ ਕਹਿੰਦੇ ਵੀ ਪੂਰੀ ਦੁਨੀਆ ਨੂੰ ਅਸੀਂ ਬਣਾ ਕੇ ਵੇਚਾਂਗੇ ਹਰ ਚੀਜ਼, ਤੇ ਜੇ ਅਸੀਂ ਤਰੱਕੀ ਕਰਨੀ ਹੈ ਤੇ ਆਪਾਂ ਆਖੀਏ ਦਾਲ ਵੀ ਬਾਹਰੋਂ ਆਊਗੀ, ਚੌਲ ਵੀ ਬਾਹਰੋਂ ਆਉਣਗੇ, ਅਸੀਂ ਕਣਕ ਵੀ ਬਾਹਰੋਂ ਲੈ ਲਾਂਗੇ, ਅਸੀਂ ਕੋਲਾ ਵੀ ਬਾਹਰੋਂ ਲੈ ਲਾਂਗੇ, ਤੇ ਫਿਰ ਹੀ ਆਪਾਂ ਕਿੱਦਾਂ ਸੋਚ ਸਕਦੇ ਹਾਂ ਵੀ ਭਾਈ ਸਾਹਿਬ ਆਪਾਂ ਆਤਮ ਨਿਰਭਰ ਬਣ ਕੇ ਤੇ ਆਪਾਂ ਦੁਨੀਆ ਤੇ ਰਾਜ ਕਰਨਾ? ਆਪਾਂ ਤਾਂ ਸਗੋਂ ਆਪਣਾ ਪੈਸਾ ਬਾਹਰ ਕੱਢਣੇ ਆ। ਨਹੀਂ, ਸੋਚ ਤਾਂ ਸਕਦੇ ਹੀ ਆ, ਕਹਿ ਵੀ ਸਕਦੇ ਹਾਂ, ਜੇ ਕਰਨਾ ਨਹੀਂ ਉਹ ਵੱਖਰੀ ਗੱਲ ਹੈ। ਹਾਂ, ਇਹ ਗੱਲ ਠੀਕ, ਕਿਉਂਕਿ ਆਪਾਂ ਭਾਰਤ ਵੀ ਸਾਫ਼ ਕਰ ਦਿੱਤਾ, ਜਿਹੜੇ ਸ਼ਹਿਰ ਆ ਉਹ ਵੀ ਬਹੁਤ ਸੋਹਣੇ ਬਣਾ ਦਿੱਤੇ ਆ, ਸਾਰਾ ਕੁਝ ਠੀਕ ਹੋ ਗਿਆ। ਓਕੇ, ਫਿਰ ਮੇਰੀ ਗਲਤੀ ਸੀ, ਮਾਫੀ ਚਾਹੁੰਦਾ। ਚਲੀਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਕਿਤੇ ਉਹ ਲਾਈਕ ਵਾਲਾ ਬਟਨ ਤੁਸੀਂ ਦੱਬਦੇ ਹੋ, ਉਹਦੇ ਲਈ ਬੜੇ ਧੰਨਵਾਦੀ ਅਸੀਂ ਤੁਹਾਡੇ, ਸ਼ੇਅਰ ਵੀ ਕਰਦੇ ਨੇ ਉਹਦੇ ਲਈ ਬੜੇ ਧੰਨਵਾਦੀ ਹਾਂ। ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ ਤੇ ਸੁਣਦੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।